ਸ਼ੇਰੇ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਦਾ ਨਾਮ ਹੈ ਦ ਨਵਜੋਤ ਢਿੱਲੋਂ ਸ਼ੋ। ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਜਿਹੜੀ ਗੱਲ ਕਰਨ ਜਾ ਰਹੀ ਹਾਂ, ਇੱਕ ਵਾਰੀ ਫਿਰ ਮੈਂ ਕਹਾਂਗੀ ਕਿ ਮਹੱਤਵਪੂਰਨ ਗੱਲਬਾਤ ਹੈ, ਅਵੇਅਰਨੈਸ ਦੀ ਗੱਲ ਹੈ, ਜਾਗਰਤੀ ਦੀ ਗੱਲ ਹੈ। ਅਤੇ ਜਦੋਂ ਆਪਾਂ ਅਵੇਅਰ ਹੁੰਦੇ ਹਾਂ, ਜਦੋਂ ਸਾਡੇ ਅੰਦਰ ਜਾਗਰਤੀ ਆਉਂਦੀ, ਕਿਸੇ ਵੀ ਚੀਜ਼ ਲਈ ਅਸੀਂ ਚੇਤਨ ਹੁੰਦੇ ਹਾਂ, ਤਾਂ ਸਾਡੇ ਜਿਹੜੇ ਨਿਸ਼ਾਨੇ ਆ ਉਹ ਜ਼ਿਆਦਾ ਸਪਸ਼ਟ ਹੋ ਜਾਂਦੇ ਆ। ਅਸੀਂ ਉਸ ਨਿਸ਼ਾਨੇ ਤੱਕ ਕਿਵੇਂ ਪਹੁੰਚਣਾ, ਉਹ ਜਿਹੜੇ ਰਾਹ ਆ ਉਹ ਸਾਨੂੰ ਹੋਰ ਜ਼ਿਆਦਾ ਸਾਫ਼ ਦਿਸਣੇ ਸ਼ੁਰੂ ਹੋ ਜਾਂਦੇ ਆ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਇੱਕ ਮਹਿਮਾਨ ਸ਼ਾਮਿਲ ਹੋਣਗੇ। ਗੱਲ ਕਰਨੀ ਹੈ ਸਿਕਲੀਗਰ ਸਿੱਖਾਂ ਬਾਰੇ। ਸਾਡੇ ਬਹੁਤ ਸਾਰੇ ਸੁਣਨ ਵਾਲੇ ਹੋਣਗੇ ਜਿਨ੍ਹਾਂ ਨੇ ਹੋ ਸਕਦਾ ਹੈ ਕਿ ਇਹ ਸ਼ਬਦ ਪਹਿਲੀ ਵਾਰੀ ਸੁਣਿਆ ਹੋਵੇ, ਸਿਕਲੀਗਰ, ਅਤੇ ਬਹੁਤ ਸਾਰੇ ਉਹ ਵੀ ਲਿਸਨਰ ਹੋ ਸਕਦੇ ਆ ਜਿਨ੍ਹਾਂ ਨੇ ਸਿਕਲੀਗਰ ਸ਼ਬਦ ਬਾਰੇ ਸੁਣਿਆ ਹੋਵੇ, ਥੋੜ੍ਹਾ ਬਹੁਤ ਆਈਡੀਆ ਹੋਵੇ। ਸਿਕਲੀਗਰ ਸਿੱਖ ਕੌਣ ਨੇ, ਕਿੱਥੇ ਰਹਿੰਦੇ ਨੇ, ਕੀ ਕਰਦੇ ਰਹੇ ਨੇ, ਇਹਨਾਂ ਨੂੰ ਸਿਕਲੀਗਰ ਸਿੱਖ ਕਿਉਂ ਕਿਹਾ ਜਾਂਦਾ ਹੈ, ਅਤੇ ਇਹ ਇਸ ਵੇਲੇ ਸਿੱਖਾਂ ਦੀ ਜਿਹੜੀ ਮੁੱਖ ਆਪਾਂ ਕਮਿਊਨਿਟੀ ਕਹਿੰਦੇ ਹਾਂ, ਮੇਨ ਸਟਰੀਮ ਕਮਿਊਨਿਟੀ ਕਹਿੰਦੇ ਹਾਂ, ਕਿ ਉਹਨਾਂ ਦੀ ਕਾਊਂਟਿੰਗ ਦੇ ਵਿੱਚ ਇਹਨਾਂ ਨੂੰ ਸ਼ਾਮਿਲ ਕੀਤਾ ਜਾਂਦਾ। ਜਦੋਂ ਅਸੀਂ ਕਹਿੰਦੇ ਹਾਂ ਕਿ ਸਿੱਖਾਂ ਦੀ ਕਿੰਨੀ ਪਾਪੂਲੇਸ਼ਨ ਹੈ ਦੁਨੀਆ ਭਰ ਦੇ ਵਿੱਚ, ਕਿ ਇਹ ਇਨਕਲੂਡ ਕੀਤੇ ਜਾਂਦੇ ਆ ਜਾਂ ਇਹਨਾਂ ਨੂੰ ਅੱਖੋਂ ਓਹਲੇ ਕੀਤਾ ਗਿਆ ਹੈ। ਜੇ ਅੱਖੋਂ ਓਹਲੇ ਵੀ ਕੀਤਾ ਗਿਆ ਹੈ ਤਾਂ ਕਿਉਂ ਕੀਤਾ ਗਿਆ ਹੈ? ਅੱਜ ਕਿੱਡੀ ਵੱਡੀ ਗਿਣਤੀ ਦੇ ਵਿੱਚ ਸਿਕਲੀਗਰ ਸਿੱਖ ਨੇ, ਕਿਸ ਹਾਲਾਤ ਦੇ ਵਿੱਚ ਰਹਿ ਰਹੇ ਨੇ, ਕੀ ਉਹਨਾਂ ਦੀਆਂ ਸਮੱਸਿਆਵਾਂ ਨੇ, ਇਹ ਸਾਰੀਆਂ ਗੱਲਾਂ ਬਾਤਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਰੂਰ ਸ਼ਾਮਿਲ ਕਰਾਂਗੇ। ਮੈਨੂੰ ਖੁਸ਼ੀ ਹੋ ਰਹੀ ਹੈ ਕਿ ਮੇਰੇ ਨਾਲ ਜਿਹੜੇ ਮਹਿਮਾਨ ਨੇ ਉਹ ਸਕਾਟਲੈਂਡ ਤੋਂ ਆਏ ਨੇ। ਗੁਰਦੀਪ ਸਿੰਘ ਸਮਰਾ ਇਹਨਾਂ ਦਾ ਨਾਮ ਹੈ। ਗੁਰਦੀਪ ਸਿੰਘ ਸਮਰਾ ਹੁਣੀ ਪਿਛਲੇ ਕੁਝ ਸਾਲਾਂ ਤੋਂ ਸਿਕਲੀਗਰ ਸਿੱਖਾਂ ਦੇ ਲਈ ਕੰਮ ਕਰ ਰਹੇ ਨੇ। ਵਿਸ਼ੇਸ਼ ਤੌਰ 'ਤੇ ਜਿਹੜਾ ਏਰੀਆ ਇਹਨਾਂ ਨੇ ਆਈਡੈਂਟੀਫਾਈ ਕੀਤਾ ਹੈ ਉਹ ਮੱਧ ਪ੍ਰਦੇਸ਼ ਦੇ ਵਿੱਚ ਹੈ। ਕਿਹਾ ਜਾਂਦਾ ਕਿ ਮੱਧ ਪ੍ਰਦੇਸ਼ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸਿਕਲੀਗਰ ਸਿੱਖ ਨੇ। ਸੋ ਜ਼ਿਆਦਾ ਜਾਣਕਾਰੀ ਤਾਂ ਆਪਾਂ ਇਹਨਾਂ ਦੇ ਕੋਲੋਂ ਹੀ ਲਵਾਂਗੇ। ਇਹਨਾਂ ਬਾਰੇ ਮੈਂ ਇੰਨੀ ਜ਼ਰੂਰ ਗੱਲ ਦੱਸਣਾ ਚਾਹੁੰਦੀ ਹਾਂ ਕਿ ਇਹ ਤਕਰੀਬਨ 1999 ਤੋਂ ਇੰਗਲੈਂਡ ਦੇ ਵਿੱਚ ਰਹਿ ਰਹੇ ਨੇ ਅਤੇ ਉੱਥੇ ਇੱਕ ਵਪਾਰੀ ਦੇ ਤੌਰ 'ਤੇ, ਬਿਜ਼ਨਸਮੈਨ ਦੇ ਤੌਰ 'ਤੇ ਹੀ ਕੰਮਕਾਰ ਕਰਦੇ ਰਹੇ ਨੇ। ਅਤੇ ਪਿਛਲੇ ਕੁਝ ਸਾਲਾਂ ਤੋਂ ਇਹ ਸਿੱਖ ਕਾਉਂਸਲ ਆਫ ਸਕਾਟਲੈਂਡ ਦੇ ਨਾਲ ਐਕਟਿਵਲੀ ਜੁੜੇ ਹੋਏ ਨੇ। ਸਿੱਖ ਕਾਉਂਸਲ ਆਫ ਸਕਾਟਲੈਂਡ ਕੀ ਕਰਦੀ ਹੈ, ਕਿਵੇਂ ਬਣੀ, ਇਹਦੇ ਬਾਰੇ ਵੀ ਆਪਾਂ ਇਹਨਾਂ ਦੇ ਕੋਲੋਂ ਹੀ ਜਾਣਕਾਰੀ ਲਵਾਂਗੇ। ਸੋ ਸਭ ਤੋਂ ਪਹਿਲਾਂ ਮੈਂ ਬਹੁਤ ਬਹੁਤ ਸਵਾਗਤ ਕਰਦੀ ਹਾਂ ਗੁਰਦੀਪ ਸਿੰਘ ਸਮਰਾ ਜੀ। ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜੀ ਨਵਜੋਤ ਜੀ। ਮੈਂ ਆਪਣੇ ਆਪ ਨੂੰ ਲੱਕੀ ਸਮਝਦਾ ਹਾਂ ਕਿ ਜਿਨ੍ਹਾਂ ਤੁਸੀਂ ਸਾਨੂੰ ਇੱਥੇ ਟਾਈਮ ਦਿੱਤਾ, ਅਤੇ ਉਮੀਦ ਕਰਦੇ ਹਾਂ ਕਿ ਜਿਹੜੇ ਤੁਹਾਡੇ ਵਿਊਅਰ ਵੀ ਹੋਣਗੇ ਉਹ ਜ਼ਰੂਰ ਕੁਛ ਨਾ ਕੁਛ ਜਿਹੜੀ ਇਨਫੋਰਮੇਸ਼ਨ ਆ ਉਹ ਗੇਨ ਕਰਨਗੇ। ਐਗਜ਼ੈਕਟਲੀ। ਸੋ ਮੈਂ ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹੁੰਦੀ ਹਾਂ ਕਿ ਜਦੋਂ ਤੁਸੀਂ ਸਿਕਲੀਗਰ ਸਿੱਖ ਕਹਿੰਦੇ ਹੋ, ਉਹ ਤੁਸੀਂ ਕਿਸ ਵਰਗ ਨੂੰ ਸ਼ਾਮਿਲ ਕਰ ਰਹੇ ਹੋ ਇਸ ਕੈਟੇਗਰੀ ਦੇ ਵਿੱਚ? ਜਿਹੜੇ ਸਿਕਲੀਗਰ ਵਰਗ ਹੈ ਜੀ, ਇਹ ਸਾਨੂੰ ਥੋੜ੍ਹੇ ਇਹਦੇ ਲਈ ਪਿਛੋਕੜ ਜਾਣਾ ਪਏਗਾ। ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲਾਂ ਦੇ ਨਾਲ ਜੰਗਾਂ ਕੀਤੀਆਂ, ਉਸ ਵੇਲੇ ਦੇ ਇਹ ਇਤਿਹਾਸ ਉੱਥੋਂ ਸ਼ੁਰੂ ਹੁੰਦਾ ਇਸ ਚੀਜ਼ ਦਾ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਹੜੇ ਪਹਿਲਾਂ ਜਦੋਂ ਜੰਗਾਂ ਸ਼ੁਰੂ ਕੀਤੀਆਂ, ਉਸ ਵੇਲੇ ਜਿਹੜੇ ਉਹਨਾਂ ਨੂੰ ਹਥਿਆਰ ਮੁਹੱਈਆ ਕਰਾਉਂਦੇ ਸਨ ਉਹ ਸੀਗੇ ਮੌਲਾ ਬਖਸ਼, ਮੁਸਲਮਾਨ ਸੀ। ਉਹ ਪ੍ਰਸਿੱਧ ਸੀਗਾ ਉੱਥੇ ਦੇ ਹਥਿਆਰ ਬਣਾਉਣ ਦੇ ਵਿੱਚ, ਜਿਹੜਾ ਕਿ ਗੁਰੂ ਸਾਹਿਬਾਨਾਂ ਨੂੰ ਵੀ ਦਿੰਦਾ ਸੀ ਅਤੇ ਉਹ ਮੁਗਲਾਂ ਨੂੰ ਵੀ ਉਹ ਜਿਹੜਾ ਸੀਗਾ ਉਹ ਹਥਿਆਰ ਦਿੰਦਾ ਸੀਗਾ ਜੀ। ਅਤੇ ਜਿਹੜਾ ਮੁਗਲਾਂ ਨੇ ਪਤਾ ਲੱਗਾ ਵੀ ਜਿਹੜਾ ਕਿ ਮੌਲਾ ਬਖਸ਼ ਆ ਕਿ ਉਹ ਸਿੱਖਾਂ ਨੂੰ ਵੀ ਹਥਿਆਰ ਦੇ ਰਿਹਾ, ਉਸ ਵੇਲੇ ਉਹਨਾਂ ਨੇ ਉਹ 'ਤੇ ਦਬਾਅ ਪਾਇਆ, ਉਹਨਾਂ ਨੂੰ ਡਰਾਇਆ ਧਮਕਾਇਆ, ਅਤੇ ਉਹਨੇ ਜਿਹੜੇ ਸੀਗੇ ਹਥਿਆਰ ਜਿਹੜੇ ਸੀਗੇ ਉਹ ਕੱਚੇ ਲੋਹੇ ਦੇ ਬਣਾਉਣੇ ਸ਼ੁਰੂ ਕਰਤੇ ਅਤੇ ਉਹ ਉਹਨਾਂ ਨੂੰ ਦੇ ਦਿੱਤੇ। ਜਿਸ ਵੇਲੇ ਸਿੰਘਾਂ ਨੂੰ ਪਤਾ ਲੱਗਾ, ਲੜਾਈਆਂ ਦੇ ਵਿੱਚ ਹਥਿਆਰ ਟੁੱਟਣ ਲੱਗ ਪਏ। ਫਿਰ ਉਹਨਾਂ ਨੇ ਗੁਰੂ ਸਾਹਿਬ ਨੂੰ ਸ਼ਿਕਾਇਤ ਕੀਤੀ ਕਿ ਬਈ ਜਿਹੜਾ ਮੌਲਾ ਬਖਸ਼ ਆ ਉਹ ਤਾਂ ਆਪਾਂ ਨੂੰ ਜਿਹੜੇ ਹਥਿਆਰ ਉਹ ਸਹੀ ਨਹੀਂ ਦੇ ਰਿਹਾ। ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਸੱਦਿਆ ਆਪਣੇ ਕੋਲ, ਵੀ ਮੌਲਾ ਬਖਸ਼ ਇਹ ਤੂੰ ਕੀ ਕਰ ਰਿਹਾ? ਅੱਛਾ। ਮੌਲਾ ਬਖਸ਼ ਨੇ ਇਤਿਹਾਸ ਅਨੁਸਾਰ ਉਹ ਦੱਸਦੇ ਆ ਕਿ ਮੌਲਾ ਬਖਸ਼ ਨੇ ਗਲਤੀ ਮੰਨੀ ਆਪਣੀ, ਵੀ ਮੇਰੇ ਤੋਂ ਗਲਤੀ ਹੋਈ ਆ ਅਤੇ ਵੀ ਮੈਨੂੰ ਡਰਾਇਆ ਧਮਕਾਇਆ ਗਿਆ। ਅਤੇ ਉਸ ਵੇਲੇ ਉਹ ਕਹਿੰਦੇ ਵੀ ਚਲੋ ਠੀਕ ਆ, ਪਰ ਅੱਜ ਤੋਂ ਬਾਅਦ ਅਸੀਂ ਹਥਿਆਰ ਜਿਹੜੇ ਉਹ ਤੇਰੇ ਕੋਲ ਨਹੀਂ ਲਵਾਂਗੇ। ਅੱਛਾ। ਅਤੇ ਫਿਰ ਉਹਨਾਂ ਨੇ ਜਿਹੜੇ ਸੀਗੇ ਰਾਜਪੂਤ, ਉਹਦੇ ਵਿੱਚ ਦੱਸਿਆ ਜਾਂਦਾ ਕਿ ਇੱਕ ਬਿਧੀ ਚੰਦ ਦਾ ਨਾਂ ਆਉਂਦਾ
ਤੇ ਇੱਕ ਹੋਰ ਸਿੰਘ ਦਾ ਨਾਮ ਉਹਦਾ ਮੈਨੂੰ ਹੁਣ ਯਾਦ ਨਹੀਂ। ਉਹਨਾਂ 2 ਸਿੰਘਾਂ ਦੀ ਡਿਊਟੀ ਲਾਈ ਗਈ ਕਿ ਤੁਸੀਂ ਜਿਹੜੇ ਲੱਭ ਕੇ ਲਓ, ਚੰਗੇ ਹਥਿਆਰ ਬਣਾਉਂਦੇ ਆ। ਅੱਛਾ। ਤੇ ਉਹਨਾਂ ਨੇ ਰਾਜਸਥਾਨ ਦੇ ਵਿੱਚ ਮਾਰਵਾੜੀ ਲੋਕ ਜਿਹੜੇ ਸੀ, ਲੋਹਾਰ ਸੀਗੇ ਜਿਹੜੇ, ਉਹਨਾਂ ਨੂੰ ਲਿਆਂਦਾ। ਜਿਸ ਵੇਲੇ ਉਹਨਾਂ ਨੂੰ ਲੈ ਕੇ ਆਏ ਆ ਤੇ ਉਹਨਾਂ ਨੇ ਜਿਹੜੇ ਹਥਿਆਰ ਦਿਖਾਲੇ ਆ ਤੇ ਉਹ ਉਹਨਾਂ ਦੇ ਗੁਰੂ ਸਾਹਿਬ ਦੇ ਪਸੰਦ ਆਏ ਆ ਤੇ ਉਹਨਾਂ ਨੇ ਉਹਨਾਂ ਕੋਲੋਂ ਹਥਿਆਰ ਬਣਾਉਣੇ ਸ਼ੁਰੂ ਕੀਤੇ। ਇਤਿਹਾਸ ਦੱਸਦਾ ਹੈ ਕਿ ਉਸ ਵੇਲੇ ਥੋੜ੍ਹੇ ਜਿਹੇ ਜਿਹੜੇ ਸੀਗੇ ਮਾਰਵਾੜੀ, ਜਿਹੜੇ ਜਿੱਦਾਂ ਜੇ ਅੱਜ 4 ਆਏ ਆ ਤਾਂ 4 ਮਗਰ ਹੋਰ ਆ ਗਏ। ਅੱਛਾ। ਬਈ ਕਿਉਂਕਿ ਉੱਥੇ ਕੰਮ ਮਿਲਦਾ ਸੀ, ਇਹ ਇੱਕ ਬਿਜ਼ਨਸ ਵੀ ਇੱਕ ਤੌਰ 'ਤੇ ਗਿਣਿਆ ਜਾਂਦਾ ਨਾ। ਉਹਨਾਂ ਨੇ ਜਿਹੜੇ ਹਥਿਆਰ ਜਿਹੜੇ ਸੀਗੇ ਵੱਧ ਤੋਂ ਵੱਧ ਸੋਹਣੇ ਤੋਂ ਸੋਹਣੇ ਬਣਾ ਕੇ ਜਿਹੜੇ ਗੁਰੂ ਸਾਹਿਬ ਨੂੰ ਪੇਸ਼ ਕਰਨੇ ਸ਼ੁਰੂ ਕੀਤੇ। ਜਿਸ ਵੇਲੇ ਗੁਰੂ ਹਰਗੋਬਿੰਦ ਸਿੰਘ ਜੀ ਦਾ ਸਮਾਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੱਕ, ਉਹ ਜਿਹੜਾ ਵਿਚਲਾ ਸਮਾਂ ਸੀਗਾ ਉਹ ਥੋੜ੍ਹਾ ਜਿਹਾ ਜੰਗਾਂ ਦਾ ਸਮਾਂ ਨਹੀਂ ਸੀਗਾ। ਉਸ ਵੇਲੇ ਜਿਹੜੇ ਜੰਗਾਂ ਦਾ ਸਮਾਂ ਘੱਟ ਹੋਣ ਦਾ ਕਰਕੇ ਜਿਹੜੇ ਉੱਧਰੋਂ ਸਿੰਘ ਜਿਹੜੇ ਉਹ ਮਾਰਵਾੜੀ ਰਾਜਪੂਤ ਆਏ ਸੀ ਹਥਿਆਰ ਬਣਾਉਣ ਵਾਸਤੇ, ਉਹਨਾਂ ਨੂੰ ਕੁਛ ਜਿਹੜੇ ਸੀਗਾ ਵਾਪਸ ਜਾਣ ਚਲੇ ਗਏ, ਜਾਂ ਉਹ ਹਥਿਆਰ ਬਣਾ ਕੇ ਰਾਜਿਆਂ ਮਹਾਰਾਜਿਆਂ ਨੂੰ ਦੇਣ ਲੱਗ ਪਏ। ਕਿਉਂਕਿ ਉਸ ਵੇਲੇ ਜਿਹੜੇ ਰਾਜੇ ਮਹਾਰਾਜੇ ਸੀਗੇ ਉਹ ਵੀ ਆਪਸ ਵਿੱਚ ਉਹਨਾਂ ਦੀਆਂ ਵੈਰ ਵਿਰੋਧ ਹੁੰਦੇ ਸੀਗੇ ਅਤੇ ਉਹਨਾਂ ਦੇ ਵੀ ਆਪਸ ਵਿੱਚ ਉਹ ਲੜਾਈਆਂ ਕਰਦੇ ਰਹਿੰਦੇ ਸੀਗੇ। ਇਸ ਕਰਕੇ ਜਿਹੜੇ ਹਥਿਆਰ ਕੁਛ ਉਹਨਾਂ ਨੂੰ ਦੇਣ ਲੱਗ ਪਏ ਅਤੇ ਇਸ ਤਰ੍ਹਾਂ ਉਹ ਟੁਕੜੀਆਂ ਦੇ ਵਿੱਚ ਵੰਡੇ ਗਏ। ਅੱਛਾ। ਅਤੇ ਕੁਛ ਜਿਹੜੇ ਵਾਪਸ ਵੀ ਜਾਣ ਲੱਗ ਪਏ। ਆਪਾਂ ਗੱਲ ਆਉਣਾ ਹੈਗਾ ਕਿ ਸਿਗਲੀਗਰਾਂ ਦਾ ਨਾਂ ਕਿੱਥੋਂ ਪਿਆ। ਬਿਲਕੁਲ। ਜਿਸ ਵੇਲੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਆਉਂਦਾ ਹੈ, ਉਸ ਵੇਲੇ ਫਿਰ ਜਿਸ ਵੇਲੇ ਉਹਨਾਂ ਨੂੰ ਪਤਾ ਲੱਗਦਾ ਕਿ ਵੀ ਹੁਣ ਫਿਰ ਨਗਾਰੇ ਦੀ ਚੋਟ ਵੱਜ ਗਈ ਆ, ਲੜਾਈਆਂ ਦਾ ਗੁਰੂ ਸਾਹਿਬ ਨੇ ਐਲਾਨ ਕਰ ਦਿੱਤਾ, ਉਹ ਫਿਰ ਜਿਹੜੇ ਹੈਗੇ ਆ ਵਾਪਸ ਆਉਣੇ ਸ਼ੁਰੂ ਹੋ ਗਏ। ਅੱਛਾ। ਉਹਨਾਂ ਦੇ ਵਿੱਚ ਉਹ ਦੱਸਦੇ ਆ ਕਿ ਜਿਹੜਾ ਰਾਮ ਸਿੰਘ, ਉਹਦਾ ਨਾਂ ਪਹਿਲਾਂ ਰਾਮ ਚੰਦ ਸੀ ਜਾਂ ਰਾਮ ਹੀ ਸੀਗਾ, ਉਹ ਕਿਉਂਕਿ ਸਿੰਘ ਤੋਂ ਬਾਅਦ ਵਿੱਚ ਜਿਸ ਵੇਲੇ ਅੰਮ੍ਰਿਤ ਛਕਦੇ ਉਸ ਵੇਲੇ ਉਹਨਾਂ ਦਾ ਨਾਮ ਰਾਮ ਸਿੰਘ ਹੁੰਦਾ। ਅਤੇ ਉਹ ਰਾਮ ਸਿੰਘ ਜਿਹੜਾ ਸੀਗਾ ਉਹ ਆਉਂਦਾ ਆ ਗੁਰੂ ਸਾਹਿਬ ਦੇ ਕੋਲ, ਅਤੇ ਉਹਨਾਂ ਦੇ ਨਾਲ ਉਹਨਾਂ ਨੇ ਉਹਨਾਂ ਦੇ ਆਪਣੇ ਜਿਹੜੇ ਹਥਿਆਰ ਆ ਪੇਸ਼ ਕੀਤੇ, ਉਹਨਾਂ ਦਿਖਾ ਲਿਆ ਆਪਣੇ ਵੀ ਆਹ ਜਿਹੜੇ ਹਥਿਆਰ ਅਸੀਂ ਬਣਾਏ ਹੈਗੇ ਆ। ਫਿਰ ਉਸ ਤੋਂ ਬਾਅਦ ਜਿਹੜੇ ਹੈਗੇ ਆ ਉਹ ਗੁਰੂ ਸਾਹਿਬ ਉਹਨਾਂ ਨੂੰ ਕਹਿੰਦੇ ਵੀ ਠੀਕ ਆ ਤੁਸੀਂ ਹਥਿਆਰ ਬਣਾਓ। ਇਹਦੇ ਨਾਲ ਹੋਰ ਵੀ ਆਉਣੇ ਜਿਹੜੇ ਸ਼ੁਰੂ ਹੋ ਗਏ। ਜਿਹੜੇ ਹਿਸਾਬ ਨਾਲ ਉਹ ਬਣਾਉਂਦੇ ਸੀਗੇ ਹਥਿਆਰ ਔਰ ਉਸ ਜੋਸ਼ ਨਾਲ ਜਾਂ ਆਪਣੇ ਪਿਆਰ ਦੇ ਨਾਲ ਉਹਨਾਂ ਨੂੰ ਸਿਕਲ ਕਰਦੇ ਸੀ, ਕਿਉਂਕਿ ਸਿਕਲ ਪੋਲਿਸ਼ ਕਰਦੇ ਸੀ। ਅਤੇ ਉਸ ਚੀਜ਼ ਨੂੰ ਦੇਖ ਕੇ ਗੁਰੂ ਸਾਹਿਬ ਨੇ ਉਹਨਾਂ ਦਾ ਨਾਂ ਜਿਹੜਾ ਸੀਗਾ ਉਹਨਾਂ ਨੂੰ ਇੱਕ ਖਿਤਾਬ ਦਿੱਤਾ ਸੀ ਸਿਕਲੀਗਰ ਦਾ, ਵੀ ਇਹ ਮੇਰੇ ਸਿਕਲੀਗਰ ਆ। ਇੱਥੋਂ ਉਹਨਾਂ ਨੂੰ ਜਿਹੜਾ ਸਿਕਲੀਗਰ ਕਿਹਾ ਜਾਂਦਾ। ਓਕੇ। ਸੋ ਸਿਕਲੀਗਰ ਸਿੱਖਾਂ ਦੀ ਜੇ ਆਪਾਂ ਗਿਣਤੀ ਦੇਖਦੇ ਹਾਂ ਇੰਡੀਆ ਦੇ ਵਿੱਚ, ਪਤਾ ਲੱਗਾ ਕਿ ਵੱਖ-ਵੱਖ ਪ੍ਰਦੇਸ਼ਾਂ ਦੇ ਵਿੱਚ ਹੈਗੇ, ਤਕਰੀਬਨ ਕਹਿੰਦੇ ਹਰ ਪ੍ਰਦੇਸ਼ ਦੇ ਵਿੱਚ ਹੀ ਆ। ਈਵਨ ਮੈਂ ਸੁਣ ਰਹੀ ਸੀ, ਮਾਫ਼ ਕਰਨਾ, ਹਰਪ੍ਰੀਤ ਕੌਰ ਖੁਰਾਣਾ, ਉਹਨਾਂ ਨੇ PhD ਕੀਤੀ ਆ, ਡਾਕਟਰ ਹਰਪ੍ਰੀਤ ਖੁਰਾਣਾ, ਜਿਹੜੇ ਖੁਦ ਇੱਕ ਐਡਵੋਕੇਟ ਵੀ ਆ। ਉਹਨਾਂ ਨੇ ਸਿਕਲੀਗਰ ਸਿੱਖਾਂ ਦੇ ਉੱਤੇ PhD ਕੀਤੀ ਆ, ਜਿਹਦੇ ਵਿੱਚ ਉਹ ਜ਼ਿਕਰ ਕਰਦੇ ਇਸ ਚੀਜ਼ ਦਾ ਕਿ ਤਕਰੀਬਨ ਹਰ ਸਟੇਟ ਦੇ ਵਿੱਚ ਸਿਕਲੀਗਰ ਸਿੱਖ ਰਹਿੰਦੇ ਆ। ਮਹਾਰਾਸ਼ਟਰ ਦੇ ਵਿੱਚ ਆ, ਮੱਧ ਪ੍ਰਦੇਸ਼ ਦੇ ਵਿੱਚ ਆ, ਪੰਜਾਬ 'ਚ ਆ, ਚੰਡੀਗੜ੍ਹ 'ਚ ਆ, ਹਿਮਾਚਲ 'ਚ ਆ, ਵੱਖ-ਵੱਖ ਥਾਵਾਂ 'ਤੇ ਰਹਿ ਰਹੇ ਹੈਗੇ ਆ। ਜਦੋਂ ਉਹਨਾਂ ਨੂੰ ਇਹ ਗੱਲ ਪੁੱਛੀ ਗਈ, ਕਿਸੇ ਨੇ ਪੁੱਛਿਆ ਉਹਨਾਂ ਨੂੰ ਕਿ ਵੀ ਤੁਸੀਂ ਤਾਂ ਇਹਦੇ 'ਤੇ ਰਿਸਰਚ ਕੀਤੀ ਹੈ, ਉਹ ਕਹਿੰਦੇ ਕਿ ਮੇਰੀ ਜਿਹੜੀ ਰਿਸਰਚ ਆ ਉਹ ਸਿਰਫ ਮੱਧ ਪ੍ਰਦੇਸ਼ 'ਤੇ ਹੀ ਫੋਕਸਡ ਹੈਗੀ ਆ, ਪਰ ਮੈਨੂੰ ਇਹ ਲੱਗਦਾ ਕਿ ਵੀ ਜਿੰਨੇ ਕੁ ਮੈਂ ਸੋਰਸਿਸ ਤੋਂ ਇਨਫੋਰਮੇਸ਼ਨ ਇਕੱਠੀ ਕੀਤੀ ਹੈ, ਪੂਰੇ ਇੰਡੀਆ ਦੇ ਵਿੱਚ 7 ਕਰੋੜ ਜਾਂ ਉਸ ਤੋਂ ਵੱਧ ਸਿਕਲੀਗਰ ਸਿੱਖ ਹੈਗੇ ਆ। ਤੁਹਾਡੇ ਜੇ ਆਪਾਂ ਜਿਹੜੀ ਰਿਸਰਚ ਦੀ ਗੱਲ ਕਰੀਏ, ਜੇ ਤੁਸੀਂ ਥੋੜ੍ਹਾ ਜਿਹਾ ਆਈਡੀਆ ਦੇ ਸਕੋ ਕਿ ਕਿੰਨੇ ਕੁ ਜਿਹੜੇ ਸਿਕਲੀਗਰ ਸਿੱਖ ਹੈਗੇ ਆ, ਅਤੇ ਉਸ ਤੋਂ ਗਾਂਹ ਫਿਰ ਆਪਾਂ ਅਗਲੀ ਗੱਲ ਵਧਾਉਂਦੇ ਹਾਂ। ਹਾਂਜੀ, ਇਹ ਇੱਕ ਦਇਆ ਸਿੰਘ ਭੌਣ ਦਾ ਲਿਖਿਆ ਹੋਇਆ ਲੇਖ, ਸ਼੍ਰੋਮਣੀ ਕਮੇਟੀ ਜਿਹੜੀ ਹੈਗੀ ਆ ਸਾਡੀ ਮੇਨ ਸੰਸਥਾ ਆ, ਉਹਦਾ ਮਾਸਿਕ ਪੱਤਰ ਇੱਕ ਨਿਕਲਦਾ, ਉਹਦੇ ਵਿੱਚ ਉਹਦਾ ਲੇਖ ਲਿਖਿਆ ਸੀ ਸ਼ਾਇਦ 2000 ਜਾਂ 2001 ਦੇ ਵਿੱਚ। ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਜਿਹੜੇ ਜਿਹੜੇ ਸਾਡੇ ਨਾਨਕ ਪੰਥੀ ਸਿੱਖ ਜਿਹੜੇ ਹੈਗੇ ਆ ਉਹ 2 ਕਰੋੜ ਜਾਂ 12 ਕਰੋੜ। 2 ਕਰੋੜ ਜਾਂ 12 ਕਰੋੜ? 2 ਕਰੋੜ, ਕਿਉਂਕਿ ਅਸੀਂ ਜਿਹੜੀ ਸਿੱਖਾਂ ਦੀ ਗਿਣਤੀ ਆ ਅਸੀਂ 2 ਕਰੋੜ ਅਸੀਂ ਗਿਣਦੇ ਹਾਂ ਆਪਣੇ ਆਪ। ਸੋ ਇਹ ਸਵਾਲੀਆ ਨਿਸ਼ਾਨ ਸੀ ਕਿ 2 ਕਰੋੜ ਜਾਂ 12 ਕਰੋੜ। ਉਹਦੇ ਵਿੱਚ ਉਹਨਾਂ ਨੇ ਥੋੜ੍ਹਾ ਜਿਹਾ ਡੀਟੇਲ ਦੇ ਵਿੱਚ ਲਿਖਿਆ ਸੀਗਾ।
ਉਹਨਾਂ ਨੇ ਲਿਖਿਆ ਸੀਗਾ ਕਿ ਜਿਹੜੇ ਸਿਗਲੀ ਘਰ ਹੈਗੇ ਆ ਉਹ ਹੈਗੇ 4 ਕਰੋੜ, ਅੱਛਾ। ਜਿਹੜੇ ਵਣਜਾਰੇ ਸਿੱਖ ਆ ਉਹ ਹੈਗੇ ਆ 6 ਕਰੋੜ, ਜਿਹੜੇ ਹੈਗੇ ਆ ਸਤਨਾਮੀ ਉਹ 1 ਕਰੋੜ, ਅੱਛਾ। ਉਸ ਤੋਂ ਬਾਅਦ ਰਵਿਦਾਸੀਏ, ਕਬੀਰ ਪੰਥੀ, ਸਿੰਧੀ, ਇਸ ਤਰ੍ਹਾਂ ਉਹਨਾਂ ਕਰਕੇ ਉਹਨਾਂ ਕੋਲ ਹੁਣ ਮੇਰੇ ਕੋਲ ਪੂਰੀ ਡਿਟੇਲ ਨਹੀਂ ਹੈਗੀ, ਪਰ ਉਹਨਾਂ ਨੇ ਇਸ ਤਰ੍ਹਾਂ ਕਰਕੇ ਉਹਨਾਂ ਨੇ ਜਿਹੜੇ 12 ਕਰੋੜ ਜਿਹੜੇ 10 ਕਰੋੜ ਜਿਹੜੇ ਇਹ ਸਿੱਖ ਜਿਹੜੇ ਸੀਗੇ ਇਹ ਇਸ ਹਿਸਾਬ ਨਾਲ ਜਿਹੜੇ ਹੈਗੇ ਆ 13 ਕਰੋੜ ਦੇ ਤਕਰੀਬਨ ਸਿੱਖ ਇਹ ਬਣ ਰਹੇ ਸੀਗੇ। ਅਤੇ ਅਸੀਂ 4 ਕਰੋੜ ਦੀ ਆਬਾਦੀ ਵੀ ਜੇ ਲੈ ਕੇ ਤੁਰੀਏ ਸਿਗਲੀ ਘਰਾਂ ਦੇ, ਅਤੇ ਜਦੋਂ ਇਸ ਚੀਜ਼ ਦਾ ਬੜਾ ਇੱਕ ਹੋਰ ਵੀ ਅਸੀਂ ਤਰ੍ਹਾਂ ਜੇ ਸੋਚੀਏ, ਜਿਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਇਹ ਆਰੰਭਤਾ ਹੀ ਕੀਤੀ ਆ, ਸਿੱਖੀ ਦਾ ਬੂਟਾ ਹੀ ਸ਼ੁਰੂ ਕੀਤਾ ਆ, ਅਤੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੀ 3 ਕਰੋੜ ਜਿਹੜੇ ਸਿੱਖਾਂ ਦੀ ਗਿਣਤੀ ਦੱਸੀ ਜਾਂਦੀ ਆ ਵੀ ਉਹ ਫੋਲੋਵਰ ਬਣ ਗਏ ਸੀਗੇ ਗੁਰੂ ਨਾਨਕ ਦੇਵ ਜੀ ਦੇ ਸਮੇਂ। ਹਾਂਜੀ, ਜੇ ਉਦੋਂ 3 ਕਰੋੜ ਸੀਗੇ, ਅਤੇ ਉਸ ਤੋਂ ਬਾਅਦ ਫਿਰ ਜਿਹੜੇ ਅਸੀਂ ਇੱਕ ਵਣਜਾਰਾ ਸਿੱਖ ਦੀ ਗੱਲ ਕਰਦੇ ਹਾਂ, ਹੁਣ ਵਣਜਾਰਾ ਸਿੱਖ ਦਾ ਵੀ ਇੱਥੇ ਜਿਹੜਾ ਹੈਗਾ ਨਾਂ ਜ਼ਰੂਰੀ ਬਣਦਾ ਇੱਥੇ ਜੀ। ਜਿਹੜੇ ਵਣਜਾਰੇ ਸੀਗੇ ਉਹ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੇ ਅੱਜ ਤੱਕ ਵੀ ਉਹ ਹੈਗੇ ਆ। ਅਸੀਂ ਜਦੋਂ ਹੋਂਦ ਵਿੱਚ ਆਏ ਆ, ਜਦੋਂ ਪਹਿਲਾ ਜਿਹੜਾ ਸਿੱਖ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਸਿੱਖ ਪਹਿਲਾ ਬਣਿਆ, ਉਹਦਾ ਨਾਂ ਸੀ ਭਾਈ ਮਨ ਸੁੱਖ, ਜਿਹੜਾ ਕਿ ਲਾਹੌਰ ਸ਼ਹਿਰ ਤੋਂ ਸੀ। ਓਕੇ। ਉਹਨਾਂ ਦਾ ਜਿਹੜਾ ਵਪਾਰ ਸੀਗਾ ਉਹ ਬਹੁਤ ਦੂਰ ਦੂਰ ਤੋਂ ਫੈਲਿਆ ਸੀਗਾ। ਉਹਨਾਂ ਦਾ ਵਪਾਰ ਸ਼੍ਰੀ ਲੰਕਾ ਤੱਕ ਸੀਗਾ। ਸ਼੍ਰੀ ਲੰਕਾ ਦੇ ਵਿੱਚ ਉਹ ਜਿਹੜਾ ਸ਼੍ਰੀ ਲੰਕਾ ਦਾ ਰਾਜਾ ਸੀਗਾ, ਉਹਨਾਂ ਦੇ ਨਾਲ ਵੀ ਉਹਨਾਂ ਦਾ ਵਪਾਰ ਚੱਲਦਾ ਸੀਗਾ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਦੱਸ ਕੇ ਜਿਹੜਾ ਸ਼ਿਵਨਾਭ ਸੀ ਸ਼੍ਰੀ ਲੰਕਾ ਦਾ ਰਾਜਾ ਸੀਗਾ, ਉਹਨੂੰ ਵੀ ਉਹਨਾਂ ਦਾ ਗੁਰੂ ਨਾਨਕ ਦੇਵ ਜੀ ਦਾ ਫੋਲੋਵਰ ਬਣਾਇਆ ਸੀ। ਉਹਨਾਂ ਦੇ ਵਣਜਾਰਿਆਂ ਦੀਆਂ ਇੱਦਾਂ ਬਹੁਤ ਵੱਡੇ ਵੱਡੇ ਕਾਫਲੇ ਹੁੰਦੇ ਸੀਗੇ। ਜਦੋਂ ਗੁਰੂ ਸਾਹਿਬ, ਇਹ ਦੱਸਿਆ ਜਾਂਦਾ, ਇਤਿਹਾਸ ਵਿੱਚ ਦੱਸਿਆ ਜਾਂਦਾ, ਬੁੱਕ ਮੇਰੇ ਕੋਲ ਇੱਕ ਹੈਗੀ, ਇਹਦੇ ਵਿੱਚ ਵੀ ਦੱਸਿਆ, ਉਹਨਾਂ ਨੇ ਲਿਖਿਆ, ਜ਼ਿਕਰ ਕੀਤਾ ਆ ਕਿ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਉਦਾਸੀਆਂ 'ਤੇ ਵੀ ਜਾਂਦੇ ਸੀਗੇ, ਉਹ ਵੀ ਕਾਫਲਿਆਂ ਦੇ ਵਿੱਚ ਜਾਂਦੇ ਸੀ ਜੀ। ਉਹਨਾਂ ਜਿਹੜੇ ਵਣਜਾਰੇ ਕਾਫਲਿਆਂ ਦੇ ਸੀਗੇ ਨਾ, ਉਹਨਾਂ ਦੇ ਜਾਂਦੇ ਸੀਗੇ ਵਪਾਰ ਕਰਨ, ਉਹਨਾਂ ਦੇ ਰਾਹੀਂ ਜਾਂਦੇ ਸੀ। ਉਹਨਾਂ ਦੇ ਨਾਲ ਕੀ ਹੁੰਦਾ ਸੀਗਾ, ਨਾਲੇ ਤਾਂ ਉਹ ਆਪਣਾ ਸਿੱਖੀ ਦਾ ਪ੍ਰਚਾਰ ਕਰਦੇ ਜਾਂਦੇ ਸੀ, ਅਤੇ ਨਾਲ ਹੀ ਜਿਹੜਾ ਉਹਨਾਂ ਦੀ ਜਿਹੜੀ ਆ ਜਿਹੜਾ ਤੁਰਨ ਦਾ ਸਮਾਂ ਜਾਂ ਜਿਹੜਾ ਵੀ ਤੁਸੀਂ ਕਹਿ ਲਓ ਵੀ ਉਹ ਜਿਹੜਾ ਹੈਗਾ ਉਹ ਉਹਨਾਂ ਦਾ ਹੁੰਦਾ ਸੀਗਾ। ਉਸ ਤੋਂ ਬਾਅਦ ਜਿਹੜੇ ਹੈਗੇ ਆ 6ਵੇਂ ਗੁਰੂ ਪਾਤਸ਼ਾਹ, ਉਹਨਾਂ ਦਾ ਵੀ ਦੱਸਿਆ ਗਿਆ ਕਿ ਉਹ ਦੱਖਣ ਵੱਲ ਗਏ ਆ, ਉਹ ਵੀ ਕਾਫਲਿਆਂ ਦੇ ਵਿੱਚ ਗਏ ਆ ਜਿਹੜੇ ਵਣਜਾਰਿਆਂ ਦੇ ਵਿੱਚ। ਇਹ ਸਾਰੇ ਗੁਰੂ ਸਾਹਿਬਾਨਾਂ ਦੇ ਸਮੇਂ ਜਿਹੜੇ ਹੈਗੇ ਵਣਜਾਰੇ ਜਿਹੜੇ ਸੀਗੇ ਉਹ ਨਾਲ ਰਲਦੇ ਗਏ ਆ ਅਤੇ ਉਹ ਫੋਲੋਅਰ ਬਣਦੇ ਗਏ ਆ। ਇਹੀ ਕਾਰਨ ਸੀ ਕਿ ਜਿਸ ਵੇਲੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਾ ਜਿਸ ਵੇਲੇ ਉਹਨਾਂ ਦਾ ਹੁੰਦਾ ਆ, ਉਹਨਾਂ ਦਾ ਸ਼ਹਾਦਤ ਹੁੰਦੀ ਆ, ਉਸ ਵੇਲੇ ਉਹ ਜਿਹੜਾ ਉਹਨਾਂ ਦਾ ਨਾਂ ਸੀਗਾ ਭਾਈ, ਮੇਰੇ ਦਿਮਾਗ 'ਚੋਂ ਨਿਕਲ ਗਿਆ, ਇੱਕ ਮੱਖਣ ਸ਼ਾਹ ਲਵਾਣਾ ਸੀਗਾ, ਅਤੇ ਹਾਂਜੀ ਲੱਖੀ ਸ਼ਾਹ ਵਣਜਾਰਾ, ਹਾਂਜੀ ਲੱਖੀ ਸ਼ਾਹ ਵਣਜਾਰਾ, ਉਹਨਾਂ ਨੂੰ ਪਹਿਲਾਂ ਪਤਾ ਸੀ ਵੀ ਇਹਨਾਂ ਨੂੰ ਸ਼ਹੀਦ ਕਰ ਰਿਹਾ। ਉਹਨਾਂ ਨੇ ਸਾਰੇ ਦਾ ਸਾਰਾ ਪਹਿਲਾਂ ਉਹਨਾਂ ਬਣਾਇਆ ਸੀ ਵੀ ਕਿੱਦਾਂ, ਕਿਉਂਕਿ ਉਹਨਾਂ ਨੇ ਕੀ ਜਿਹੜਾ ਸੀਗਾ ਬਾਦਸ਼ਾਹ ਦਾ ਜਿਹੜਾ ਸੀਗਾ, ਉਹਨਾਂ ਦਾ ਸੀਗਾ ਹੁਕਮ ਕਿ ਅਸੀਂ ਉਹਨਾਂ ਦੇ 4 ਟੋਟੇ ਕਰਕੇ ਚਾਰੇ ਦਿੱਲੀ ਦੇ 4 ਪਾਸਿਆਂ ਦੇ ਵਿੱਚ ਅਸੀਂ ਘਰ ਰੱਖਣੇ ਆ। ਪਰ ਸਿੱਖਾਂ ਦੀ ਇਹ ਸੀਗਾ ਵੀ ਅਸੀਂ ਇਹ ਹੋਣ ਨਹੀਂ ਦੇਣਾ। ਅਤੇ ਉਹੀ ਇੱਕ ਸੀਗਾ, ਕਿਉਂਕਿ ਉਹਨਾਂ ਨੇ ਜਿਸ ਵੇਲੇ ਉਹਨਾਂ ਦਾ ਸੀਸ ਕਤਲੇਆਮ ਹੁੰਦਾ ਆ, ਉਸ ਵੇਲੇ ਉਹਨਾਂ ਨੇ ਜਿਹੜੇ ਸੀਗੇ ਆਪਣੇ ਜਿਹੜੇ ਆ ਚਾਲੇ ਪਾਤੇ, ਕਿਉਂਕਿ ਹਜ਼ਾਰਾਂ ਦੀਆਂ ਗਿਣਤੀਆਂ ਦੇ ਵਿੱਚ ਉਹਨਾਂ ਦੇ ਗੱਡੇ ਹੁੰਦੇ ਸੀਗੇ, ਅਤੇ ਇੰਨੀ ਧੂੜ ਉੱਡੀ ਕਿ ਉਹਨਾਂ ਨੇ ਜਿਹੜਾ ਸੀਗਾ ਉਹ ਧੜ ਉਠਾਇਆ ਅਤੇ ਗੱਡੇ ਦੇ ਵਿੱਚ ਪਾਇਆ, ਅਤੇ ਆਪਣੇ ਘਰ ਲਿਜਾ ਕੇ ਹਕੂਮਤ ਤੋਂ ਮਤਲਬ ਵੀ ਪਤਾ ਨਾ ਲੱਗੇ, ਉਹਨਾਂ ਨੇ ਜਿਹੜਾ ਘਰ ਨੂੰ ਅੱਗ ਲਗਾਤੀ। ਆਪਾਂ ਸਾਰੇ ਇਤਿਹਾਸ ਤੋਂ ਇਸ ਤੋਂ ਜਾਣੂ ਹਾਂ। ਬਿਲਕੁਲ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹੁਣ ਤੱਕ ਜਿਹੜੀ ਗੁਰਦੀਪ ਸਿੰਘ ਸਮਰਾ ਉਹਨਾਂ ਨੇ ਗੱਲਬਾਤ ਆਪਣਾ ਕੀਤੀ ਆ, ਬੈਕਗਰਾਊਂਡ ਦੱਸੀ ਹੈ, ਇਤਿਹਾਸ ਥੋੜ੍ਹਾ ਜਿਹਾ ਦੱਸਿਆ ਕਿ ਸਿੱਖਲੀਗਰ ਸਿੱਖ ਕੌਣ ਸਨ, ਉਹ ਕੀ ਕੰਮ ਕਰਿਆ ਕਰਦੇ ਸਨ, ਉਹਨਾਂ ਦੀ ਕਿੰਨੀ ਕੁ ਜਿਹੜੀ ਗਿਣਤੀ ਸੀ, ਕਿਸ ਤਰ੍ਹਾਂ ਦੀ ਉਹ ਸ਼ਰਧਾ ਸੀ ਉਹਨਾਂ ਦੀ। ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਹੁਣ ਅਸੀਂ ਫੋਕਸ ਕਰਨਾ ਕਿ ਇਹਨਾਂ ਵੱਲੋਂ ਜਿਹੜੀ ਸਿੱਖ ਕਾਉਂਸਲ ਆਫ ਸਕਾਟਲੈਂਡ ਬਣਾਈ ਗਈ ਹੈ, ਉਹਦਾ ਪਰਪਸ ਕੀ ਹੈ, ਉਹ ਕੀ ਕਰ ਰਹੀ ਹੈ,
ਬੜੀ ਇੰਟਰਸਟਿੰਗ ਇਹਨਾਂ ਨੇ ਇਨਫੋਰਮੇਸ਼ਨ ਮੇਰੇ ਨਾਲ ਆਫ ਦਾ ਏਅਰ ਸਾਂਝੀ ਕੀਤੀ ਹੈ। ਦੈਟਸ ਵਾਈ ਅੱਜ ਇਹ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ। ਉਹ ਵੀ ਤੁਹਾਡੇ ਨਾਲ ਮੈਂ ਜ਼ਰੂਰ ਸਾਂਝੀ ਕਰਨਾ ਚਾਹੁੰਦੀ ਹਾਂ, ਪਰ ਇਹਨਾਂ ਦੀ ਜ਼ੁਬਾਨੀ ਆਪਾਂ ਸਾਰੀਆਂ ਗੱਲਾਂ ਡਿਟੇਲ ਦੇ ਵਿੱਚ ਸੁਣਾਂਗੇ ਕਿ ਮੱਧ ਪ੍ਰਦੇਸ਼ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੇ ਉਹ ਲੋਕ ਲੋਕੇਟ ਕੀਤੇ ਆ, ਕਿੱਦਾਂ ਦੀ ਉਹਨਾਂ ਦੀ ਸਿਚੁਏਸ਼ਨ ਹੈ, ਕਿਸ ਤਰ੍ਹਾਂ ਉਹਨਾਂ ਨੂੰ ਅਪਲਿਫਟ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕਿ ਮੈਂ ਸਿੱਖ ਕੌਂਸਲ ਆਫ ਸਕਾਟਲੈਂਡ ਬਾਰੇ ਇਹਨਾਂ ਕੋਲੋਂ ਪੁੱਛਾਂ, ਇੱਕ ਸਵਾਲ ਮੇਰਾ ਹੋਰ ਜ਼ਰੂਰ ਪੁੱਛਣਾ ਬਣਦਾ ਹੈ। ਉਹ ਮੈਂ ਗੁਰਦੀਪ ਜੀ ਜ਼ਰੂਰ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ। ਉਹ ਇਹ ਕਿ ਜਿੱਥੇ ਸਿਕਲੀਗਰ ਸਿੱਖਾਂ ਦੀ ਐਡੀ ਵੱਡੀ ਗਿਣਤੀ ਦੀ ਗੱਲ ਕਰ ਰਹੇ ਹਾਂ ਆਪਾਂ, ਭਾਵੇਂ ਜਿਹੜੇ ਅੰਕੜੇ ਵੱਖ-ਵੱਖ ਕਿਤਾਬਾਂ ਨੇ ਉਹ ਵੱਖੋ ਵੱਖਰੇ ਦਿਖਾ ਰਹੀਆਂ ਨੇ, ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਜੇ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਹੈਗੇ ਆ, ਅਸੀਂ ਫਿਰ ਵੰਡੀਆਂ ਪਾ ਲਈਆਂ, ਅਸੀਂ ਉਹਨਾਂ ਸਿੱਖਾਂ ਨੂੰ ਸਿਕਲੀਗਰ ਜਾਂ ਕਿਸੇ ਹੋਰ ਕੈਟੇਗਰੀ ਦੇ ਵਿੱਚ ਰੱਖ ਲਿਆ। ਗੁਰਬਾਣੀ ਆ ਜਿਹੜੀ ਸਾਨੂੰ ਜਾਤਾਂ ਪਾਤਾਂ ਜਾਂ ਇਸ ਤਰ੍ਹਾਂ ਦੀਆਂ ਵੰਡੀਆਂ ਤੋਂ ਵੱਖ ਕਰਦੀ ਹੈ। ਪਰ ਮੈਂ ਇਹ ਸਮਝਣਾ ਚਾਹੁੰਦੀ ਹਾਂ ਕਿ ਵੀ ਇਹ ਐਡੀ ਵੱਡੀ ਕਮਿਊਨਿਟੀ ਨੂੰ ਸਿੱਖਾਂ ਨੇ ਸਿੱਖਾਂ ਨਾਲੋਂ ਹੀ ਅੱਡ ਕਰਕੇ ਰੱਖ ਦਿੱਤਾ, ਇਹ ਕਿਵੇਂ ਹੋ ਗਿਆ? ਇਹ ਕੌਮ ਦੀ ਤਰਾਸਦੀ ਰਹੀ ਆ ਜੀ। ਕੌਮ ਨੇ ਕਦੇ ਵੀ ਜਿਹੜਾ ਹੈਗਾ ਆ ਜਿਹੜੇ ਸਾਡੇ ਉਹ ਸਿਕਲੀਗਰ ਜਿਹੜਿਆਂ ਦੀ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਨੂੰ ਅਪਣਾਇਆ ਹੀ ਨਹੀਂ। ਉਹਦੇ ਕਾਰਨ ਕੀ ਹੋ ਸਕਦੇ ਆ, ਤੁਸੀਂ ਕੋਈ ਵੀ ਅੰਦਾਜ਼ਾ ਜਿਹੜਾ ਲਾਉਣਾ ਆ ਬੜਾ ਔਖਾ ਆ। ਤੁਸੀਂ ਸਿੱਖਾਂ ਦੀਆਂ ਆਪਸ ਵਿੱਚ ਹੀ ਜਿਹੜੀਆਂ ਹੈਗੀਆਂ ਚੌਧਰਾਂ ਉਹਨਾਂ ਨੂੰ ਕਹਿ ਸਕਦੇ ਆ, ਅਤੇ ਜਾਂ ਉਹਨਾਂ ਨੂੰ ਉਹ ਇੰਨੇ ਗਰੀਬ ਆ ਕਿ ਉਹਨਾਂ ਕੋਲ ਸਾਨੂੰ ਕੋਈ ਬੈਨੀਫਿਟ ਨਹੀਂ ਹੋਣਾ, ਉਹਨਾਂ ਨੂੰ ਸਾਨੂੰ ਸ਼ਾਇਦ ਦੇਣਾ ਹੀ ਪਵੇ। ਇਸ ਕਰਕੇ ਸ਼ਾਇਦ ਇਹ ਜਿਹੜੀ ਹੈਗੀ ਸਾਡੀ ਕੌਮ ਆ ਜਿਹੜੀ ਆ ਇਹ ਉਹਨਾਂ ਨੂੰ ਨਹੀਂ ਦੇਖ ਰਹੀ। ਪਰ ਇੱਕ ਚੀਜ਼ ਦਾ ਮੈਂ ਇੱਥੇ ਹੁਣ ਜ਼ਰੂਰੀ, ਤੁਸੀਂ ਕੁਐਸਚਨ ਪੁੱਛਿਆ, ਬਹੁਤ ਡੂੰਘਾ ਕੁਐਸਚਨ ਆ। ਮੈਂ ਇਸ ਗੱਲ ਦੀ ਮੇਰਾ ਦਿਲ ਗਵਾਹੀ ਦਿੰਦਾ, ਜਿਹੜੇ ਸਾਡੇ ਨਾਲ 1984 ਦੇ ਵਿੱਚ ਕੁਛ ਵਾਪਰਿਆ, ਜੇ ਅਸੀਂ ਉਹ ਸਿੱਖਾਂ ਨੂੰ ਆਪਣੇ ਨਾਲ ਉਹਨਾਂ ਦੀ ਬਾਂਹ ਫੜੀ ਹੁੰਦੀ, ਉਹਨਾਂ ਨੂੰ ਆਪਣੇ ਨਾਲ ਰਲਾਇਆ ਹੁੰਦਾ ਤਾਂ ਸ਼ਾਇਦ ਉਹ ਨਾ ਵਾਪਰਦਾ। ਕਿਵੇਂ? ਕਿਉਂਕਿ ਅੱਜ ਅਸੀਂ 2 ਕਰੋੜ ਅਸੀਂ ਆਪਣੇ ਆਪ ਨੂੰ ਬੈਠੇ, ਅਸੀਂ ਘੱਟ ਗਿਣਤੀ ਦੇ ਵਿੱਚ ਹੋ ਕੇ ਬੈਠੇ ਹਾਂ। ਜੇ ਉਹੀ ਗਿਣਤੀ ਸਾਡੀ 14 ਕਰੋੜ ਹੁੰਦੀ, ਸਾਡੀ 14% ਹੁੰਦੀ, ਸਾਡੇ ਬੱਚੇ ਜਿਹੜੇ ਆ ਅਸੀਂ ਉਹਨਾਂ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਹੁੰਦਾ, ਪਰ ਪੜ੍ਹਾਈ ਲਿਖਾਈ ਤਾਂ ਅਸੀਂ ਅੱਜ ਵੀ ਅਸੀਂ ਬਹੁਤ ਪਿੱਛੇ ਬੈਠੇ ਹਾਂ, ਕਿਸੇ ਅਹੁਦਿਆਂ 'ਤੇ ਬੈਠੇ ਹੁੰਦੇ। ਹੁਣ ਮੈਂ ਅੱਜ ਤੁਹਾਨੂੰ ਇੱਕ ਗੱਲ ਇਹਦੇ ਨਾਲ ਦੀ ਬਹੁਤ ਜੁੜਵੀਂ ਗੱਲ ਆ। ਕੱਲ੍ਹ ਦਾ ਆਪਣੇ ਜਿਹੜੇ ਮਾਨ ਸਾਹਿਬ ਆ ਜਿਹੜੇ ਅਕਾਲੀ ਸ਼੍ਰੋਮਣੀ ਜਿਹੜੇ ਹੈਗੇ ਸਿਮਰਜੀਤ ਸਿੰਘ ਮਾਨ ਹੋਣੀ, ਹਾਂਜੀ, ਉਹਨਾਂ ਨੇ ਕੱਲ੍ਹ ਬਿਆਨ ਦਿੱਤਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ DIG ਤੋਂ ਉੱਪਰ ਜਾਂ DIG ਤੋਂ ਲੈ ਕੇ ਇੱਕ ਵੀ ਸਿੱਖ ਨਹੀਂ ਹੈਗਾ, ਭਗਤ ਕੇਸਧਾਰੀ ਇੱਕ ਵੀ ਨਹੀਂ ਹੈਗਾ, ਜਿਹੜਾ ਕਿ ਸਾਡੇ ਕੌਮ ਦੇ ਲਈ ਇੱਕ ਬਹੁਤ ਵੱਡੀ ਸ਼ਰਮਨਾਕ ਗੱਲ ਆ। ਅਤੇ ਅਸੀਂ ਗੱਲਾਂ ਕਰਦੇ ਵੱਡ ਵੱਡੀਆਂ, ਅਸੀਂ ਲੰਗਰ ਚਲਾਉਂਦੇ ਹਾਂ, ਅਸੀਂ ਬਹੁਤ ਕੁਛ ਕਰਦੇ ਹਾਂ, ਪਰ ਸਾਡਾ ਖਿਆਲ ਕਿੱਧਰ ਗਿਆ ਆ ਉਹ ਸਾਨੂੰ ਨਹੀਂ ਪਤਾ। ਸੀ ਉਹ ਤਾਂ ਕੌਮ ਹੀ ਉਹਦਾ ਜਵਾਬ ਦੇ ਸਕਦੀ ਆ। ਜਾਂ ਜਿਹੜੇ ਅਸੀਂ ਜਾ ਕੇ ਗੁਰਦੁਆਰਿਆਂ ਦੇ ਵਿੱਚ ਅਸੀਂ ਚੜ੍ਹਾਵੇ ਵੀ ਬਹੁਤ ਚੜ੍ਹਾਉਂਦੇ ਹਾਂ, ਬਹੁਤ ਕੁਛ ਕਰਦੇ ਹਾਂ ਅਸੀਂ, ਸਾਡੇ ਵੱਡੇ ਵੱਡੇ ਗੁਰੂ ਘਰ ਵੀ ਬਣੇ ਆ, ਸੋਨੇ ਵੀ ਲੱਗੇ ਆ, ਪਰ ਅਸੀਂ ਉਸ ਕੌਮਾਂ ਨੂੰ ਅਸੀਂ ਦੇਖ ਹੀ ਨਹੀਂ ਸਕਦੇ, ਉਹਨਾਂ ਦੇ ਬੱਚਿਆਂ ਨੂੰ ਅਸੀਂ ਦੇਖ ਨਹੀਂ ਸਕਦੇ। ਅਤੇ ਸਾਡੀ ਇਹ ਆਉਣ ਵਾਲੀ ਜਿਹੜੀ ਹਾਲਾਤ ਸ਼ਾਇਦ ਉਦੋਂ ਵੀ ਵਾਰਸ ਹੋਣਗੇ ਜੇ ਅਸੀਂ ਅੱਜ ਨਾ ਜਾਗੇ ਤਾਂ। ਤੁਹਾਨੂੰ ਕੀ ਲੱਗਦਾ ਕਿ ਗੁਰੂ ਨਾਨਕ ਦੇ ਸੁਨੇਹੇ ਤੋਂ ਅਸੀਂ ਭਟਕ ਗਏ ਹਾਂ? ਬਹੁਤ ਦੂਰ ਹਾਂ ਜੀ, ਬਹੁਤ ਦੂਰ ਹਾਂ। ਅਸੀਂ ਤਾਂ ਉਹਦੇ ਨੇੜੇ ਤੇੜੇ ਵੀ ਨਹੀਂ ਹੈਗੇ ਜੀ। ਅਸੀਂ ਕਹਿੰਦੇ ਹਾਂ ਅਸੀਂ ਆਪਣੇ ਆਪ ਨੂੰ ਅਸੀਂ ਗੁਰੂ ਨਾਨਕ ਦੇ ਸਿੱਖ ਹੈਗੇ ਹਾਂ, ਪਰ ਜੇ ਸਿੱਖੀ ਸਿਧਾਂਤਾਂ ਨੂੰ ਜਾਣੀਏ ਤਾਂ ਅਸੀਂ ਬਹੁਤ ਦੂਰ ਹਾਂ ਅਸੀਂ ਉਸ ਤੋਂ। ਸੋ ਬਹੁਤ ਗਿਣਤੀ ਸਿੱਖਾਂ ਦੀ ਗੱਲ ਤੁਸੀਂ ਕਰ ਰਹੇ ਹੋ? ਇਹ ਮੈਜੋਰਟੀ ਦੀ, ਹਾਂਜੀ। ਸਾਡੇ ਸੁਣਨ ਵਾਲੇ ਜੇ ਸ਼ਾਮਿਲ ਹੋਣਾ ਚਾਹੁੰਦੇ ਇਸ ਗੱਲਬਾਤ ਦੇ ਵਿੱਚ 6042040600 ਟੈਲੀਫੋਨ ਨੰਬਰ ਹੈ, 604-204-0600। ਮੇਰੇ ਨਾਲ ਕੁਝ ਸਮੇਂ ਦੇ ਲਈ ਗੁਰਦੀਪ ਸਿੰਘ ਸਮਰਾ ਜੀ ਸਟੂਡੀਓ ਦੇ ਵਿੱਚ ਨੇ, ਸੋ ਤੁਹਾਡਾ ਕੋਈ ਸਵਾਲ ਹੈਗਾ ਤੁਸੀਂ ਜ਼ਰੂਰ ਇਹਨਾਂ ਨੂੰ ਸਿੱਧਾ ਸਵਾਲ ਕਰ ਸਕਦੇ ਹੋ। ਹੁਣ ਗੱਲ ਕਰੀਏ ਸਿੱਖ ਕੌਂਸਲ ਆਫ ਸਕਾਟਲੈਂਡ ਦੀ, ਜਿਹਦੇ ਨਾਲ ਤੁਸੀਂ ਜੁੜੇ ਹੋਏ ਹੋ, ਜਿਹੜੇ ਸਿਕਲੀਗਰ ਸਿੱਖਾਂ ਦੀ ਮੱਧ ਪ੍ਰਦੇਸ਼ ਦੇ ਵਿੱਚ ਅਪਲਿਫਟਮੈਂਟ ਦੇ ਲਈ ਕੋਸ਼ਿਸ਼ ਕਰ ਰਹੇ ਆ ਜੀ। ਥੋੜ੍ਹਾ ਇਸ ਕੌਂਸਲ ਬਾਰੇ ਦੱਸੋ ਕਿ ਇਹਦੀ ਫਾਰਮੇਸ਼ਨ ਕਿਵੇਂ ਹੋਈ ਅਤੇ ਇਹਦਾ ਪਰਪਜ਼ ਕੀ ਹੈ? ਜਿਵੇਂ ਕਿ ਮੈਂ ਪਹਿਲਾਂ ਬਿਗਨਿੰਗ ਦੇ ਵਿੱਚ ਹੀ ਦੱਸਿਆ ਸੀਗਾ ਕਿ ਜਿਹੜਾ ਮਾਸਕ ਪੱਤਰ ਆਇਆ ਸੀਗਾ ਉੱਥੋਂ ਹੀ ਜਾਗ ਲੱਗਾ ਇਸੇ ਸੰਸਥਾ ਦਾ ਵੀ। ਉਸ ਮਾਸਕ ਪੱਤਰ ਦੇ ਵਿੱਚ ਜਿਹੜਾ ਇੱਕ ਲੇਖ ਛਪਿਆ ਸੀ ਕਿ ਸਿੱਖ 2 ਕਰੋੜ ਜਾਂ 12 ਕਰੋੜ, ਹਾਂਜੀ, ਉੱਥੋਂ ਜਾਗ ਲੱਗਾ। ਉੱਥੋਂ ਸਾਡੇ ਜਿਹੜੇ ਪਹਿਲੇ ਜਿਹੜੇ ਫਾਊਂਡਰ ਮੈਂਬਰ ਸੀਗੇ ਉਹਨਾਂ ਨੇ ਉਹ ਪੱਤਰ ਪੜ੍ਹਿਆ
ਪੜ੍ਹ ਕੇ ਅਤੇ ਇੱਕ ਦੋ ਜਿਹੜੇ ਵੈਰੀ ਕਲੋਜ਼ ਫਰੈਂਡ ਸੀਗੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਵੀ ਕੀ ਆਪਾਂ ਨੂੰ ਇਹਦੇ ਬਾਰੇ ਪਤਾ ਕਰਨਾ ਚਾਹੀਦਾ, ਆਪਾਂ ਜੋ ਵੀ ਕੁਛ ਕਰ ਸਕਦੇ ਹਾਂ, ਕਿਉਂਕਿ ਐਕਚੁਅਲੀ ਜਿਹੜਾ ਸਿੱਖ ਦਾ ਫਰਜ਼ ਇਹ ਬਣਦਾ ਆ ਵੀ ਇਹ ਸਾਡਾ ਕੋਈ ਸਿੱਖ ਵੀਰ, ਸਾਡਾ ਸਿੱਖ ਭਰਾ ਕੋਈ ਦੁਖੀ ਹਾਲਾਤ ਦੇ ਵਿੱਚ ਆ ਜਾਂ ਬਹੁਤ ਉਹ ਗਰੀਬੀ ਰੇਖਾ ਤੋਂ ਥੱਲੇ ਆ, ਤਾਂ ਸਾਡਾ ਫਰਜ਼ ਬਣਦਾ ਉਹਦੀ ਬਾਂਹ ਫੜਨ ਦਾ। ਇਸ ਵਿਸ਼ੇ ਨੂੰ ਲੈ ਕੇ ਉਹਨਾਂ ਨੇ ਆਪ ਖੁਦ ਜਾ ਕੇ ਪਹਿਲਾਂ ਤਾਂ ਇੱਕ ਲੁਧਿਆਣੇ ਦੇ ਵਿੱਚ ਸੁਖਦੇਵ ਸਿੰਘ ਲਾਜ ਸੀਗੇ, ਉਹਨਾਂ ਨੂੰ ਮਿਲੇ, ਕਿਉਂਕਿ ਉਹ ਜਿਹੜੇ ਸੀ ਉਸ ਵੇਲੇ ਜਿਹੜੇ ਇਹ ਮਾਸਕ ਪੱਤਰ ਵਾਲੇ ਜਿਹੜੇ ਲੇਖਕ ਸੀਗੇ ਉਹਨਾਂ ਦੇ ਨਾਲ ਜੁੜੇ ਹੋਏ ਸੀਗੇ। ਓਕੇ। ਉਹਨਾਂ ਨੇ ਸਾਨੂੰ ਜਿਹੜਾ ਸੀਗਾ ਕੰਟੈਕਟ ਦਿੱਤਾ ਬਲਦੇਵ ਸਿੰਘ ਮਲਕੀਤ ਸਿੰਘ ਬਾਲ ਉਹਨਾਂ ਦਾ, ਉਹਨਾਂ ਨੂੰ ਜਾ ਕੇ ਮਿਲੇ। ਉਹ ਆਪਣੇ ਤੌਰ 'ਤੇ ਉੱਥੇ ਉਸ ਵੇਲੇ ਥੋੜ੍ਹਾ ਬਹੁਤ ਜਿਹੜਾ ਸੀਗਾ ਉਹਨਾਂ ਲੋਕਾਂ ਦੇ ਵਿੱਚ ਹੀ ਉਹ ਵੀ ਉਹ ਸੇਵਾ ਕਰਦੇ ਸੀਗੇ, ਉਹਨਾਂ ਦੇ ਆਪਸ ਵਿੱਚ ਉਹ ਆਪਣਾ ਤਾਂ ਉਹਨਾਂ ਦਾ ਬਿਜ਼ਨਸ ਸੀ, ਪਰ ਉਹਨਾਂ ਨੂੰ ਕੋਸ਼ਿਸ਼ ਕਰਦੇ ਸੀ ਕਿ ਕਿਸੇ ਤਰ੍ਹਾਂ ਉਹਨਾਂ ਨੂੰ ਵੀ ਅਪਲਿਫਟ ਕੀਤਾ ਜਾਵੇ। ਉਹਨਾਂ ਦੇ ਮਨ ਦੇ ਵਿੱਚ ਵੀ ਸਿੱਖੀ ਭਾਵਨਾ ਸੀ। ਉਹਨਾਂ ਨੂੰ ਜਾ ਕੇ ਮਿਲੇ। ਜਿਸ ਵੇਲੇ ਉੱਥੇ ਜਾ ਕੇ ਸਰਵੇ ਕੀਤਾ, ਦੇਖਿਆ ਕਿ ਕਾਫੀ ਜਿੱਦਾਂ ਬਹੁਤ ਹੀ ਇਹ ਕਹਿ ਲਓ ਵੀ ਪਾਣੀ ਦਾ ਵੀ ਹਾਲਤ ਉੱਥੇ ਪਾਣੀ ਪੀਣ ਯੋਗ ਵੀ ਨਹੀਂ ਸੀਗਾ, ਰੋਟੀ ਖਾਣ ਲਈ ਨਹੀਂ ਉਹਨਾਂ ਕੋਲ, ਪਰ ਉਹ ਆਪਣੇ ਜਿੱਦਾਂ ਵੀ ਉਹ ਰਹਿ ਰਹੇ ਸੀਗੇ ਉਹਨਾਂ ਦੇ ਨਾਲ। ਉਹਨਾਂ ਨੂੰ ਕੋਲੋਂ ਜਦੋਂ ਵੇਲੇ ਕੁਐਸਚਨਰ ਕੀਤਾ ਗਿਆ, ਪੁੱਛਿਆ ਗਿਆ ਵੀ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਜੇ ਅਸੀਂ ਤੁਹਾਡੀ ਸੇਵਾ ਕਰਨੀ ਚਾਹੀਏ ਤਾਂ ਕਿਵੇਂ ਕੀਤੀ ਜਾਵੇ। ਇਹ ਮੱਧ ਪ੍ਰਦੇਸ਼ ਦੀ ਗੱਲ ਹੈ। ਮੱਧ ਪ੍ਰਦੇਸ਼ ਦੀ ਗੱਲ। ਉਹਨਾਂ ਨੇ ਕਿਹਾ ਜੀ ਸਾਨੂੰ ਸਭ ਤੋਂ ਪਹਿਲਾਂ ਉਹਨਾਂ ਦੀ ਇਹ ਸੀ ਕਿ ਵੀ ਸਾਨੂੰ ਤੁਸੀਂ ਗੁਰਦੁਆਰਾ ਬਣਾ ਕੇ ਦਿਓ, ਅਸੀਂ ਗੁਰੂ ਤੋਂ ਬਹੁਤ ਚਿਰਾਂ ਤੋਂ ਅਸੀਂ ਟੁੱਟੇ ਹਾਂ। ਅੱਛਾ। ਅਤੇ ਅਸੀਂ ਗੁਰੂ ਦੇ ਨਾਲ ਫੇਰ ਜੋੜਨਾ ਚਾਹੁੰਦੇ ਹਾਂ। ਉੱਥੇ ਉਸ ਇਲਾਕੇ 'ਚ ਕੋਈ ਗੁਰਦੁਆਰਾ ਨਹੀਂ ਸੀ? ਨਹੀਂ। ਉਹਨਾਂ ਦੀ ਮੈਂ ਤੁਹਾਨੂੰ ਥੋੜ੍ਹੀ ਜਿਹੀ ਇੱਕ ਹੋਰ, ਕਿਉਂਕਿ ਉਹ ਦੱਸਣਾ ਜ਼ਰੂਰੀ ਬਣਦਾ, ਉਹ ਲੋਕ ਗੁਰਸਿੱਖੀ ਦੇ ਵਿੱਚ ਤਾਂ ਪਰਫੈਕਟ ਸਨ। ਅੱਛਾ। ਪਰ ਉਹਨਾਂ ਦੇ ਜਿਹੜੇ ਵਿਆਹ ਹੁੰਦੇ ਸੀਗੇ ਉਹ ਗੁਰੂ ਗ੍ਰੰਥ ਸਾਹਿਬ ਸਾਹਮਣੇ ਨਹੀਂ ਸੀ ਹੁੰਦੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਉੱਥੇ ਕਿਤੇ ਨੇੜੇ ਤੇੜੇ ਵੀ ਉਹਨਾਂ ਦੇ ਨਹੀਂ ਸੀਗਾ, ਕੋਈ ਗੁਰਦੁਆਰਾ ਹੈ ਨਹੀਂ ਸੀਗਾ। ਉਹ ਕੀ ਕਰਦੇ ਸੀਗੇ, ਗੁਟਕਾ ਸਾਹਿਬ ਕੋਈ ਪੁਰਾਣਾ ਜਿੱਥੋਂ ਵੀ ਕਿਤੇ ਮਿਲ ਗਿਆ, ਉਹਨਾਂ ਨੂੰ ਪਤਾ ਹੁੰਦਾ ਸੀ ਵੀ ਫਲਾਣੇ ਬੰਦੇ ਕੋਲ ਪਿਆ ਆ, ਉੱਥੋਂ ਜਾ ਕੇ ਗੁਟਕਾ ਲੈ ਆਉਣਾ, ਉਹ ਲਿਆ ਕੇ ਅਤੇ 1 ਰੁਪਈਆ ਉੱਪਰ ਰੱਖ ਕੇ ਅਤੇ ਉਹਦੇ ਦਿਵਾਲੇ ਗੇੜੇ ਦੇ ਕੇ ਤਾਂ ਉਹ ਜਿਹੜੇ ਸੀਗੇ ਉਹ ਆਨੰਦ ਕਾਰਜ ਕਰਦੇ ਸੀਗੇ। ਉਹ ਆਪਣੀ ਜੋ ਪੜ੍ਹ ਕੇ ਜਿੱਦਾਂ ਵੀ ਉਹਨਾਂ ਦਾ ਉਹ ਮਰਿਆਦਾ ਬਣਾਈ ਹੋਈ ਸੀਗੀ। ਓਕੇ। ਸੋ ਉਹਨਾਂ ਦੀ ਇਹੀ ਸੀਗਾ ਵੀ ਸਾਡੇ ਘੱਟੋ ਘੱਟ ਅਸੀਂ ਜਿਹੜਾ ਹੈਗਾ ਆਪਣਾ ਜਨਮ ਜਾਂ ਮਰਨ ਜਾਂ ਵਿਆਹ ਸ਼ਾਦੀ ਜਿਹੜਾ ਹੈਗਾ ਉਹ ਤਾਂ ਅਸੀਂ ਗੁਰੂ ਦੇ ਚਰਨਾਂ ਵਿੱਚ ਅਸੀਂ ਕਰ ਸਕੀਏ। ਇਹ ਉਹਨਾਂ ਦੀ ਪਹਿਲੀ ਮੰਗ ਸੀ। ਸੋ ਕਹਿੰਦੇ ਕਿ ਗੁਰਦੁਆਰਾ ਬਣਾ ਕੇ ਦਿੱਤਾ ਜਾਏ ਸਾਨੂੰ। ਹਾਂਜੀ। ਅੱਛਾ। ਅਤੇ ਅਸੀਂ ਜਿਹੜਾ ਹੈਗਾ ਫਿਰ ਕੌਂਸਲ ਵੱਲੋਂ ਪਹਿਲਾ ਸਾਡਾ ਜਿਹੜਾ ਕੰਮ ਸੀਗਾ, ਅਸੀਂ ਗੁਰਦੁਆਰਾ ਜਿੱਥੇ ਜਿੱਥੇ ਵੀ ਜ਼ਰੂਰਤ ਸੀਗੀ ਬਣਾਏ। ਉਹ 9 ਗੁਰਦੁਆਰੇ ਜਿਹੜੇ ਐਸੇ ਕੌਂਸਲ ਵੱਲੋਂ ਜਿਹੜੇ ਹੈਗੇ ਆ ਉਹ ਬਣਾ ਕੇ ਉਹਨਾਂ ਲੋਕਾਂ ਨੂੰ ਮੱਧ ਪ੍ਰਦੇਸ਼ ਦੇ ਵਿੱਚ ਦਿੱਤੇ ਗਏ। ਸੋ ਉਹਨਾਂ ਨੇ ਆਪਣੀ ਕੋਈ ਰੋਟੀ ਪਾਣੀ ਦੀ, ਰੁਜ਼ਗਾਰ ਦੀ, ਕੋਈ ਪੜ੍ਹਾਈ ਦੀ, ਕੋਈ ਇੱਦਾਂ ਦੀ ਕੋਈ ਸਮੱਸਿਆ ਤੁਹਾਡੇ ਸਾਹਮਣੇ ਨਹੀਂ ਰੱਖੀ? ਉਸ ਵੇਲੇ ਨਹੀਂ ਰੱਖੀ। ਅੱਛਾ। ਉਸ ਵੇਲੇ ਕੋਈ ਨਹੀਂ ਰੱਖੀ। ਮੈਂ ਤੁਹਾਨੂੰ ਇੱਕ ਜਗ੍ਹਾ ਦਾ ਥੋੜ੍ਹਾ ਜਿਹਾ ਵਾਕਿਆ ਦੱਸਣ ਲੱਗਾ। ਜ਼ਰੂਰ। ਜਿੱਥੇ ਉਹ ਗੁਰਦੁਆਰਾ ਉਹ ਜਿੱਦਾਂ ਕੁੱਲੀਆਂ ਦੇ ਵਿੱਚ ਰਹਿੰਦੇ ਸੀਗੇ। ਅੱਛਾ। ਉਹ ਪਰ ਉਹਨਾਂ ਦੀਆਂ ਜਿਹੜੀਆਂ ਕੁੱਲੀਆਂ ਸੀ ਉਹ ਸ਼ਹਿਰ ਦੇ ਬਿਲਕੁਲ ਨਾਲ ਸੀਗੀਆਂ। ਅੱਛਾ। ਨਾਲ, ਜਿੱਥੇ ਬਿਲਕੁਲ ਸ਼ਹਿਰ ਦੇ ਨਾਲ। ਸੋ ਜਿਹੜੀਆਂ ਟੈਂਪਰੇਰੀ ਦੀਆਂ ਝੁੱਗੀਆਂ ਬਣੀਆਂ ਹੋਈਆਂ, ਟੈਂਪਰੇਰੀ ਦੀਆਂ ਝੁੱਗੀਆਂ ਬਣੀਆਂ, ਉੱਥੇ ਉਹਨਾਂ ਦੇ ਕੋਲ ਗਿਆ ਵੀ ਤੁਸੀਂ, ਉਹ ਕਹਿੰਦੇ ਵੀ ਸਾਨੂੰ ਗੁਰਦੁਆਰਾ ਬਣਾ ਕੇ ਦਿਓ। ਉਹ ਕਹਿੰਦੇ ਵੀ ਜਗ੍ਹਾ, ਉਹਨਾਂ ਦੇ ਵਿੱਚ ਇੱਕ ਔਰਤ ਲੇਡੀ ਔਰ ਉਹਦਾ ਹਸਬੈਂਡ, ਉਹ ਦੋਨੇ ਜਣੇ ਆ ਗਿਆ। ਉਹ ਕਹਿੰਦੇ ਆ ਸਾਡੀ ਕੁੱਲੀ ਵਾਲੀ ਜਗ੍ਹਾ ਲੈ ਲਓ, ਅਸੀਂ ਕਿਤੇ ਹੋਰ ਰਹਿ ਲਾਂਗੇ, ਇੱਥੇ ਗੁਰਦੁਆਰਾ ਬਣਾ ਦਿਓ। ਅੱਛਾ। ਇੰਨਾ ਜਾਣੀ ਦਿਲੋਂ ਪਿਆਰ। ਅੱਜ ਕੋਈ ਕਿਸੇ ਨੂੰ ਕਹੀਏ ਵੀ ਤੂੰ ਆਪਣਾ ਘਰ ਛੱਡ ਦੇ ਤਾਂ ਇੱਥੇ ਗੁਰਦੁਆਰਾ ਬਣਾਉਣਾ, ਜਾਂ ਇੱਥੇ ਕਿਸੇ ਨੇ ਕੋਈ ਜੇ ਕਿਤੇ ਗੁਰਦੁਆਰਾ ਨਾ ਵੀ ਹੋਵੇ ਕੋਈ ਦਿੰਦਾ ਨਹੀਂ। ਔਰ ਉਸ ਲੇਡੀ ਨੇ ਉਹ ਗੁਰਦੁਆਰੇ ਵਾਸਤੇ ਜਗ੍ਹਾ ਦਿੱਤੀ, ਕੁੱਲੀ। ਹਾਂਜੀ। ਅੱਛਾ। ਉੱਥੇ ਫਿਰ ਗੁਰਦੁਆਰਾ ਬਣਾਇਆ, ਅਜੇ ਵੀ ਹੈਗਾ, ਅਜੇ ਵੀ ਉੱਥੇ ਅਸੀਂ ਛੋਟਾ ਜਿਹਾ ਗੁਰਦੁਆਰਾ ਬਣਾਇਆ। ਹਾਂਜੀ, ਛੋਟਾ ਜਿਹਾ, ਕਿਉਂਕਿ ਗੁਰਦੁਆਰਾ ਇੱਕ ਸਿਰਫ ਰੂਮ ਜਿਹੜਾ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਜਾ ਸਕੇ, ਅਤੇ ਇੱਕ ਉਹਦੇ ਥੱਲੇ ਜਿਹੜਾ ਉਸ ਵੇਲੇ ਦੇ ਵਿੱਚ ਜਿਹੜਾ ਲੰਗਰ ਹਾਲ ਬਣਾਤਾ। ਹਾਂਜੀ। ਸਾਡੇ ਇੱਕ ਲਿਸਨਰ ਹੈ ਤੁਹਾਡੇ ਕੋਲੋਂ, ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ। ਦੇਖਦੇ ਹਾਂ ਕੀ ਕਹਿੰਦੇ ਨੇ। ਹਾਂਜੀ ਮਿਸਟਰ ਪਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਈ, ਆਪਾਂ ਬੱਚਿਆਂ ਦੀ ਗੱਲ ਕਰ ਰਹੇ ਸੀਗੇ। ਨਾ ਤਾਂ ਆਪਣੇ ਬੱਚੇ ਗੁਰੂ ਨਾਨਕ ਦੇ ਮੇਰਾ ਖਿਆਲ ਉਹਨਾਂ ਦੇ ਸੰਬੰਧ ਰਹੇ, ਨਾ ਆਪਣੀ ਕਮਿਊਨਿਟੀ ਦੇ ਰਾਈਟ, ਆਪਣੇ ਇਕਨੋਮਿਕ ਵੇ ਸਿਸਟਮ ਨੇ ਉਹ ਜਿਹੜੇ ਫੈਮਿਲੀ ਸੋਸ਼ਲ ਰਿਲੀਜੀਅਸ ਸੈਂਸ ਉਹ ਖਤਮ ਕਰਤੀ ਰਹੇ।
ਵੀ ਹੁਣ ਜੇ ਆਪਾਂ ਕਈ ਵਾਰੀ ਆਪਾਂ ਰਿਲੀਜਨ ਨੂੰ ਆਪਾਂ ਪ੍ਰਮੋਟ ਕਰਨ ਦੀ ਬਜਾਏ ਕਈ ਵਾਰੀ ਆਪਾਂ ਕ੍ਰਿਟੀਸਾਈਜ਼ ਜ਼ਿਆਦਾ ਕਰਦੇ ਹਾਂ। ਦੇਖੋ ਜੀ ਰਿਲੀਜਨ ਇਹ ਨਹੀਂ ਕਰ, ਹੁਣ ਜਿਵੇਂ ਇੱਕ ਮੈਂ ਦੇਖ ਰਿਹਾ ਕਾਫੀ ਰਿਚ ਬੰਦੇ ਨਾਲ ਕੋਈ ਇੰਟਰਵਿਊ ਕਰ ਰਿਹਾ ਸੀ, ਉਹ ਕਹਿੰਦਾ ਸੀ ਹੁਣ ਅਸੀਂ ਗੁਰਦੁਆਰਾ ਨੂੰ ਨਹੀਂ ਡੋਨੇਸ਼ਨ ਕਰਦੇ, ਹੁਣ ਅਸੀਂ ਕਲਚਰ ਐਕਟੀਵਿਟੀਜ਼ ਨੂੰ ਸਪੋਰਟ ਕਰਦੇ ਹਾਂ। ਕਲਚਰ ਇਹੀ ਹੈ ਜਿਹੜੇ ਆਪਣੇ ਗਾਉਣ ਗੂਣ ਵਾਲੇ ਰਹੇ, ਜਿੱਦਾਂ ਆਪਣੇ ਫ੍ਰੀ ਸ਼ੋਅ ਹੁੰਦੇ, ਆਪਾਂ ਕਹਿੰਦੇ ਫ੍ਰੀ ਸ਼ੋਅ ਆ ਜੀ, ਆ ਜਾਓ ਇੱਥੇ ਆ ਜਾਓ ਉੱਥੇ ਆ ਜਾਓ ਨਾ। ਹਾਂਜੀ ਵੀ ਇਹ ਕੁਛ ਆਪਾਂ ਜ਼ਿਆਦਾ ਮੇਰਾ ਕਰ ਲਓ। ਤੁਸੀਂ ਕੋਈ ਪੁੱਛਣਾ ਚਾਹੁੰਦੇ ਇਹਨਾਂ ਕੋਲੋਂ? ਹਾਂਜੀ ਨਹੀਂ ਇਹੀ ਮੈਂ ਕਹਿਣਾ ਚਾਹੁੰਦਾ ਭਾਈ। ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਆਪਣੀ ਗੱਲ ਕਹਿਣ ਦੇ ਲਈ। ਦੇਖੋ ਇੱਕ ਗੱਲ ਤਾਂ ਹੈ, ਜਿਹੜੀ ਗੱਲ ਥੋੜ੍ਹੀ ਜਿਹੀ ਇਹ ਵੀ ਇਸ਼ਾਰਾ ਕਰਕੇ ਗਏ ਆ ਕਿ ਅਸੀਂ ਸ਼ਾਇਦ ਆਪਣੀ ਕਮਿਊਨਿਟੀ ਨੂੰ ਜਦੋਂ ਅਕਸਰ ਇਹ ਰਿਲੀਜਨ ਦੀ ਗੱਲ ਹੁੰਦੀ ਹੈ, ਜਿਹੜੀ ਮਿਸਕਮਿਊਨੀਕੇਸ਼ਨ ਆ ਅਕਸਰ ਉਹ ਆਪਾਂ ਮਹਿਸੂਸ ਕਰਦੇ ਹਾਂ ਕਿ ਅਸੀਂ ਬੱਚਿਆਂ ਤੱਕ, ਅਗਲੀ ਪੀੜ੍ਹੀ ਤੱਕ ਅਸੀਂ ਸ਼ਾਇਦ ਸਹੀ ਸੁਨੇਹਾ ਨਹੀਂ ਦੇ ਸਕੇ। ਕਿਤੇ ਨਾ ਕਿਤੇ ਸਾਡੇ ਕੋਲੋਂ ਕੋਤਾਹੀਆਂ ਹੋ ਰਹੀਆਂ ਹੈਗੀਆਂ ਜਾਂ ਕੋਈ ਕਮੀਆਂ ਹੈਗੀਆਂ ਕਿ ਕਿਉਂ ਇਹ ਚੀਜ਼ ਹੋ ਰਹੀ ਆ। ਤੁਸੀਂ ਵੀ ਥੋੜ੍ਹੀ ਦੇਰ ਪਹਿਲਾਂ ਇਹ ਗੱਲ ਕਰ ਰਹੇ ਸੀ ਕਿ ਸਾਡੀ ਜਿਹੜੀ ਗਿਣਤੀ ਹੈਗੀ ਆ ਉਹ ਅਸਲ ਦੇ ਵਿੱਚ ਸ਼ਾਇਦ ਹੁਣ ਕਿਤੇ ਵੱਧ ਹੋਣੀ ਚਾਹੀਦੀ ਸੀ, ਰਾਦਰ ਗਿਣਤੀ ਉਹ ਘਟ ਰਹੀ ਹੈਗੀ ਆ, ਸ਼ਾਇਦ ਇਹ ਕਹਿਣਾ ਚਾਹ ਰਹੇ ਸੀ। ਇਹ ਕੀ ਖਿਆਲ ਹੈ ਤੁਹਾਡਾ? ਹਾਂਜੀ, ਇਸ਼ਾਰਾ ਉਹਨਾਂ ਦਾ ਬਹੁਤ ਵਧੀਆ ਸੀਗਾ। ਜਿਹੜੀ ਉਹਨਾਂ ਨੇ ਨਾਲ ਇਹ ਵੀ ਗੱਲ ਕੀਤੀ ਆ ਕਿ ਅਸੀਂ ਜਿਹੜੇ ਹੈਗੇ ਅੱਜ ਕੱਲ੍ਹ ਅਸੀਂ ਕਲਚਰ ਨੂੰ ਅਸੀਂ ਪ੍ਰਮੋਟ ਕਰਦੇ ਹਾਂ, ਪਰ ਅਗਰ ਜੇ ਥੋੜ੍ਹਾ ਜਿਹਾ ਵੀ ਸਾਡੇ ਜਿਹੜੇ ਵੀ ਜੋ ਵੀ ਇਸ ਪਾਸੇ ਵੱਲ ਨੂੰ ਸੋਚਦੇ ਆ ਕਿ ਉਹਨਾਂ ਦਾ ਜਿਹੜਾ ਦਸਵੰਧ ਆ ਉਹਨਾਂ ਨੇ ਕਿਤੇ ਕਿਤੇ ਲਾਉਣਾ ਆ, ਮੇਰਾ ਤਾਂ ਇਹ ਹੋਊਗਾ ਕਿ ਅਸੀਂ ਉਹ ਗੱਲ 'ਤੇ ਜੇ ਆਉਣਾ ਆ ਕਿ ਜਿਹੜੀ ਬੱਚਿਆਂ ਨੂੰ ਐਜੂਕੇਟ ਜਿਹੜਾ ਹੈਗਾ ਕਰਨਾ ਬਹੁਤ ਹੀ ਜ਼ਰੂਰੀ ਆ। ਉਹ ਤੁਸੀਂ ਐਜੂਕੇਸ਼ਨ ਵੱਲ ਕਿਤੇ ਵੀ ਹੋਣ ਬੱਚੇ, ਅਗਰ ਤੁਸੀਂ ਗਰੀਬ ਦਾ ਬੱਚਾ ਪੜ੍ਹਾ ਦਿੰਦੇ ਆ ਨਾ ਤਾਂ ਉਹ ਸਾਰੀ ਉਮਰ ਲਈ ਤੁਹਾਨੂੰ ਦੁਆਵਾਂ ਦਿੰਦਾ। ਬਿਲਕੁਲ ਇਹ ਸਾਡਾ ਹੈਗਾ ਆ, ਸਾਡਾ ਫਿਊਚਰ ਜਿਹੜਾ ਸਾਡਾ ਦਿਮਾਗ ਦੀ ਜਿਹੜੀ ਸੋਚ ਆ ਇੱਧਰ ਹੋਣੀ ਚਾਹੀਦੀ ਆ, ਨਾ ਕਿ ਅਸੀਂ ਗੁਰਦੁਆਰਿਆਂ 'ਤੇ ਮੈਨੂੰ ਇਹਦੇ ਵਿੱਚ ਕਹਿਣ ਵਿੱਚ ਕੋਈ ਹਿਚਕ ਝਿਜਕ ਨਹੀਂ ਹੈਗੀ ਆ ਕਿ ਅਸੀਂ ਗੁਰਦੁਆਰਿਆਂ 'ਤੇ ਸੋਨਾ ਬਹੁਤ ਲਾ ਲਿਆ। ਅਸੀਂ ਜਿਹੜੇ ਗੁਰਦੁਆਰਿਆਂ 'ਤੇ ਪੱਥਰ ਬਹੁਤ ਅਸੀਂ ਵਧੀਆ ਲਾ ਲਿਆ, ਬਹੁਤ ਕੁਛ ਲਾ ਲਿਆ। ਸਾਨੂੰ ਹੋਰ ਕਰਨ ਦੀ ਜ਼ਰੂਰਤ ਨਹੀਂ, ਜਿੰਨੇ ਸਾਡੇ ਕੋਲ ਗੁਰਦੁਆਰੇ ਹੈਗੇ ਸਾਡੇ ਕੋਲ ਇਨਫ ਆ, ਪਰ ਸਾਨੂੰ ਜ਼ਰੂਰਤ ਹੈਗੀ ਆ ਹੁਣ ਸਾਨੂੰ ਐਜੂਕੇਟ ਕਰਨ ਦੀ। ਜੇ ਸਾਡੇ ਐਜੂਕੇਟ ਨਹੀਂ ਹੋਈ, ਜਿਵੇਂ ਕਿ ਮੈਂ ਆਪਣੇ ਸਿਮਰਜੀਤ ਸਿੰਘ ਮਾਨ ਦਾ ਸੁਨੇਹਾ ਜਿਹੜਾ ਅੱਜ ਮੈਂ ਤੁਹਾਨੂੰ ਦੱਸਿਆ ਆ, ਅਤੇ ਜੇ ਸਾਡੇ ਸਿੱਖ ਜਿਹੜੇ ਦਸਤਾਰਧਾਰੀ ਉਸ ਲੈਵਲ 'ਤੇ ਨਹੀਂ ਜਾਂਦੇ ਅਤੇ ਇਹ ਸਮਝ ਲਓ ਸਾਡਾ ਜਿਹੜਾ ਸਿੱਖਾਂ ਦਾ ਨਿਗਾਰ ਆ, ਸਾਡਾ ਸਿੱਖ ਚੜ੍ਹਦੀ ਕਲਾ ਵੱਲ ਨਹੀਂ। ਓਕੇ, ਕੁਝ ਗੱਲਾਂ ਹੋਰ ਸਾਡੇ ਸੁਣਨ ਵਾਲਿਆਂ ਦੀ ਉਤਸੁਕਤਾ ਹੋਏਗੀ ਕਿ ਇਹਨਾਂ ਲੋਕਾਂ ਦੀਆਂ ਹੋਰ ਕੀ ਸਮੱਸਿਆਵਾਂ ਨੇ। ਪਿਛਲੇ ਸਮੇਂ ਦੇ ਦੌਰਾਨ ਮੈਂ ਦੇਖਿਆ ਈਵਨ COVID-19 ਦੇ ਦੌਰਾਨ ਵੀ ਕਈ ਵੀਡੀਓਜ਼ ਸਾਹਮਣੇ ਆਈਆਂ ਕਿ ਇਹ ਜਿਹੜੇ ਸਿੱਖ ਲੀਗਰ ਸਿੱਖ ਆ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈਗੀ ਆ, ਖਾਸ ਕਰਕੇ ਆਰਥਿਕ ਹਾਲਤ ਬਹੁਤ ਜ਼ਿਆਦਾ ਖਰਾਬ ਆ। ਹੁਣ ਜਦੋਂ ਤੁਹਾਡੀ ਇਸ ਕੌਂਸਲ ਨੇ ਇਹ ਬੀੜਾ ਚੁੱਕਿਆ ਕਿ ਅਸੀਂ ਜਾ ਕੇ ਉਹਨਾਂ ਦੀ ਮਦਦ ਕਰਨੀ ਆ, ਸੋ ਵਾਈ ਮੱਧ ਪ੍ਰਦੇਸ਼? ਕਿਉਂਕਿ ਪੂਰੇ ਇੰਡੀਆ ਦੇ ਵਿੱਚ ਹੈਗੇ ਇਹ ਫੈਲੇ ਹੋਏ ਆ, ਤੁਸੀਂ ਮੱਧ ਪ੍ਰਦੇਸ਼ ਕਿੱਦਾਂ ਚੂਜ਼ ਕੀਤਾ? ਇਹ ਤੁਸੀਂ ਇਹ ਕਹਿ ਲਓ ਵੀ ਜਿਵੇਂ ਕਿ ਥੋੜ੍ਹਾ ਜਿਹਾ ਸਾਡਾ ਉੱਥੇ ਕਨੈਕਟ ਸੀ, ਉਹਨਾਂ ਬੰਦਿਆਂ ਦਾ ਕਨੈਕਟ ਸਾਨੂੰ ਉੱਥੇ ਮਿਲਣ ਦਾ ਕਰਕੇ ਸਾਨੂੰ ਉਸ ਏਰੀਏ ਦੇ ਵਿੱਚ ਸਾਨੂੰ ਥੋੜ੍ਹਾ ਜਿਹਾ ਮਿਲਿਆ। ਪਰ ਉੱਥੋਂ ਇੱਕ ਏਰੀਏ ਦੇ ਵਿੱਚੋਂ ਕਿਉਂਕਿ ਮੱਧ ਪ੍ਰਦੇਸ਼ ਆਈ ਥਿੰਕ ਦਾ ਬਿਗੇਸਟ ਜਿਹੜੀ ਸਟੇਟ ਆ ਇਨ ਇੰਡੀਆ ਆ, ਸਭ ਤੋਂ ਵੱਡੀ ਜਿਹੜੀ ਹੈਗੀ, ਉਹਦੇ ਵਿੱਚੋਂ ਛੱਤੀਸਗੜ੍ਹ ਵੀ ਨਿਕਲਿਆ ਹੁਣ, ਅਤੇ ਮੱਧ ਪ੍ਰਦੇਸ਼ ਉਹ ਬਹੁਤ ਵੱਡੀ ਸਟੇਟ ਆ, ਉੱਥੇ ਹੀ ਕਰਨ ਦਾ। ਹੁਣ ਜੇ ਸਾਨੂੰ ਬਹੁਤ ਬੰਦੇ ਪੁੱਛਦੇ ਆ ਵੀ ਤੁਸੀਂ ਪੰਜਾਬ 'ਚ ਕਿਉਂ ਨਹੀਂ ਕਰ ਰਹੇ, ਸਾਡੀ ਇੱਕ ਛੋਟਾ ਜਿਹਾ ਆਨਸਰ ਹੈਗਾ ਵੀ ਪੰਜਾਬ ਦੇ ਵਿੱਚ ਕਿੰਨੀਆਂ ਸੰਸਥਾਵਾਂ ਕੰਮ ਕਰ ਰਹੀਆਂ, ਬਹੁਤ ਜ਼ਿਆਦਾ ਲੋੜ ਤੋਂ ਜ਼ਿਆਦਾ ਕਰ ਰਹੀਆਂ। ਕੀ ਸਾਡੇ ਜਿਹੜੇ ਹੈਗੇ ਆ ਜਿਹੜੀ ਉਹਨਾਂ ਦੀਆਂ ਲੋੜਾਂ ਪੂਰੀਆਂ ਹੋਈਆਂ ਨਹੀਂ ਉਹਨਾਂ ਕਰਕੇ? ਉੱਥੇ ਜਿਹੜੀਆਂ ਸੰਸਥਾਵਾਂ ਬਹੁਤ ਘੱਟ ਪਹੁੰਚੀਆਂ, ਜ਼ਰੂਰਤ ਸੀ ਉਹਨਾਂ ਨੂੰ। ਸੋ ਜਿੱਥੇ ਉਹਨਾਂ ਆਪਣੇ ਗੁਰੂ ਸਾਹਿਬ ਨੇ ਵੀ ਕਿਹਾ ਵੀ ਤੁਸੀਂ ਜ਼ਰੂਰਤ ਜਿੱਥੇ ਹੈਗੀ ਆ ਨਾ ਉੱਥੇ ਹੀ ਆਪਣਾ ਜਿਹੜਾ ਦਸਵੰਧ ਆ ਉਹ ਲਾਓ। ਇਸ ਕਰਕੇ ਸਾਨੂੰ ਉਹ ਏਰੀਆ ਜਿੱਥੇ ਕਿ ਜ਼ਰੂਰਤ ਸੀ, ਔਰ ਜਿਹੜੇ ਸਿੱਖ ਆਪਣੀ ਸਿੱਖੀ ਸੰਭਾਲੀ ਬੈਠੇ ਆ, ਜੇ ਅਸੀਂ ਉਹਨਾਂ ਦੀ ਨਾ ਮਦਦ ਕਰਾਂਗੇ, ਉਹਨਾਂ ਦੀ ਬਾਂਹ ਨਾ ਫੜਾਂਗੇ ਤਾਂ ਉਹਨਾਂ ਦੀ ਬਾਂਹ ਕੌਣ ਫੜੂਗਾ ਫਿਰ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਸੁਪਰੀਮ ਸੰਸਥਾ ਜਿਹੜੀ ਆ ਉਹ ਮੰਨੀ ਜਾਂਦੀ ਆ ਜੀ, ਕਿ ਉਹ ਇਹਨਾਂ ਲੋਕਾਂ ਨੂੰ ਲੋਕੇਟ ਨਹੀਂ ਕਰ ਰਹੀ? ਇੰਨਾ ਵੱਡਾ ਉਹਨਾਂ ਦਾ ਬਜਟ ਹੁੰਦਾ ਅਤੇ ਉਹਨਾਂ ਨੇ ਕਦੇ ਕੁਛ ਇਹੋ ਜਿਹੀ ਕਾਰਵਾਈ ਕੀਤੀ ਹੋਵੇ ਜਿਹੜੀ ਤੁਹਾਡੀ ਨੌਲੇਜ 'ਚ ਹੋਵੇ, ਤੁਹਾਨੂੰ ਲੱਗਦਾ ਹੋਵੇ ਕਿ ਜਾਂ ਤੁਸੀਂ ਆਪਣੀ ਗੱਲ ਉਹਨਾਂ ਤੱਕ ਪਹੁੰਚਾਈ ਹੈ ਕਿ ਵੀ ਅਸੀਂ ਵੀ ਨਾਲ ਰਲਣ ਨੂੰ ਤਿਆਰ ਹੈਗੇ ਹਾਂ, ਤੁਸੀਂ ਅੱਗੇ ਹੋ ਕੇ ਚੱਲੋ?
ਜਿਹੜੀ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਆ, ਉਹ ਚਲੋ ਹੁਣ ਆਪਾਂ ਇਸੇ ਮਸਲੇ 'ਤੇ ਗੱਲ ਕਰ ਲੈਂਦੇ ਹਾਂ। ਅਸੀਂ ਜਿਹੜੇ ਬੱਚੇ ਆ ਸਕੂਲਾਂ ਦੇ ਵਿੱਚ ਅਸੀਂ ਪੜ੍ਹਾ ਰਹੇ ਹਾਂ, ਸਾਡੇ ਕੋਲ 350 ਬੱਚਾ ਜਿਹੜਾ ਆ ਉਹ ਸਾਡਾ ਜਿਹੜੇ ਸਿੱਖ ਕੌਂਸਲ ਆਫ ਸਕਾਟਲੈਂਡ ਉਹਨੂੰ ਕਰ ਰਹੀ ਆ। ਉਹਦੇ ਵਿੱਚੋਂ ਕੁਛ ਬੱਚੇ ਜਿਹੜੇ ਹੈਗੇ ਆ ਇੱਥੇ ਕੈਨੇਡਾ ਦੀ ਸੈਫ ਇੰਟਰਨੈਸ਼ਨਲ, ਕਿਉਂਕਿ ਸਾਨੂੰ ਕੋਈ ਇਹ ਝਿਜਕ ਨਹੀਂ, ਜਿਹੜਾ ਬੰਦਾ ਇੱਕ ਕਦਮ ਵੀ ਉਸ ਕੰਮ ਵੱਲ ਨੂੰ ਤੁਰਦਾ ਨਾ ਉਹਦਾ ਨਾਂ ਲੈਣਾ ਅਸੀਂ ਚੰਗਾ ਸਮਝਾਂਗੇ, ਕਿਉਂਕਿ ਉਹ ਵੀ ਸੇਵਾ ਕਰਦੇ। ਸੇਵਾ ਜਿਹੜਾ ਵੀ ਬੰਦਾ ਕਰਦਾ ਉਹ ਵੈਲਕਮ ਆ, ਉਹ ਚੰਗੀ ਗੱਲ ਆ ਜੀ। ਜਿਹੜੇ ਸੈਫ ਇੰਟਰਨੈਸ਼ਨਲ ਵਾਲੇ ਆ ਉਹ ਵੀ ਬੱਚੇ ਪੜ੍ਹਾਉਂਦੇ ਆ। ਉਸ ਤੋਂ ਇਲਾਵਾ ਦਿੱਲੀ ਦੇ ਕੁਛ ਜਿਹੜੇ ਹੈਗੇ ਆ ਸਿੰਘ ਆ, ਉਹਨਾਂ ਦਾ ਇੱਕ ਬਣਾਈ ਆ ਕਮੇਟੀ ਬਣਾਈ ਆ, ਉਹਨਾਂ ਨੇ ਵੀ ਕੁਛ ਬੱਚੇ ਉੱਥੇ ਅਡੋਪਟ ਕੀਤੇ ਆ। ਸੋ ਟੋਟਲ ਮਿਲਾ ਕੇ ਇਹ ਤਕਰੀਬਨ 1000 ਬੱਚੇ ਦੇ ਤਕਰੀਬਨ ਜਿਹੜਾ ਬੱਚਾ ਉੱਥੇ ਉਹ ਪੜ੍ਹ ਰਿਹਾ। ਅੱਛਾ। ਅਸੀਂ ਜਿਹੜੇ ਸ਼੍ਰੋਮਣੀ ਕਮੇਟੀ ਨੂੰ, ਕਿਉਂਕਿ ਜਿਹੜੀ ਸਾਡੀ ਸੰਸਥਾ ਆ, ਸਾਡੇ ਸੰਸਥਾ ਦੇ ਕੋਲ ਜਿਹੜੇ ਸੋਰਸ ਆਫ ਇਨਕਮ ਆ ਉਹ ਬਹੁਤ ਥੋੜ੍ਹੇ ਆ, ਕਿਉਂਕਿ ਸਾਡੀ ਸੰਸਥਾ ਅਸੀਂ ਸਕਾਟਲੈਂਡ ਵਿੱਚ ਰਹਿੰਦੇ ਹਾਂ। ਸਕਾਟਲੈਂਡ ਦੇ ਵਿੱਚ ਬਹੁਤ ਜਿਹੜੇ ਥੋੜ੍ਹੇ ਜਿਹੜੇ ਹੈਗੇ ਆ, ਸਿਰਫ 5000 ਜਿਹੜਾ ਹੈਗਾ ਆ ਉਹ ਆਪਣੇ ਸਿੱਖ ਰਹਿੰਦਾ ਸਿਰਫ, ਅਤੇ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਪਤਾ ਵੀ ਸਾਰੇ ਡੋਨੇਸ਼ਨ ਨਹੀਂ ਕਰਨ ਵਾਲੇ ਹੁੰਦੇ। ਜਿੰਨੇ ਕੁ ਸਾਡੇ ਕੋਲ ਸੋਰਸ ਹੈਗੇ ਅਸੀਂ ਉਹਨਾਂ ਦੇ ਨਾਲ ਅਸੀਂ ਲੈ ਕੇ ਤਾਂ ਹੁਣ ਤਾਈਂ ਜਿਹੜਾ ਕਰਦੇ ਅਸੀਂ ਆਏ ਹਾਂ। ਉਹਦੇ ਦਰਮਿਆਨ ਜਿਹੜਾ ਕੋਵਿਡ ਦੇ ਦਰਮਿਆਨ ਸਾਨੂੰ ਉਸ ਤੋਂ ਪਹਿਲਾਂ ਅਸੀਂ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਵਾਲਿਆਂ ਨਾਲ ਅਸੀਂ ਉਹਨਾਂ ਨੂੰ ਅਪਰੋਚ ਕੀਤਾ ਕਿ ਅਸੀਂ ਬੱਚੇ ਪੜ੍ਹਾ ਰਹੇ ਹਾਂ, ਤੁਸੀਂ ਜਿਹੜਾ ਹੈਗਾ ਵੀ ਇਹਨਾਂ ਦੀਆਂ ਥੋੜ੍ਹਾ ਬਹੁਤ ਤੁਸੀਂ ਫੀਸਾਂ ਦਿਓ। ਕਿੰਨੇ ਪਹਿਲਾਂ ਉਸ ਤੋਂ ਜਿੰਨੇ ਵੀ ਪ੍ਰਧਾਨ ਆਏ, ਮੱਕੜ ਉਹਨਾਂ ਕੋਲ ਅਪਰੋਚ ਕੀਤੀ, ਉਸ ਤੋਂ ਬਾਅਦ ਲੌਂਗੋਵਾਲ ਆਏ ਉਹਨਾਂ ਕੋਲ ਅਪਰੋਚ ਕੀਤੀ, ਉਸ ਤੋਂ ਬਾਅਦ ਬੀਬੀ ਜਗੀਰ ਕੌਰ ਆਈ। ਕੋਈ ਉਹਨੂੰ ਚੰਗੀ ਕਵੇ ਮਾੜੀ ਕਵੇ, ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਉਹਨੇ ਥੋੜ੍ਹਾ ਜਿਹਾ ਸਾਡੀ ਹੈਲਪ ਕੀਤੀ। ਅੱਛਾ। ਉਹਨੇ ਹੈਲਪ ਕੀਤੀ ਕਿ ਜਿੰਨਾ ਅਸੀਂ ਐਪਲੀਕੇਸ਼ਨਾਂ ਉਹ ਦਈ ਗਏ, ਅਸੀਂ ਹਟੇ ਨਹੀਂ। ਉਹਨਾਂ ਨੇ 1 ਸਾਲ ਦੀ ਜਿਹੜੀ ਸੀਗੀ ਸਕੂਲਾਂ ਦੀ ਫੀਸ ਅੱਛਾ ਉਹ ਦਿੱਤੀ। ਉਦੋਂ ਬਾਅਦ ਬੀਬੀ ਜਗੀਰ ਕੌਰ ਬਦਲ ਗਈ ਅਤੇ ਹੁਣ ਉਹ ਆਪਣੇ ਧਾਮੀ ਸਾਹਿਬ ਆਏ ਆ, ਉਹਨਾਂ ਨੂੰ ਅਪਰੋਚ ਕੀਤੀ ਆ। ਅਜੇ 2 ਸਾਲ ਦੀਆਂ, ਉਸ ਤੋਂ ਬਾਅਦ 2 ਸਾਲ ਦੀਆਂ ਜਿਹੜੀਆਂ ਫੀਸਾਂ ਆ ਸਕੂਲਾਂ ਦੇ ਬੱਚਿਆਂ ਦੀਆਂ ਉਹ ਪੈਂਡਿੰਗ ਪਈਆਂ। ਉਹ ਪਹਿਲਾਂ ਤਾਂ ਉਹ ਕਹਿੰਦੇ ਵੀ ਅਸੀਂ ਦੇਵਾਂਗੇ, ਅਸੀਂ ਕਮੇਟੀ ਬਣਾ ਕੇ ਤਾਂ ਅਸੀਂ ਭੇਜਾਂਗੇ। ਹੁਣ ਉਹਨਾਂ ਨੇ ਕਹਿ ਦਿੱਤਾ ਜੀ ਤੁਹਾਡੇ 'ਤੇ ਇੱਕ ਅਸੀਂ ਇਨਕੁਆਇਰੀ ਹੋਰ ਕਰਨੀ ਆ। ਅਸੀਂ ਅੱਛਾ ਵੀ ਅਸੀਂ ਥੋੜ੍ਹੀ ਹੋਰ ਇਨਕੁਆਇਰੀ ਕਰਨੀ ਆ। ਅਸੀਂ ਕਿਹਾ ਵੀ ਅੱਜ ਸਕੂਲ ਜਿਹੜਾ ਪੜ੍ਹਾ ਰਿਹਾ ਉਹਨੂੰ ਤਾਂ ਫੀਸ ਦੀ ਅੱਜ ਜ਼ਰੂਰਤ ਆ, ਜੇ ਉਹਨੂੰ ਤੁਸੀਂ ਪੈਸੇ ਨਾ ਦਿਓਗੇ ਬੱਚੇ ਕੱਢ ਦੇਗਾ। ਅਤੇ ਪਰ ਉਹ ਉਸੇ ਲੰਮੇ ਚੱਕਰ 'ਚ ਫੇਰ ਪਾਤਾ 2 ਸਾਲ ਤੋਂ, ਫੇਰ ਮੁੜ ਕੇ ਉਹਨਾਂ ਨੇ ਕੋਈ ਅਜੇ ਦਿੱਤਾ ਨਹੀਂ ਗਾ। ਉਹ ਦੇਣੇ ਆ ਨਹੀਂ ਦੇਣੇ ਕੋਈ ਪਤਾ ਨਹੀਂ। ਇਹ ਆ ਸ਼੍ਰੋਮਣੀ ਕਮੇਟੀ ਦਾ ਹਾਲਾਤ। ਉਸ ਦੇ ਨਾਲ ਹੀ ਮੈਂ ਇੱਕ ਦਿੱਲੀ ਦੀ ਵੀ ਮੈਂ ਗੱਲ ਕਰਨੀ ਚਾਹੂੰਗਾ। ਦਿੱਲੀ ਗੁਰਦੁਆਰੇ ਵਾਲੇ ਜਿਹੜੇ ਜਿਸ ਵੇਲੇ ਪਹਿਲੇ ਪ੍ਰਧਾਨ ਸੀਗੇ, ਉਹਨਾਂ ਨੂੰ ਅਸੀਂ ਕਿਹਾ ਸੀਗਾ ਵੀ ਤੁਸੀਂ ਉੱਥੇ ਸਾਨੂੰ ਇੱਕ ਟੀਚਰ ਰੱਖ ਕੇ ਦਿਓ, ਪੰਜਾਬੀ ਟੀਚਰ ਸਕੂਲ ਦੇ ਵਿੱਚ। ਕਿਉਂਕਿ ਸਕੂਲ ਵਾਲਿਆਂ ਨਾਲ ਗੱਲ ਕੀਤੀ, ਅਸੀਂ ਕਿਹਾ ਚਲੋ ਪੰਜਾਬੀ ਉਹਨਾਂ ਨੂੰ ਪੜ੍ਹਾਉਣੇ ਬੱਚਿਆਂ ਨੂੰ ਨਾਲ, ਅਤੇ ਨਾਲ ਥੋੜ੍ਹਾ ਉਹਨਾਂ ਨੂੰ ਗੁਰਸਿੱਖੀ ਨਾਲ ਜੋੜਿਆ ਜਾਵੇ। ਉਹ ਕਹਿੰਦੇ ਜੀ ਅਸੀਂ ਦਿਆਂਗੇ, ਫੀਸ ਦਿਆਂਗੇ ਟੀਚਰ ਦੀ, ਤੁਸੀਂ ਟੀਚਰ ਰੱਖ ਲਓ। ਟੀਚਰ ਰੱਖ ਲਿਆ। ਉਹਨਾਂ ਨੇ ਕਹਿੰਦੇ ਜੀ ਸਾਨੂੰ ਤੁਸੀਂ ਐਪਲੀਕੇਸ਼ਨ ਭੇਜ ਦਿਓ, ਅਸੀਂ ਉਹਨਾਂ ਫੀਸ ਦੇ ਦਿਆਂਗੇ। ਐਪਲੀਕੇਸ਼ਨ ਭੇਜੀ, ਉਹਨਾਂ ਨੇ ਐਪਲੀਕੇਸ਼ਨ ਕੋਈ ਫੀਸ ਨਹੀਂ ਦਿੱਤੀ। ਹੁਣ ਲਾਸਟ ਟਾਈਮ ਮੈਂ ਜਦੋਂ ਗਿਆ ਉੱਥੇ, ਫਿਰ ਉਹਨਾਂ ਨੇ ਕਿਹਾ ਜੀ ਹਾਂ ਐਪਲੀਕੇਸ਼ਨ ਕਿੱਥੇ ਆ? ਫਿਰ ਕਹਿੰਦੇ ਜੀ ਉਹਨਾਂ ਦਾ ਆਫਿਸ ਹੈ, ਜਿੱਦਾਂ ਆਫਿਸ ਵਰਕ, ਹਾਂ ਜੀ ਕਿੱਥੇ ਆ? ਮੇਰੇ ਕੋਲ ਤਾਂ ਹੈ ਨਹੀਂ ਜੀ, ਫਲਾਣੇ ਕੋ ਹੋਣੀ, ਫਲਾਣੇ ਕੋ ਨਹੀਂ ਹੈਗੀ, ਦੂਜੇ ਕੋ ਹੈਗੀ, ਦੂਜਾ ਤੀਜਾ। ਐਂਡ ਦੀ ਡੇ ਕਿਸੇ ਕੋਲ ਵੀ ਫਾਈਲ ਉਹ ਸਾਡੀ ਨਹੀਂ ਨਿਕਲੀ। ਉਹ ਕਹਿੰਦੇ ਜੀ ਦੁਬਾਰਾ ਕਰ ਦਿਓ। ਅਸੀਂ ਕਿਹਾ ਦੁਬਾਰਾ ਕਦੋਂ ਫਿਰ ਦਿਓਗੇ? ਹਾਂ ਅਸੀਂ ਫਿਰ ਮੁੜ ਕੇ ਬੈਠਾਂਗੇ। ਮਤਲਬ ਤੁਹਾਨੂੰ ਚੱਕਰ ਦੇ ਵਿੱਚ ਤੁਹਾਨੂੰ ਕੁਛ ਨਹੀਂ। ਉਹ ਬੰਦੇ ਦਾ 94,000 ਰੁਪਈਆ ਜਿਹੜਾ ਸੀਗਾ ਉਹ ਸਿੱਖ ਕੌਂਸਲ ਨੇ ਉਹਨੂੰ ਉਹਦਾ ਦਿੱਤਾ। ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਵੇਲੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਕੁਝ ਲੋਕਾਂ ਦਾ ਇਕੱਠ, ਇੱਕ ਗਰੁੱਪ ਬਣ ਕੇ ਉਹ ਸਿੱਖਲੀਗਰ ਸਿੱਖਾਂ ਨੂੰ ਅਪਲਿਫਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਦੂਸਰੇ ਪਾਸੇ ਇੱਕ ਬਾਹਰਲੇ ਮੁਲਕ ਦੇ ਵਿੱਚ ਬੈਠੇ ਹੋਏ ਕੁਝ ਲੋਕ ਉੱਥੇ ਜਾ ਕੇ ਕੁਝ ਜੇ ਮਦਦ ਕਰਨਾ ਚਾਹੁੰਦੇ ਆ, ਇਹ ਸੌਖਾ ਕੰਮ ਨਹੀਂ ਹੈ। ਆਪਣੇ ਆਪ ਦੇ ਵਿੱਚ ਵੀ ਇਹ ਚੈਲੰਜ ਆਉਂਦਾ ਕਿ ਐਡਮਿਨਿਸਟ੍ਰੇਸ਼ਨ ਤੁਹਾਡੇ ਨਾਲ ਸਹਿਯੋਗ ਕਰ ਰਹੀ ਹੈ ਕਿ ਨਹੀਂ ਕਰ ਰਹੀ, ਜਾਂ ਕਿਸ ਲੈਵਲ ਤੱਕ ਉੱਥੇ ਜਾ ਕੇ ਤੁਸੀਂ ਕਾਮਯਾਬੀ ਦੇ ਨਾਲ
ਤਸੱਲੀ ਦੇ ਨਾਲ ਕੰਮ ਕਰ ਸਕਦੇ ਹੋ। ਜਿਹੜਾ ਜ਼ਿਕਰ ਖਾਸ ਕਰਕੇ ਮੇਰੇ ਮਹਿਮਾਨ ਗੁਰਦੀਪ ਸਿੰਘ ਸਮਰਾ ਜੀ ਕਰ ਰਹੇ ਨੇ ਕਿ ਸਿੱਖ ਕਾਉਂਸਲ ਆਫ ਸਕਾਟਲੈਂਡ ਵੱਲੋਂ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਮੱਧ ਪ੍ਰਦੇਸ਼ ਦੇ ਵਿੱਚ ਕਿ ਇਹ ਜਿਹੜੇ ਸਿੱਖ ਲੀਗਰ ਸਿੱਖ ਹੈਗੇ ਆ ਉਹਨਾਂ ਨੂੰ ਮਾੜੀ ਹਾਲਤ ਦੇ ਵਿੱਚ ਜਦੋਂ ਰਹਿ ਰਹੇ ਆ ਉਹਨਾਂ ਨੂੰ ਉਹਦੇ ਵਿੱਚੋਂ ਕੱਢਿਆ ਜਾਵੇ, ਨਾਲ ਉਹਨਾਂ ਨੂੰ ਸਪੋਰਟ ਕੀਤਾ ਜਾਵੇ। ਥੋੜ੍ਹਾ ਜਿਹਾ ਜ਼ਿਕਰ ਇਹਨਾਂ ਨੇ ਕੀਤਾ ਸੀ ਐਜੂਕੇਟ ਕਰਨ ਦਾ। ਇਹ ਗੱਲ ਸਮਝੀ ਜਾਂਦੀ ਹੈ ਕਿ ਐਜੂਕੇਸ਼ਨ ਤੁਹਾਡੇ ਕੋਲ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕੋਈ ਨਹੀਂ ਖੋ ਸਕਦਾ। ਸੋ ਇਹ ਜਿਹੜਾ ਇਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਆਰੰਭ ਕਰ ਦਿੱਤੀ ਹੈ, ਉੱਥੇ ਥੋੜ੍ਹੀ ਜਿਹੀ ਹੋਰ ਜੇ ਤੁਸੀਂ ਗੁਰਦੀਪ ਸਿੰਘ ਜੀ ਸਾਨੂੰ ਜਾਣਕਾਰੀ ਦੇ ਸਕੋ ਕਿ ਤੁਸੀਂ ਉੱਥੇ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਉਪਰਾਲਾ ਕਰ ਰਹੇ ਉਹਦੇ ਵਿੱਚ ਹੋਰ ਕੀ ਸ਼ਾਮਿਲ ਹੈ? ਹਾਂਜੀ, ਉਹਦੇ ਵਿੱਚ ਜੇ ਅਸੀਂ ਫਿਰ ਦੁਬਾਰਾ ਸ਼ੁਰੂ ਤੋਂ ਕਰੀਏ, ਜਦੋਂ ਪਹਿਲਾਂ ਅਸੀਂ ਸ਼ੁਰੂ ਕੀਤਾ ਸੀ ਗੁਰਦੁਆਰਿਆਂ ਦਾ, ਜਿਵੇਂ ਕਿ ਪਹਿਲਾਂ ਦੱਸਿਆ ਸੀਗਾ, ਉਸ ਤੋਂ ਬਾਅਦ ਐਕਚੁਅਲੀ ਜਿਹੜੀ ਸੀਗੀ ਸਾਡਾ ਫੋਕਸ ਸੀਗਾ ਕਿ ਜਿਹੜੀਆਂ ਉੱਥੇ ਦੀਆਂ ਲੜਕੀਆਂ ਹਨ ਉਹ ਖੇਤਾਂ ਦੇ ਵਿੱਚ ਕੰਮ ਕਰਦੀਆਂ ਸੀ। ਅੱਛਾ। ਅਤੇ ਉਹਨਾਂ ਦੇ ਕੋਲ ਹੋਰ ਕੋਈ ਨਾ ਪੜ੍ਹਾਈ ਸੀ, ਨਾ ਕੁਛ ਹੋਰ ਕੋਈ ਕੰਮ ਕਰਨ ਨੂੰ ਸੀਗਾ। ਉਹ ਸਵੇਰ ਨੂੰ ਚਲ ਜਾਂਦੀਆਂ, ਸ਼ਾਮ ਨੂੰ ਆ ਜਾਂਦੀਆਂ ਸੀਗੀਆਂ ਅਤੇ ਘਰ ਦਾ ਆਪਣਾ ਕੰਮ ਕਰ ਲਿਆ। ਅਤੇ ਅਸੀਂ ਸੰਸਥਾ ਵਾਲਿਆਂ ਨੇ ਸੋਚਿਆ ਕਿ ਵੀ ਕਿਉਂ ਨਾ ਇਹਨਾਂ ਨੂੰ ਰੁਜ਼ਗਾਰ ਦੇ ਵਿੱਚ ਇਹਨਾਂ ਨੂੰ ਵੀ ਪਾਇਆ ਜਾਵੇ, ਕਿਉਂਕਿ ਬੱਚੀਆਂ ਜਿਹੜੀਆਂ ਹੈਗੀਆਂ ਉਹ ਆਪਣੇ ਕਹਿੰਦੇ ਹੁੰਦੇ ਨਾ ਵੀ 2 ਪਰਿਵਾਰ ਪਾਲਦੀਆਂ। ਅੱਛਾ। ਹਾਂ। ਆਪਣਾ ਪਹਿਲਾਂ ਪੇਕੇ ਦਾ ਮੁੜ ਕੇ ਸਹੁਰੇ ਦਾ ਜਾ ਕੇ, ਅਤੇ ਉਹਨਾਂ ਨੂੰ ਇਹ ਜ਼ਰੂਰੀ ਆ ਵੀ ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਉਹਨਾਂ ਕੀਤਾ ਜਾਵੇ। ਜਿਹੜੀਆਂ ਵੱਡੀਆਂ ਲੜਕੀਆਂ ਆ ਜੀ, ਉਹਨਾਂ ਨੂੰ ਸਿਲਾਈ ਸੈਂਟਰ ਉਹਨਾਂ ਵਾਸਤੇ ਖੋਲ੍ਹੇਗਾ। ਅੱਛਾ। ਸਿਲਾਈ ਸੈਂਟਰ ਪਹਿਲਾਂ ਅਸੀਂ 3 ਖੋਲ੍ਹੇ ਸੀਗੇ, ਜਿਨ੍ਹਾਂ ਦੇ ਵਿੱਚ ਉਹਨਾਂ ਨੂੰ 1 ਸਾਲ ਦੀ ਪੂਰੀ ਟ੍ਰੇਨਿੰਗ ਦੇ ਕੇ। ਅੱਛਾ। ਅਤੇ ਉਹਨਾਂ ਦੇ ਵਿੱਚੋਂ ਜਿਹੜੀਆਂ ਲੜਕੀਆਂ ਪਾਸ ਹੁੰਦੀਆਂ ਉਹਨਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾਂਦੀਆਂ ਫ੍ਰੀ। ਅੱਛਾ। ਉਹਦਾ ਕਾਰਨ ਸੀ ਕਿਉਂਕਿ ਜਿਹੜੀਆਂ ਪਾਸ ਹੋ ਗਈਆਂ ਉਹ ਤਾਂ ਆਪਣੇ ਸੀ ਲੈਣਗੀਆਂ, ਜਿਨ੍ਹਾਂ ਨੂੰ ਅਜੇ ਆਉਂਦਾ ਹੀ ਨਹੀਂ ਗਾ ਉਹ ਘਰ ਦਾ ਸ਼ਿਕਾਰ ਬਣਾਉਣਗੀਆਂ ਜਾਂ ਉਹ ਵੇਚਣਗੀਆਂ। ਕਿਉਂਕਿ ਕੌਮ ਦਾ ਪੈਸਾ ਅਸੀਂ ਵੇਸਟ ਨਹੀਂ ਹੋਣ ਦੇਣਾ, ਜਿਹੜਾ ਸਾਡਾ ਮਕਸਦ ਆ ਨਾ। ਸੋ ਤੁਸੀਂ ਜਿਹੜੀ ਫ੍ਰੀ ਮਸ਼ੀਨ ਦੇਣ ਦੀ ਸ਼ਰਤ ਇਹ ਰੱਖੀ ਕਿ ਪਹਿਲਾਂ ਉਹ 1 ਸਾਲ ਦਾ ਉਹ ਡਿਪਲੋਮਾ ਜਿਹਾ ਕਰਨ, ਡਿਪਲੋਮਾ ਜਾਂ ਸਰਟੀਫਿਕੇਟ ਜਿਹੜਾ ਐਕਚੁਅਲੀ ਜਿਹੜਾ ਸਰਟੀਫਿਕੇਟ ਅਸੀਂ ਦਿੰਦੇ ਸੀਗੇ ਨਾ, ਉਹ ਐਕਚੁਅਲੀ ਉਸ ਏਰੀਆ ਦੇ ਵਿੱਚ ਵਾਲਿਊਬਲ ਹੋ ਗਿਆ। ਅੱਛਾ। ਹੌਲੀ ਹੈ ਨਾ, ਕਿਉਂਕਿ ਜੇ ਉਹ ਕਿਤੇ ਜੋਬ ਵੀ ਲੈਣ ਜਾਂਦੀ ਸੀਗੀ ਜਾਂ ਕਿਤੇ ਦੇਖਦੇ ਸੀਗੇ, ਉਹ ਕਹਿੰਦੀ ਸੀ ਮੇਰੇ ਕੋਲ ਸਿੱਖ ਕਾਉਂਸਲ ਦਾ ਸਰਟੀਫਿਕੇਟ ਆ। ਅੱਛਾ। ਵਾਲਿਊਬਲ ਸਰਟੀਫਿਕੇਟ ਸੀਗਾ ਉਹ, ਕਿਉਂਕਿ ਵੀ ਉਹਨੇ ਟ੍ਰੇਨਿੰਗ ਲਈ ਆ ਉਹਨੇ ਉੱਥੋਂ। ਕਿੰਨੀਆਂ ਕੁੜੀਆਂ ਨੂੰ ਹੁਣ ਤੱਕ ਐਜੂਕੇਟ ਕੀਤਾ ਜਾ ਚੁੱਕਾ ਅਤੇ ਮਸ਼ੀਨਾਂ ਤੁਸੀਂ ਦੇ ਚੁੱਕੇ ਹੋ? ਪੂਰੀ ਗਿਣਤੀ ਨਹੀਂ ਯਾਦ, ਪਰ 1000 ਤੋਂ ਵੱਧ ਜਿਹੜੀ ਮਸ਼ੀਨ ਆ ਅਸੀਂ ਉਹ ਦੇ ਚੁੱਕੇ ਹਾਂ, ਕਿਉਂਕਿ ਇਹਦਾ ਪਿਛਲੇ ਕੋਵਿਡ ਦਾ ਕਰਕੇ ਅਸੀਂ ਹੁਣ ਸਟਾਪ ਕੀਤਾ, ਪਰ ਅਸੀਂ ਹੁਣ ਅਗਲੇ ਸਾਲ ਜਿਹੜਾ ਉਹ ਫਿਰ ਦੁਬਾਰਾ ਸ਼ੁਰੂ ਕਰਨਾ, ਕਿਉਂਕਿ ਉਹ ਜ਼ਰੂਰੀ ਇੱਕ ਹਿੱਸਾ ਬਣ ਗਿਆ। ਹੁਣ ਬਹੁਤ ਥਾਵਾਂ ਤੋਂ ਹੋਰ ਵੀ ਫੋਨ ਵੀ ਆਉਂਦੇ ਆ ਅਤੇ ਵੀ ਸਾਡੇ ਪਿੰਡ ਖੋਲ੍ਹੋ। ਫੋਲੋ ਅਪ ਵੀ ਤੁਸੀਂ ਕੀਤਾ ਉਸ ਤੋਂ ਬਾਅਦ ਵੀ? ਉਹ ਕੀ ਕਰ ਰਹੀਆਂ? ਬਹੁਤ ਜ਼ਰੂਰੀ ਕੁਐਸਚਨ। ਹਾਂ। ਅਸੀਂ ਇੱਕ ਲੜਕੀ ਦੇ ਕਰਕੇ, ਮੈਂ ਛੋਟਾ ਜਿਹਾ ਦੱਸ ਕੇ ਤਾਂ ਤੁਹਾਨੂੰ ਫਿਰ ਆਪਾਂ ਅਗਲੇ ਸਟੈਪ ਦੇ ਵੱਲ ਹੋਣਾ ਜੀ। ਅਸੀਂ ਉਹਦੇ ਘਰ ਗਏ, ਅਸੀਂ ਕਿਹਾ ਵੀ ਦੇਖੀਏ ਉਹ ਕੀ ਕਰਦੀ ਆ। ਉਹ ਪਹਿਲਾਂ ਤਾਂ ਜਦੋਂ ਅਸੀਂ ਉਹਦੇ ਘਰ ਗਏ ਤਾਂ ਉਹ ਜਿੱਦਾਂ ਨਾ ਜਿਹੜਾ ਸਾਡਾ ਜਿਹੜਾ ਮੁੱਖ ਸੇਵਾਦਾਰ ਆ ਉਹ ਦੱਸਦਾ, ਉਹ ਗਿਆ ਸੀ ਉਹਦੇ ਘਰ ਜੀ। ਉਹ ਪਹਿਲਾਂ ਤਾਂ ਕੁੜੀ ਨੇ ਜਾਂਦੇ ਉਹਦੇ ਪੈਰ ਫੜ ਲਏ। ਅੱਛਾ। ਕਹਿੰਦੀ ਬਈ ਅੰਕਲ ਜੀ ਤੁਸੀਂ ਸਾਨੂੰ ਤਾਂ ਬਈ ਸਮਝ ਲਓ ਵੀ ਸਾਡੀ ਜ਼ਿੰਦਗੀ ਬਦਲ ਦਿੱਤੀ ਆ। ਅੱਛਾ। ਅਤੇ ਉਹ ਕਹਿੰਦੀ ਵੀ ਮੈਂ ਹੁਣ ਰੋਜ਼ ਦਾ ਤਕਰੀਬਨ ਜਿਹੜਾ ਹੈਗਾ 600-700 ਰੁਪਈਆ ਰੋਜ਼ ਦਾ ਮੈਂ ਬਣਾ ਲੈਂਦੀ ਹਾਂ, ਅਤੇ ਬਣਾ ਕੇ ਮੈਂ ਆਪਣੇ ਉਹਦੇ ਨਾਲ ਬੱਚੇ ਵੀ ਪ੍ਰਾਈਵੇਟ ਪੜ੍ਹਾਉਣ ਲੱਗ ਪਈ ਹਾਂ, ਅਤੇ ਜਿਹੜੇ ਹੈਗੇ ਆ ਮੇਰੇ ਘਰ ਦੇ ਖਰਚੇ ਵੀ ਤੁਰਨ ਲੱਗ ਪਏ। ਠੀਕ ਹੈ। ਅਤੇ ਦੂਸਰੀ ਜਿਹੜੀ ਸਾਨੂੰ ਜਿੱਥੋਂ ਤਾਈਂ ਜਿਹੜਾ ਫੀਲ ਹੋਇਆ, ਨੇੜੇ ਤੇੜੇ ਜਿੰਨੇ ਵੀ ਬੁਟੀਕ ਸੀਗੇ ਉਹ ਸਲੋ ਹੋ ਗਏ। ਅੱਛਾ। ਕਿਉਂਕਿ ਸਾਹਮਣੇ ਤਾਂ ਉਹਨਾਂ ਨੇ ਉੱਥੋਂ ਸਮਾਉਣਾ ਹੁੰਦਾ ਸੀਗਾ, ਫਿਰ ਉਹਨਾਂ ਨੇ ਆਪ ਸੀਨਾ ਸ਼ੁਰੂ ਕਰਤਾ। ਜਿਹੜੇ ਇੱਕ ਦੂਸਰੇ ਦਾ ਜਿਹੜੇ ਪਰਿਵਾਰ ਦੇ ਵਿੱਚ ਸੀਗੇ ਉਹਨਾਂ ਦੇ ਸੀਨੇ ਸ਼ੁਰੂ ਕਰ ਦਿੱਤੇ। ਸੋ ਬੇਸਿਕਲੀ ਕਹਿਣ ਦਾ ਮਤਲਬ ਇਹ ਆ ਕਿ ਅਸੀਂ ਉਹਨਾਂ ਨੂੰ ਫੋਲੋਅਪ ਕੀਤਾ ਅਤੇ ਉਹ ਫਾਈਂਡ ਆਊਟ ਕੀਤਾ ਕਿ ਉਹ ਸਾਰੇ ਜਿੰਨੇ ਵੀ ਹੋ ਸਕੇ ਉਹ ਖੁਸ਼ ਆ ਇਸ ਵੇਲੇ। ਸਾਡੇ ਇੱਕ ਲਿਸਨਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ, ਆਪਾਂ ਸ਼ਾਮਿਲ ਹੋਏ ਨੇ ਮੇਰੇ ਨਾਲ ਇਸ ਵੇਲੇ, ਸੁਖਵਿੰਦਰ ਸਿੰਘ ਜੀ। ਸੁਖਵਿੰਦਰ ਜੀ, ਹਾਂਜੀ ਜੀ ਆਇਆਂ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਗੁਰਮੀਤ ਸਿੰਘ ਸਾਹਮਣੇ ਜੀ। ਮੈਂ ਵਿੱਚ ਪ੍ਰੋਗਰਾਮ ਸੁਣ ਰਿਹਾ ਹੈਗਾ ਕਿਉਂਕਿ ਮੈਂ ਟੈਕਸੀ ਚਲਾ ਰਿਹਾ ਸੀ, ਲੇਕਿਨ ਤੁਸੀਂ ਗੁਰੂ ਨਾਨਕ ਦਾ ਫਲਸਫਾ ਹੀ ਮਤਲਬ ਆਪਣੇ ਬੱਚਿਆਂ ਤੱਕ ਪਹੁੰਚਾ ਨਹੀਂ ਸਕੇ। ਉਹਦੇ ਬਾਰੇ ਕਹਿਣਾ ਵੀ ਸਾਡੇ ਗੁਰਦੁਆਰਿਆਂ ਵਿੱਚ
ਸਿਵਾਏ ਲੰਗਰ ਔਰ ਸਿਵਾਏ ਪ੍ਰਸ਼ਾਦ ਵਗੈਰਾ ਤੋਂ ਜਾਂ ਜੋ ਦੀ ਲੈਕਚਰ ਦੇ ਕੇ ਔਰ ਜੋ ਦੀ ਬੋਲ ਕੇ ਹੋਰ ਕੁਝ ਨਹੀਂਗਾ। ਮੇਰਾ ਰਿਕੁਐਸਟ ਇਹੀ ਆ ਕਿ ਵੀ ਉੱਥੇ ਐਜੂਕੇਟਿਡ ਗੁਰਮਤ ਦੇ ਮੁਤਾਬਿਕ ਤਿਆਰ ਹੋ ਕੇ ਬੰਦੇ ਵੈਲ ਐਜੂਕੇਟਿਡ ਹੋ ਕੇ ਉਹ ਗ੍ਰੰਥੀ ਬਣਨ, ਉਹ ਕੀਰਤਨ ਕਰਨ ਔਰ ਹਲੀਮੀ ਦੇ ਨਾਲ। ਡਿਕਟੇਟ ਕਰਕੇ ਜ਼ਬਰਦਸਤੀ ਕਰਕੇ ਉਹ ਨਹੀਂ ਬੱਚੇ ਮੰਨਦੇ। ਮੈਂ ਤੁਹਾਨੂੰ ਦੱਸਾਂ, ਤੁਸੀਂ ਵੀ ਨੋਟ ਕੀਤਾ ਹੋਏਗਾ ਕਿ ਬੱਚੇ ਹੋਰ ਜਿੱਥੇ ਬਹੁਤ ਹਲੀਮੀ ਦੇ ਨਾਲ, ਪਿਆਰ ਦੇ ਨਾਲ ਔਰ ਰਿਸਪੈਕਟ ਨਾਲ ਸਿਖਾਇਆ ਜਾ ਰਿਹਾ, ਉਸ ਪਾਸੇ ਨੂੰ ਜਾ ਰਹੇ ਨੇ। ਇਸ ਕਰਕੇ ਆਪਣੇ ਗੁਰੂ ਨਾਨਕ ਜੀ ਦਾ ਫਲਸਫਾ ਜਿਹੜਾ ਹੈਗਾ ਉਹਨੂੰ ਹਲੀਮੀ ਦੇ ਨਾਲ ਤੇ ਰਿਕੁਐਸਟ ਕਰਕੇ ਅਗਲੇ ਨੂੰ ਕਨਵਿੰਸ ਕਰ ਦਿਓ। ਉਹਨਾਂ ਦੇ ਕੁਐਸਚਨ ਨੇ ਬੱਚਿਆਂ ਦੇ, ਉਹ ਕੁਐਸਚਨ ਅਸੀਂ ਆਨਸਰ ਨਹੀਂ ਕਰ ਸਕਦੇ ਤਾਂ ਉਹ ਡਾਈਵਰਟ ਹੋ ਜਾਂਦੇ ਨੇ। ਇਸ ਕਰਕੇ ਉਹਨਾਂ ਦੇ ਕੁਐਸਚਨ ਵੀ ਆਨਸਰ ਕੀਤੇ ਜਾ ਸਕਣ ਤਾਂ ਉਹ ਬਿਹਤਰ ਹੋਗਾ। ਇਹ ਮੇਰਾ ਰਿਕੁਐਸਟ ਹੈ। ਅਗਰ ਤੁਹਾਡੀ ਸੰਸਥਾ ਇੰਨੀ ਤਗੜੀ ਹੈਗੀ ਆ ਤਾਂ ਗੁਰਦੁਆਰਿਆਂ ਨੂੰ ਅਗਰ ਜਾ ਕੇ ਨਹੀਂ ਕਹਿ ਸਕਦੇ ਤਾਂ ਚਿੱਠੀਆਂ ਲਿਖ ਦਿਓ ਤੇ ਬਈ ਥੋੜਾ ਹਲੀਮੀ ਦੇ ਨਾਲ ਤੇ ਆਵਾਜ਼ ਜਿਹੜੀ ਆ ਰੇਡੀਓ ਦੀ ਉੱਥੇ ਉਹ ਵੀ ਹੌਲੀ ਕਰਨ। ਉਹ ਕੰਨਾਂ ਨੂੰ ਪਾੜਦੀ ਹੁੰਦੀ ਹੈ ਤਾਂ ਬੰਦਾ ਮੱਥਾ ਟੇਕ ਕੇ ਬਾਹਰ ਚਲੇ ਜਾਂਦਾ, ਸੁਣਦਾ ਕੁਝ ਨਹੀਂਗਾ। ਇੰਨਾ ਕੁ ਮੇਰਾ ਕਹਿਣਾ ਸੀ। ਬਹੁਤ ਬਹੁਤ ਧੰਨਵਾਦ ਜੀ। ਜੀ ਹਾਂਜੀ ਗੁਰਦੀਪ ਜੀ ਕੀ ਕਹੋਗੇ? ਹਾਂਜੀ, ਇਹ ਬਹੁਤ ਵਧੀਆ ਉਹਨਾਂ ਨੇ ਕੁਐਸਚਨ ਰੇਜ਼ ਕੀਤਾ ਆ ਔਰ ਬੜੀ ਆਪਾਂ ਉਸ ਗੱਲ 'ਤੇ ਅਜੇ ਆਉਣਾ ਸੀਗਾ ਜੀ, ਅਤੇ ਉਹਨਾਂ ਨੇ ਸਾਨੂੰ ਇਹ ਕੁਐਸਚਨ ਰੇਜ਼ ਕੀਤਾ। ਸਾਡਾ ਫਰਜ਼ ਬਣਦਾ ਉਸ ਗੱਲ ਨੂੰ ਅਸੀਂ ਰੈਕਟੀਫਾਈ ਕਰੀਏ। ਅਸੀਂ ਇਹ ਵਾਕਈ ਸਹੀ ਗੱਲ ਆ। ਜਿਹੜਾ ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀਗਾ ਕਿ ਅਸੀਂ ਸਕੂਲ ਦੇ ਵਿੱਚ ਇੱਕ ਟੀਚਰ ਹਾਇਰ ਕੀਤਾ ਸੀਗਾ। ਅਸੀਂ ਗੁਰਮਤ ਦੀਆਂ ਕਲਾਸਾਂ, ਅੱਛਾ, ਅਤੇ ਨਾਲ ਉਹਨਾਂ ਨੂੰ ਕੀਰਤਨ ਅਤੇ ਨਾਲ ਪੰਜਾਬੀ, ਉਹ ਉਸ ਸਕੂਲ ਦੇ ਵਿੱਚ ਅਸੀਂ ਇੱਕ ਸਕੂਲ ਦੇ ਵਿੱਚ ਆਰੰਭ ਕੀਤਾ ਸੀ। ਇੱਕ ਸਕੂਲ ਉਸ ਸਕੂਲ ਆਲਰੇਡੀ ਸਕੂਲ ਉੱਥੇ ਚੱਲ ਰਹੇ ਹੁੰਦੇ ਆ? ਮੈਂ ਹੁਣ ਤੁਹਾਨੂੰ ਉਹ ਥੋੜ੍ਹਾ ਜਿਹਾ ਦੱਸ ਦਿੰਦਾ। ਅਸੀਂ ਜਿਹੜੇ ਸੇਵਾ ਕਰ ਰਹੇ ਹਾਂ, ਅਸੀਂ 10 ਸਕੂਲਾਂ ਦੇ ਵਿੱਚ ਅਲੱਗ-ਅਲੱਗ ਏਰੀਆ ਦੇ ਵਿੱਚ, ਓਕੇ, ਅਲੱਗ-ਅਲੱਗ ਏਰੀਆ ਵਿੱਚ ਜਿਹੜਾ ਇੱਕ ਸਕੂਲ ਦਾ ਅਤੇ ਦੂਸਰੇ ਸਕੂਲ ਦਾ ਸ਼ਾਇਦ ਕਈ ਸਕੂਲਾਂ ਦਾ ਫਰਕ ਜਿਹੜਾ ਹੋਏਗਾ ਉਹ 400 ਮੀਲ ਤੋਂ ਵੀ ਜ਼ਿਆਦਾ ਹੋਏਗਾ। ਬਹੁਤ ਦੂਰ ਹੈ ਕਿਉਂਕਿ ਕਾਫੀ ਵੱਡਾ ਏਰੀਆ। ਸੋ ਇਹ ਜਿਹੜੇ ਆਲਰੇਡੀ ਉੱਥੇ ਐਗਜ਼ਿਸਟਿੰਗ ਸਕੂਲ ਚੱਲ ਰਹੇ ਆ ਉਹਨਾਂ ਦੇ ਨਾਲ ਤੁਸੀਂ ਕੋਲੈਬੋਰੇਟ ਕੀਤਾ ਜਾ? ਉਹਨਾਂ ਦੇ ਨਾਲ ਹੀ ਕੀਤਾ। ਅੱਛਾ, ਉਹਨਾਂ ਦੇ ਨਾਲ ਹੀ ਗੱਲ ਕੀਤੀ ਆ। ਉਹ ਅਸੀਂ ਕਿਉਂਕਿ ਇੱਕ ਸਕੂਲ ਜਿਹੜਾ ਹੈਗਾ ਆ ਉਹਦਾ ਨਾਂ ਗੁਰੂਕੁਲ ਸਕੂਲ ਆ। ਉਹ ਕਾਫੀ ਐਕਚੁਅਲੀ ਉਹ ਜਿਹੜਾ ਗੁਰੂਕੁਲ ਦਾ ਪ੍ਰਿੰਸੀਪਲ ਆ ਉਹ ਵੀ ਸ਼ਿਗਲੀਗਰਾਂ ਦੇ ਵਿੱਚ ਜਦੋਂ ਬਚਪਨ ਦੇ ਵਿੱਚ ਸੀਗਾ ਉਹ ਰਹਿੰਦਾ ਰਿਹਾ ਥੋੜ੍ਹਾ ਚਿਰ, ਮਹੀਨਾ 2 ਮਹੀਨੇ ਰਿਹਾ ਆ। ਉਹਦੇ ਮਨ ਦੇ ਵਿੱਚ ਵੀ ਇੱਕ ਹੈਗੀ ਆ ਬਈ ਅਸੀਂ ਇਹਨਾਂ ਨੂੰ ਲੋਕਾਂ ਨੂੰ ਥੋੜ੍ਹਾ ਜਿਹਾ ਉੱਚਾ ਉਠਾਈਏ। ਠੀਕ ਹੈ। ਅਤੇ ਉਹ ਸਾਨੂੰ ਕਾਫੀ ਸਪੋਰਟ ਕਰ ਰਿਹਾ। ਉਹ ਕਹਿੰਦਾ ਵੀ ਤੁਸੀਂ ਜੋ ਕਰਨਾ ਤੁਸੀਂ ਕਰ ਲਓ, ਮੈਂ ਤੁਹਾਨੂੰ ਜਗ੍ਹਾ ਦੇਵਾਂਗਾ, ਬਾਕੀ ਤੁਸੀਂ ਖਰਚਾ ਆਪਣਾ ਕਰਕੇ ਤੁਸੀਂ ਜੋ ਕਰਨਾ ਕਰ ਲਓ। ਓਕੇ, ਠੀਕ ਹੈ। ਸੋ ਹਾਂਜੀ, ਆਪਾਂ ਤੁਸੀਂ ਔਰਤਾਂ ਦੀ ਗੱਲ ਕੀਤੀ ਜਾਂ ਜਿਹੜੀਆਂ ਯੰਗ ਕੁੜੀਆਂ ਹੈਗੀਆਂ ਉਹਨਾਂ ਦੀ ਗੱਲ ਕੀਤੀ ਕਿ ਇੱਕ ਤਾਂ ਉਹਨਾਂ ਲਈ ਪ੍ਰੋਜੈਕਟ ਹੈਗਾ ਚੱਲ ਰਿਹਾ ਕਿ ਉਹ ਇੰਡੀਪੈਂਡੈਂਟ ਹੋ ਸਕਣ, ਸਿਲਾਈ ਸਿਖਾਈ ਜਾਂਦੀ ਹੈ ਅਤੇ ਮਸ਼ੀਨਾਂ ਦਿੱਤੀਆਂ ਜਾਂਦੀਆਂ। ਹਾਂਜੀ। ਮੈਂ ਨਾਲ ਇਸ ਗੱਲ ਤੋਂ ਹੈਰਾਨ ਹਾਂ ਕਿ ਆਦਮੀ ਕੀ ਕਰਦੇ ਨੇ ਉੱਥੇ। ਸਿੱਖਲੀਗਰ ਸਿੱਖ ਜਿਹੜੇ ਨੇ ਉਸ ਕਮਿਊਨਿਟੀ ਦੇ ਆਦਮੀ ਜਿਹੜੇ ਪਹਿਲਾਂ ਕਿਸੇ ਸਮੇਂ ਗੁਰੂ ਸਾਹਿਬ ਦੇ ਸਮੇਂ ਹਥਿਆਰ ਬਣਾਇਆ ਕਰਦੇ ਸੀ, ਉਹ ਕੀ ਕਰਦੇ ਆ? ਰੀਜ਼ਨ ਇਹ ਆ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਖਬਰਾਂ ਆ ਰਹੀਆਂ ਹਮੇਸ਼ਾ ਜਦੋਂ ਵੀ ਖਬਰ ਸਾਹਮਣੇ ਆਉਂਦੀ ਆ ਜਾਂ ਤਾਂ ਉਹਨਾਂ ਦੇ ਮਾੜੇ ਜੀਵਨ ਪੱਧਰ ਦੀ ਆਉਂਦੀ ਆ ਜਾਂ ਦੂਸਰੀ ਖਬਰ ਇਹ ਆਉਂਦੀ ਆ ਕਿ ਸਿੱਖਲੀਗਰ ਸਿੱਖ ਜਿਹੜੇ ਆ ਉਹ ਇੱਕ ਤਰੀਕੇ ਦੇ ਨਾਲ ਇਲੀਗਲ ਹਥਿਆਰ ਜਿਹੜੇ ਆ ਉਹਨਾਂ ਦਾ ਧੰਦਾ ਉਹ ਕਰ ਰਹੇ, ਉਹ ਬਣਾ ਰਹੇ ਆ। ਕੀ ਕਹੋਗੇ? ਜਿਹੜੇ ਕੁਛ ਜਿਹੜੇ ਹੈਗੇ ਆ ਸਾਰੇ ਨਹੀਂ ਕਰਦੇ। ਕੁਛ ਜਿਹੜੇ ਹੈਗੇ ਆ ਉਹ ਤਾਲੇ ਚਾਬੀਆਂ ਦਾ ਕੰਮ ਕਰਦੇ ਆ। ਅੱਛਾ, ਆਪਣਾ ਬਹੁਤ ਵਧੀਆ ਰੁਜ਼ਗਾਰ ਚੱਲ ਰਿਹਾ। ਅਸੀਂ ਜਿਹੜੇ ਸਿੱਖ ਕੌਂਸਲ ਆਫ ਸਕਾਟਲੈਂਡ ਨੇ ਤਕਰੀਬਨ ਮੇਰੇ ਕੋਲ ਲਿਸਟ ਹੈਗੀ ਆ 25 ਪਰਿਵਾਰਾਂ ਦੀ। ਅੱਛਾ, ਅਸੀਂ ਉਹਨਾਂ ਨੂੰ ਤਾਲੇ ਚਾਬੀਆਂ ਜਾਂ ਉਹਨਾਂ ਨੂੰ ਜਿਹੜੇ ਲੋਹੇ ਦੇ ਤੱਕਲੇ ਖੁਰਚਣ ਜਾਂ ਡੱਬੇ 'ਚ ਕੁਛ ਇੱਦਾਂ ਦੇ ਬਣਾ ਕੇ ਆ ਉਹਨਾਂ ਨੂੰ ਕੱਚਾ ਲੋਹਾ ਲੈ ਕੇ ਦਿੱਤਾ। ਉਹਨਾਂ ਵਿੱਚੋਂ ਅਸੀਂ ਇਹਨਾਂ ਦੇ ਨਾਲ ਲੱਗਦੇ 2 ਪਰਿਵਾਰ ਜਿਹੜੇ ਹੈਗੇ ਆ ਉਹ ਬਿਲਡਿੰਗ ਦਾ ਕੰਮ, ਜਿਹੜੇ ਡੋਰਾਂ ਬਣਾਉਣੀਆਂ ਜਾਂ ਖਿੜਕੀਆਂ ਬਣਾਉਣੀਆਂ, ਵੈਲਡਿੰਗ ਕਰਕੇ ਉਧਰ ਲੋਹੇ ਦੇ ਜਿਹੜੇ ਫਰੇਮ ਚੱਲਦੇ ਆ ਨਾ ਉਧਰ ਇੰਡੀਆ ਦੇ ਵਿੱਚ, ਜਿਹੜੇ ਮੋਸਟਲੀ ਆਪਣੇ ਲੋਹਾਰ ਕਮਿਊਨਿਟੀ ਕੰਮ ਕਰਦੀ ਆ। ਹਾਂਜੀ ਉਹੀ ਕਰਦੀ ਆ। ਉਹਨਾਂ ਨੂੰ ਵੈਲਡਿੰਗ ਸੈੱਟ ਲੈ ਕੇ ਦਿੱਤੇ ਆ। ਹੁਣ ਜਦੋਂ ਅਸੀਂ ਅਸੀਂ ਫਰਵਰੀ ਦੇ ਵਿੱਚ ਅਸੀਂ ਗਏ ਸੀ, ਅਸੀਂ ਉੱਥੇ ਮਿਲ ਕੇ ਆਏ ਹਾਂ ਇੱਕ ਪਰਿਵਾਰ ਨੂੰ ਜਿਹੜਾ ਵੈਲਡਿੰਗ ਸੈੱਟ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਤੁਸੀਂ ਉਹਨੂੰ ਫੋਲੋਅਪ ਕਰਦੇ ਆ, ਅਸੀਂ ਉਹ ਦੇਖ ਕੇ ਆਏ ਹਾਂ। ਉਹਨਾਂ ਨੇ ਮੇਰੇ ਖਿਆਲ 3-4 ਬੰਦੇ ਹੋਰ ਇੰਪਲੋਏ ਕੀਤੇ ਆ ਜਿਨ੍ਹਾਂ ਨੂੰ ਉਹ 5-5 ਹਜ਼ਾਰ ਰੁਪਈਆ ਮਹੀਨੇ ਦਾ ਤਨਖਾਹ ਦਿੰਦੇ ਆ। ਉਹ ਵੀ ਸਿਗਲੀਗਰਾਂ ਪਰਿਵਾਰਾਂ ਵਿੱਚੋਂ। ਸੋ ਕਹਿਣ ਦਾ ਮਤਲਬ ਵੀ ਜੇ ਇੱਕ ਥਾਂ ਸ਼ੁਰੂ ਕੀਤਾ ਉਹਨਾਂ ਦੇ ਨਾਲ ਥੋੜ੍ਹੀ ਜਿਹੀ ਇੰਪਲੋਇਮੈਂਟ ਜਿਹੜੀ ਹੈਗੀ ਆ
ਉਹ ਵਧੀ ਆ ਤਾਂ ਉਹ ਉਹਨਾਂ ਨੂੰ ਜਿਹੜਾ ਖਰਚੇ ਦਿੰਦੇ ਆ। ਅੱਛਾ, ਇੱਕ ਮੈਂ ਥੋੜ੍ਹੀ ਇੱਥੇ ਜ਼ਿਕਰ ਕਰਨਾ ਚਾਹੁੰਦੀ ਹਾਂ, ਹਰਪ੍ਰੀਤ ਕੌਰ ਖੁਰਾਣਾ ਜਿਨ੍ਹਾਂ ਨੇ PhD ਕੀਤੀ ਆ ਸਿੱਖ ਲੀਗਰ ਸਿੱਖਾਂ 'ਤੇ, ਉਹਨਾਂ ਨੇ 2-3 ਕਿਤਾਬਾਂ ਵੀ ਲਿਖੀਆਂ। ਹਾਂਜੀ, ਉਹ ਇਹ ਗੱਲ ਕਹਿੰਦੇ ਕਿ ਵੀ ਸਭ ਤੋਂ ਜਿਹੜਾ ਵੱਡਾ ਕਾਰਨ ਆ ਉਹਨਾਂ ਦੇ ਉੱਪਰ ਨਾ ਉੱਠਣ ਦਾ, ਉਹ ਲੈਕ ਆਫ ਐਜੂਕੇਸ਼ਨ ਆ। ਹਾਂਜੀ, ਕਹਿੰਦੇ ਕਿ ਇਸ ਗੱਲ ਦੀ ਗਵਾਹੀ ਇਹ ਗੱਲ ਭਰਦੀ ਆ ਕਿ ਕੋਈ ਵੀ ਸਿੱਖ ਲੀਗਰ ਸਿੱਖ ਜਿਹੜਾ ਉਹ ਗ੍ਰੈਜੂਏਟ ਨਹੀਂ ਹੈ। ਇਹ ਗੱਲ ਸਹੀ ਹੈ? ਹਾਂਜੀ, ਬਿਲਕੁਲ ਸਹੀ ਸੀ। ਪਰ ਹੁਣ ਅਸੀਂ ਉਸ ਚੀਜ਼ ਨੂੰ ਖਤਮ ਕਰਤਾ। ਅੱਛਾ, ਕਿਉਂਕਿ ਜੇ ਟੋਟਲੀ ਨਾ ਹੋਵੇ ਫਿਰ ਅਸੀਂ ਕਹਿ ਸਕਦੇ ਹਾਂ ਅਸੀਂ ਜਿਹੜੇ ਸਿੱਖ ਕਾਉਂਸਲ ਆਫ ਸਕਾਟਲੈਂਡ ਨੇ ਪੜ੍ਹਾ ਕੇ 4 ਲੜਕੀਆਂ ਪੜ੍ਹਾਈਆਂ ਜਿਹੜੀਆਂ ਕਿ ਉਹ ਇੰਜੀਨੀਅਰਿੰਗ ਪਾਸ ਕੀਤੀ ਉਹਨਾਂ ਨੇ। ਓਕੇ, ਸਿੱਖ ਲੀਗਰਾਂ ਦੀਆਂ ਸੀਗੀਆਂ। ਇਹ 2 ਮੁੰਡੇ ਜਿਹੜੇ ਹੈਗੇ ਆ ਉਹਨਾਂ ਨੇ ਇੰਜੀਨੀਅਰਿੰਗ ਪਾਸ ਕੀਤੀ ਆ। 4 ਮੁੰਡੇ ਇਸ ਵੇਲੇ ਜਿਹੜੀ ਹੈਗੀ ਹੈ ਸੇਜ ਯੂਨੀਵਰਸਿਟੀ ਆਫ ਇੰਦੌਰ ਉੱਥੇ ਪੜ੍ਹ ਰਹੇ ਆ। ਅੱਛਾ, ਉਹਨਾਂ ਦਾ ਪਹਿਲਾ ਸਾਲ ਆ, 4 ਸਾਲ ਦਾ ਕੋਰਸ ਆ ਉਹਨਾਂ ਦਾ। ਉਹਨਾਂ ਦੇ ਵਿੱਚੋਂ ਕੋਈ ਐਗਰੀਕਲਚਰ 'ਤੇ ਕਰ ਰਿਹਾ, ਕੋਈ ਇੰਜੀਨੀਅਰਿੰਗ 'ਤੇ ਕਰ ਰਿਹਾ, ਉਹ ਕਰ ਰਹੇ ਆਪਣੀ, ਉਹ ਵੀ ਕਰ ਰਹੇ ਆ। ਪਰ ਇੱਕ ਤਰਾਸਦੀ ਹੈਗੀ ਉੱਥੇ ਦੀ ਜਿਹੜੀ ਹੈਗੀ ਆ ਗੌਰਮੈਂਟ ਵੀ ਆ, ਉਹ ਜਿਹੜੇ ਐਜੂਕੇਟਡ ਪਰਸਨ ਹੁੰਦੇ ਵੀ ਆ ਅਜੇ, ਕਿਉਂਕਿ ਬਹੁਤ ਗਿਣਤੀ ਦੇ ਵਿੱਚ, ਜਿੱਦਾਂ ਹੁਣ ਗਿਣਤੀ ਦਾ ਆਪਾਂ ਉਂਗਲਾਂ 'ਤੇ ਗਿਣ ਲਏ, 2-4 ਹੋਰ ਹੋਣਗੇ, ਉਹਨਾਂ ਨੂੰ ਜੋਬਾਂ ਨਹੀਂ ਦਿੰਦੇ। ਅੱਛਾ, ਹੁਣ ਤੁਸੀਂ ਇਸ ਤੋਂ ਪਹਿਲਾਂ ਗੱਲ ਕੀਤੀ ਸੀਗੀ ਕਿ ਜਿਹੜੇ ਹੈਗੇ ਆ ਵੀ ਉਹ ਕੀ ਕਰਦੇ ਹੋਣਗੇ ਨਾ। ਹਾਂ, ਇੱਕ ਥਾਂ ਮੈਂ ਉਹਨਾਂ ਦੇ ਮੀਡੀਆ ਦੀ ਗੱਲ ਕਰਦਾ, ਉੱਥੇ ਦੇ ਬਲਵਾੜੀ ਸਿੰਧਵਾਂ ਡਿਸਟ੍ਰਿਕਟ ਦੀ ਗੱਲ ਕਰ ਰਿਹਾ ਮੈਂ। ਉੱਥੇ ਪਿੰਡ ਆ ਬਲਵਾੜੀ ਦੇ ਨੇੜੇ ਆ, ਉਹ ਬੰਦੇ ਕੰਮ ਕਰਦੇ ਸਿੰਧਵਾਂ ਦੇ ਵਿੱਚ 40 ਮੁੰਡੇ ਕੰਮ ਕਰਦੇ ਸੀ। ਅੱਛਾ, ਔਰ ਪੁਲਿਸ ਨੇ ਉਹਨਾਂ 'ਤੇ ਦਬਾਅ ਪਾ ਕੇ ਉਹਨਾਂ ਮੁੰਡਿਆਂ ਨੂੰ ਉੱਥੋਂ ਹਟਾਇਆ ਵੀ ਇਹ ਚੋਰੀ ਕਰਦੇ ਆ। ਪੁਲਿਸ ਨੂੰ ਤਾਂ ਕੋਈ ਹੱਕ ਨਹੀਂ ਬਣਦਾ ਵੀ ਹੁਣ ਚੋਰੀ ਕਰਦੇ ਆ, ਜੇ ਚੋਰੀ ਕਰਦਾ ਤਾਂ ਮਾਲਕ ਕੰਪਲੇਨ ਕਰੇ ਫੇਰ ਹੀ ਆ ਨਾ। ਅੱਛਾ, ਪਰ ਪੁਲਿਸ ਨੇ ਦਬਾਅ ਪਾ ਕੇ, ਇਸ ਕਰਕੇ ਜਿਹੜੀ ਉੱਥੇ ਦੀ ਹੈਗੀ ਆ ਗੌਰਮੈਂਟ, ਜਿੱਦਾਂ ਉਹ ਹੈਗੀ ਆ, ਉਹ ਉਹਨਾਂ ਦਾ ਅਜੇ ਸਾਥ ਨਹੀਂ ਦੇ ਰਹੀ। ਸਾਨੂੰ ਸਿੱਖਾਂ ਨੂੰ, ਐਕਚੁਅਲੀ ਮੈਂ ਹੁਣ ਮੁੜ ਕੇ ਉੱਥੇ ਆਉਣ ਲੱਗਾ, ਸਾਡੇ ਸਿੱਖਾਂ ਨੂੰ ਇਕਜੁੱਟ ਹੋ ਕੇ ਉਹਨਾਂ ਨੂੰ ਵੱਧ ਤੋਂ ਵੱਧ ਐਜੂਕੇਟ ਕਰਕੇ, ਜਿੰਨਾ ਚਿਰ ਸਾਡੇ ਐਜੂਕੇਟ ਕਰਕੇ ਬੱਚੇ ਕੋਈ ਚੰਗੀਆਂ ਜੋਬਾਂ 'ਤੇ ਨਹੀਂ ਲੱਗਦੇ, ਭਾਵੇਂ ਸਾਨੂੰ ਕੁਛ ਵੀ ਕਰਨਾ ਪਵੇ ਉਹਦੇ ਲਈ, ਸਾਨੂੰ ਕਰਨਾ ਪਏਗਾ, ਸਾਨੂੰ ਸਟਰਗਲ ਕਰਨੀ ਪਏਗੀ, ਪਰ ਉਹ ਸਾਨੂੰ ਕਰਨੀ ਹੋਏਗੀ। ਔਰ ਮੈਂ ਇੱਥੇ ਜ਼ੋਰਦਾਰ ਮੈਂ ਇਹ ਮਤਲਬ ਸੰਗਤ ਦੇ ਅਪੀਲ ਕਰਦਾ ਕਿ ਜੇ ਉਹ ਸਿੱਖ ਕਾਉਂਸਲ ਆਫ ਸਕਾਟਲੈਂਡ ਦਾ ਸਾਥ ਦੇਣ, ਅਸੀਂ ਇੱਕ ਏਰੀਆ ਤਾਂ ਅਸੀਂ ਸੰਭਾਲ ਦਿਆਂਗੇ। ਅੱਛਾ, ਹਾਂਜੀ, ਇਹ ਸਾਡੀ ਉੱਥੇ ਦੀ। ਤੁਹਾਡੇ ਕਿੰਨੇ ਕੁ ਮੈਂਬਰ ਹੈ ਸਿੱਖ ਕਾਉਂਸਲ ਦੇ? ਸਾਡੇ ਮੈਂਬਰ ਹੈਗੇ ਆ ਜੀ 4, ਜਿਹੜੇ ਅਸੀਂ ਵਲੰਟੀਅਰ ਤੌਰ 'ਤੇ ਕੰਮ ਕਰਦੇ ਹਾਂ। ਅੱਛਾ, 2 ਜਿਹੜੇ ਸਾਡੇ ਹੈਗੇ ਜਿਹੜੇ ਇੰਡੀਆ ਦੇ ਵਿੱਚ ਆ, ਕਿਉਂਕਿ ਉਹਨਾਂ ਨੂੰ ਵੀ ਬੱਚੇ ਪਾਲਣੇ ਆ, ਉਹ ਪੇਡ ਆ। ਸੋ ਇੰਨੀ ਥੋੜ੍ਹੀ ਗਿਣਤੀ ਆ ਇਹ ਸਿਰਫ? ਹਾਂਜੀ, ਇੰਨੀ ਤੁਸੀਂ ਸਿਰਫ 10 ਤੋਂ ਵੀ ਘੱਟ ਲੋਕ ਹੈਗੇ ਹੋ? ਹਾਂਜੀ। ਪਰ ਇਹ ਤਾਂ ਬਹੁਤ ਹਾਰਡ ਹੁੰਦਾ ਤੁਸੀਂ। ਪਰ ਕੀ ਆ ਜੀ, ਸਾਡਾ ਅਸੀਂ ਉਹ ਕੀ ਹੈ ਨਾ, ਆਪਣੇ ਕਹਿੰਦੇ ਹੁੰਦੇ ਵੀ ਜੇ ਤੁਹਾਡੇ ਮਨ ਦੇ ਵਿੱਚ ਕੋਈ ਧਾਰਿਆ ਆ, ਅਸੀਂ ਇਹ ਕਹਿ ਲਓ ਵੀ ਜਿੰਨੇ ਵੀ ਅਸੀਂ ਹੈਗੇ ਨਾ, ਅਸੀਂ ਜਨੂਨ ਵਾਲੇ ਆ। ਸਾਡੇ ਕੋਲ ਪੈਸੇ ਵੀ, ਸਾਡੇ ਕੋਲ ਸੋਰਸਿਸ ਬਹੁਤ ਰਹੇ, ਘੱਟ ਇਨਕਮ ਸੋਰਸ ਦੇ ਘੱਟ ਰਹੇ ਆ, ਪਰ ਜਨੂਨ ਇੰਨਾ ਹੈ ਕਿ ਬਹੁਤ ਕੁਝ ਸੋਚਿਆ ਆ। ਸਾਡੀਆਂ ਕੁਝ ਵੀਡੀਓ ਹੈਗੀਆਂ, ਅਸੀਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਅਸੀਂ ਇੱਕੋ ਸਿੱਖ ਵਾਲਿਆਂ ਨਾਲ ਰਲ ਕੇ ਅਸੀਂ ਘੱਟੋ ਘੱਟ ਮੇਰਾ ਖਿਆਲ ਉੱਥੇ 10-15 ਜੰਗਲ ਵੀ ਲਵਾਏ ਪੰਜਾਬ ਦੇ ਵਿੱਚ ਵੀ। ਅੱਛਾ, ਹਾਂਜੀ, ਜਿਹੜਾ ਮੁੰਡਾ ਸਾਡੇ ਉਹ ਕਰ ਰਿਹਾ ਸੇਵਾ ਉੱਥੇ, ਉਹ ਨਾਲ ਇੱਕੋ ਸਿੱਖ ਦੇ ਨਾਲ ਰਲ ਕੇ ਉਹ ਕਰਵਾ ਰਿਹਾ ਉੱਥੇ, ਕਿਉਂਕਿ 4 ਚੁਫੇਰੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਕੋਈ ਸਿੱਖੀ ਦਾ ਔਰ ਪੰਜਾਬ ਦਾ ਆਪਣਾ ਫਾਇਦਾ ਹੋ ਸਕੇ ਉਹ ਵੱਧ ਤੋਂ ਵੱਧ ਕਰੀਏ। ਫੰਡ ਕਿੱਥੋਂ ਜੁਟਾਉਂਦੇ ਹੋ ਫਿਰ? ਮੈਂ ਹੁਣੇ ਵੀ ਤੁਹਾਨੂੰ ਪੁੱਛ ਹੀ ਲੈਂਦੀ ਆ। 6 ਤੁਸੀਂ ਮੈਂਬਰ ਗਿਣਾਏ ਆਪਣੇ, ਤੇ ਕੰਮ ਤੁਸੀਂ ਇੰਨੇ ਗਿਣਾ ਦਿੱਤੇ ਆ। ਇਹ ਸਵਾਲ ਤਾਂ ਬਣਦਾ ਹੀ ਆ। ਹੁਣ ਬਣਦਾ ਜੀ, ਜਿਹੜੇ ਫੰਡ ਆ ਉਹ ਸਿੱਖ ਸੰਗਤ ਦੇ ਵੱਲੋਂ ਹੀ ਆ। ਉਹ ਗੁਰੂ ਨਾਨਕ ਪਾਤਸ਼ਾਹ ਹੀ ਜਾਣਦਾ, ਪਤਾ ਨਹੀਂ ਕਿੱਥੋਂ ਆਉਂਦਾ ਆ। ਜਾਣੀ ਜਿੱਦਾਂ ਇਹ ਕਹਿ ਲਓ ਵੀ ਜੇ ਜਿੱਥੇ ਵੀ ਜਾ ਕੇ ਅਪੀਲ ਕਰੀ ਦੀ ਆ, ਕੋਈ ਨਾ ਕੋਈ ਤਾਂ ਗੁਰੂ ਦੇ ਲਾਲ ਜਿਹੜੇ ਹੈਗੇ ਆ ਉਹ ਸਿਰ ਚੱਕਦੇ ਹੀ ਆ, ਦਿੰਦੇ ਆ। ਪਰ ਇਹ ਹੈਗਾ ਬੜਾ ਔਖਾ। ਸਾਡੇ ਕੋਲ ਜਮ੍ਹਾਂ ਫੰਡ ਕੋਈ ਨਹੀਂ ਹੈਗਾ। ਅੱਛਾ, ਹੁਣ ਇਸ ਵੇਲੇ ਅਸੀਂ ਇੱਕ ਸਕੂਲ ਬਣਾਉਣ ਜਾ ਰਹੇ ਹਾਂ, ਜਿਹਦਾ ਸਾਡਾ ਪ੍ਰੋਜੈਕਟ ਆ ਤਕਰੀਬਨ 10 ਕਰੋੜ ਤੋਂ ਉੱਪਰ ਦਾ ਆ। ਅੱਛਾ, ਇੰਡੀਆ ਦੇ ਵਿੱਚ? ਉੱਥੇ ਇੰਡੀਆ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਹੀ, ਸਿੰਧਵਾਂ ਜ਼ਿਲ੍ਹੇ ਦੇ ਵਿੱਚ ਹੀ। ਅਤੇ ਉਹਦੀਆਂ ਜਿਹੜੀਆਂ ਹੈਗੀਆਂ ਆ ਨਕਸ਼ੇ ਬਣ ਚੁੱਕੇ ਆ,
ਤੇ ਜਿਹੜੀ ਸੋਇਲ ਦੀ ਟੈਸਟਿੰਗ ਆ ਉਹ ਭੇਜੀ ਆ, ਜ਼ਮੀਨ ਲਈ ਹੋਈ ਆ, ਮੁੱਲ ਲੈ ਲਈ ਆ। ਉਹ ਸਾਡੀ ਤਕਰੀਬਨ 66 ਲੱਖ ਦੀ ਸਾਨੂੰ ਜ਼ਮੀਨ ਮਿਲ ਗਈ ਸੀਗੀ। ਉਹ ਅਸੀਂ ਲੈ ਕੇ ਤਾਂ ਕਰ ਲਈ ਆ। ਪਰ ਹੁਣ ਜਿਹੜਾ ਪ੍ਰੋਜੈਕਟ ਉਹ 'ਤੇ ਬਣਾਉਣਾ ਉਹ ਸਾਡਾ 10 ਕਰੋੜ ਤੋਂ ਉੱਪਰ ਆ। ਫੰਡ ਰੇਜ਼ ਕਿੱਦਾਂ ਕਰਦੇ ਹੋ ਫਿਰ ਤੁਸੀਂ? ਪਹਿਲਾਂ ਤਾਂ ਅਸੀਂ ਉੱਥੇ ਯੂਕੇ ਦੇ ਵਿੱਚ ਜਿਹੜਾ ਸੀਗਾ, ਅਸੀਂ ਕੁਛ 1 ਸਾਲ ਦੇ ਵਿੱਚ ਅਸੀਂ ਫੰਡ ਰੇਜ਼ਿੰਗ ਇਵੈਂਟ ਕਰਦੇ ਸੀ। ਅੱਛਾ। ਉਹਦੇ ਵਿੱਚ ਸਾਨੂੰ ਹੋ ਜਾਂਦਾ ਸੀਗਾ। ਬਾਕੀ ਅਸੀਂ ਜਿਹੜੇ ਹੈਗੇ ਸਾਡੇ ਜਾਣ ਪਛਾਣ ਵਾਲੇ, ਜਾਂ ਅਸੀਂ ਉਸ ਤੋਂ ਬਾਅਦ ਲੰਡਨ ਦੇ ਗੁਰਦੁਆਰਿਆਂ ਵਿੱਚ ਜਾਂਦੇ ਸੀਗੇ। ਕੁਛ ਗੁਰਦੁਆਰੇ, ਸਾਰੇ ਨਹੀਂ, ਕੁਛ ਗੁਰਦੁਆਰੇ ਉਹ ਮਤਲਬ ਹੈਲਪ ਕਰਦੇ ਸੀ। ਮਤਲਬ 2-4 ਗੈਂਟੀ ਦੇ ਕਹਿ ਸਕਦੇ। ਕਿਸੇ ਦੀ ਮਦਦ ਕਰਨ ਦੇ ਲਈ ਹਾਂਜੀ ਮੰਗਣਾ ਕਿੱਦਾਂ ਲੱਗਦਾ? ਬਹੁਤ ਔਖਾ ਆ। ਪਰ ਜਦੋਂ ਤੁਸੀਂ ਤੁਹਾਡੇ ਮਨ ਦੇ ਵਿੱਚ ਹੀ ਆਵੇ ਅਸੀਂ ਉਹਨਾਂ ਦੀ ਹੈਲਪ ਕਰਨੀ ਆ, ਅਸੀਂ ਉਹ ਚੀਜ਼ ਲਾ ਕੇ ਪਰੇ ਕਰ ਦਿੱਤੀ ਆ। ਓਕੇ। ਬਈ ਅਸੀਂ ਚਾਹੇ ਸਾਨੂੰ ਕੋਈ ਚੰਗਾ ਕਵੇ, ਚਾਹੇ ਸਾਨੂੰ ਕੋਈ ਮਾੜਾ ਕਵੇ, ਸਾਨੂੰ ਇਹ ਵੀ ਨਹੀਂ ਵੀ ਸਾਡਾ ਨਾਂ ਕੋਈ ਬਹੁਤ ਮੋਹਰੇ ਹੋ ਜਾ ਜਾਂ ਅਸੀਂ ਅੱਗੇ ਹੋ ਜਾਈਏ। ਸਾਡਾ ਤਾਂ ਇਹ ਹੈਗਾ, ਅਸੀਂ ਤਾਂ ਇਹ ਕਹਿੰਦੇ ਹਾਂ ਵੀ ਜੇ ਕਿਸੇ ਨੇ ਸੇਵਾ ਕਰਨੀ ਹੈ ਨਾ, ਉਹ ਸਾਨੂੰ ਦੱਸ ਦਿਓ। ਉਹ ਬੱਚੇ ਦਾ ਨਾਂ ਅਸੀਂ ਉਹਨੂੰ ਪ੍ਰੋਵਾਈਡ ਕਰ ਦਿੰਦੇ ਹਾਂ। ਬੱਚੇ ਦਾ ਸਕੂਲ ਡਿਟੇਲ ਪ੍ਰੋਵਾਈਡ ਕਰਦੇ ਹਾਂ। ਤੁਸੀਂ ਸਿੱਧਾ ਉਹਨੇ ਸਕੂਲ ਦੇ ਵਿੱਚ ਪਾਈ ਜਾਓ, ਸਾਨੂੰ ਆਪਣੇ ਨਾਂ ਦੀ ਵੀ ਨਹੀਂ ਜ਼ਰੂਰਤ ਹੈਗੀ। ਓਕੇ। ਪਰ ਇਹ ਜ਼ਰੂਰੀ ਆ ਕਿ ਸਪੋਰਟ ਕਰਨ। ਜੇ ਸਪੋਰਟ ਨਾ ਕੀਤੀ, ਮੈਂ ਇੱਕ ਹੋਰ ਇੱਥੇ ਗੱਲ ਕਹਿਣੀ ਚਾਹੂੰਗਾ ਜ਼ਰੂਰੀ। ਮੈਂ ਜਦੋਂ ਕੋਵਿਡ ਦਾ ਸਮਾਂ ਚੱਲ ਰਿਹਾ ਸੀਗਾ ਜੀ, ਅਸੀਂ ਕਿਉਂਕਿ ਬਾਹਰ ਜਿੰਨੇ ਸਾਡੇ ਸੇਵਾਦਾਰ ਵੀ ਹੈਗੇ ਆ ਨਾ, ਉਹ ਏਜਡ ਪਰਸਨ ਆ, ਅਤੇ ਇਸ ਕਰਕੇ ਬਾਹਰ ਜਾਣਾ ਥੋੜ੍ਹਾ ਜਿਹਾ ਔਖਾ ਸੀਗਾ। ਮੈਂ ਜਿੰਨੇ ਵੀ ਯੂਕੇ ਦੇ ਗੁਰਦੁਆਰੇ ਸੀ ਸਾਰਿਆਂ ਨੂੰ, ਆਇਰਲੈਂਡ ਦੇ ਗੁਰਦੁਆਰਿਆਂ ਨੂੰ, ਵੇਲਸ ਦੇ ਗੁਰਦੁਆਰਿਆਂ ਨੂੰ ਚਿੱਠੀਆਂ ਲਿਖੀਆਂ। ਅੱਛਾ। ਵੀ ਇਹ ਸਿੱਖੀ ਦੀ ਜਿਹੜਾ ਬੂਟਾ ਲਾਇਆ ਆ ਨਾ, ਇਹ ਸੁੱਕਦਾ ਜਾਂਦਾ, ਇਹਨੂੰ ਪਾਣੀ ਪਾ ਦਿਓ। ਸਿਰਫ ਇੱਕ ਗੁਰਦੁਆਰੇ 'ਚੋਂ 125 ਪਾਉਂਡ ਦਾ ਚੈੱਕ ਆਇਆ। ਵਾਹ। ਅੱਛਾ। ਹੁਣ ਅਸੀਂ ਜਾਂਦੇ ਹਾਂ, ਅਸੀਂ ਸਿੱਖ ਸੰਗਤ ਇਸ ਵੇਲੇ ਸੁਣ ਰਹੀ ਆ, ਅਸੀਂ ਜਾਂਦੇ ਹਾਂ ਗੁਰਦੁਆਰਾ ਮੱਥਾ ਟੇਕਣ। ਕੀ ਗੁਰਦੁਆਰਿਆਂ ਦਾ ਫਰਜ਼ ਨਹੀਂ ਬਣਦਾ ਕਿ ਜਿਹੜੇ ਉਹ ਬੱਚੇ ਜਿਹੜੇ ਹੈਗੇ ਆ, ਜਿਨ੍ਹਾਂ ਨੂੰ ਪਾਣੀ ਪੀਣ ਲਈ ਵੀ ਨਹੀਂ, ਰੋਟੀ ਖਾਣ ਲਈ ਨਹੀਂ, ਔਰ ਰਹਿਣ ਲਈ ਵੀ ਉਹਨਾਂ ਕੋਲ ਜਗ੍ਹਾ ਨਹੀਂ ਹੈ, ਕੁੱਲੀਆਂ ਦੇ ਵਿੱਚ ਰਹਿੰਦੇ ਆ, ਕੀ ਸਾਡਾ ਫਰਜ਼ ਨਹੀਂ ਬਣਦਾ ਅਸੀਂ ਉਹਨਾਂ ਦੇ ਪ੍ਰਤੀ ਕੁਛ ਨਾ ਕੁਛ ਕਰੀਏ? ਅੱਜ ਤੁਸੀਂ ਜਿਹਨੂੰ ਕਹਿੰਦੇ ਨਾ ਅੰਗਰੇਜ਼ੀ ਦੇ ਵਿੱਚ ਫੂਡ ਫॉर ਥਾਟ, ਉਹ ਦੇ ਕੇ ਜਾ ਰਹੇ ਹੋ। ਪਰ ਇਹ ਹੈ ਉਸ ਫੂਡ ਨੂੰ ਵੀ ਉਹੀ ਚੱਖ ਸਕਦੇ ਆ, ਉਹੀ ਬਣਾ ਸਕਦੇ ਆ ਜਿਹੜੇ ਵਾਕਈ ਚਾਹਣਗੇ। ਸਾਡੇ ਇੱਕ ਹੋਰ ਲਿਸਨਰ ਨੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ, ਆਪਾਂ ਸੁਣਦੇ ਹਾਂ। ਗੁਰਦੀਪ ਸਿੰਘ ਜੀ। ਗੁਰਦੀਪ ਸਿੰਘ ਜੀ, ਜੀ ਆਇਆਂ ਨੂੰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਭਾਜੀ ਨੂੰ ਵੀ। ਸਤਿ ਸ਼੍ਰੀ ਅਕਾਲ ਜੀ। ਭਾਜੀ, ਜਿੱਦਾਂ ਤੁਸੀਂ ਕਹਿੰਦੇ ਹੋ ਨਾ ਵੀ ਸਾਡੀ ਦਰਬਾਰ ਅੰਮ੍ਰਿਤਸਰ ਵਾਲਿਆਂ ਨੇ ਕੋਈ ਮਦਦ ਨਹੀਂ ਕੀਤੀ, ਸਿਰਫ ਸਵਾਏ ਬੀਬੀ ਜਗੀਰ ਕੌਰ ਤੋਂ ਜੀ 1 ਸਾਲ ਫਿਰ। ਹਾਂਜੀ, ਜਦੋਂ ਅਸੀਂ ਆਹ ਛੋਟੀਆਂ ਬ੍ਰਾਂਚਾਂ, ਛੋਟੇ ਗੁਰਦੁਆਰੇ ਖੋਲ੍ਹ ਰਹੇ ਹਾਂ ਜੀ, ਇਹਨਾਂ ਦਾ ਹਮੇਸ਼ਾ ਹੀ ਵੱਡੀ ਧਿਰ ਨੂੰ ਫਾਇਦਾ ਹੁੰਦਾ ਜੀ, ਕਿਉਂਕਿ ਜਿੱਥੇ ਮਰਜ਼ੀ ਤੁਸੀਂ ਖੋਲ੍ਹ ਲਓ, ਇਹ ਜਿਹੜੀ ਸਾਰੀ ਪਨੀਰੀ ਤਿਆਰ ਹੋ ਰਹੀ ਆ, ਇਹ ਵੱਡੀ ਧਿਰ ਲਈ ਹੋ ਰਹੀ ਆ। ਜਦ ਸਾਨੂੰ ਪਤਾ ਹੈ ਵੀ ਉੱਥੇ ਇੱਕ ਕਰਪਟ ਸਿਸਟਮ ਬੈਠਾ, ਤੁਸੀਂ ਉਹ ਤਾਂ ਬਦਲ ਨਹੀਂ ਸਕਦੇ, ਕਿਉਂਕਿ ਅਸੀਂ ਇੱਕ ਨਵਾਂ ਰਸਤਾ ਤਾਂ ਚੁਣ ਹੀ ਸਕਦੇ ਹਾਂ ਜੀ। ਤੇ ਦੂਜੇ ਨੰਬਰ ਤੇ ਜਿਹੜਾ ਅਸੀਂ ਕਹਿੰਦੇ ਆ ਅਸੀਂ ਪੈਸੇ ਖਰਚ ਕੇ ਸਕੂਲ ਖੋਲ੍ਹੀਏ, ਜੇ ਹੁਣ ਏਦਾਂ ਸਾਰੇ ਪ੍ਰਾਈਵੇਟ ਸਕੂਲ ਖੋਲ੍ਹਣ ਲੱਗ ਪਾਉਣ ਬਾਹਰੋਂ ਜਾਂ ਪੈਸਾ ਮੰਗਾ ਕੇ, ਤੇ ਜਿਹੜੇ ਉੱਥੇ ਸਰਕਾਰਾਂ ਆ, ਗੌਰਮੈਂਟਾਂ ਆ, ਉਹਨਾਂ ਦਾ ਤਾਂ ਫਿਰ ਕੰਮ ਹੀ ਨਾ ਕੋਈ ਰਹਿ ਗਿਆ। ਜਿਹੜਾ ਇਲਾਕੇ ਦਾ MLA ਜਾਂ MP ਆ, ਉਹ ਤਾਂ ਸਿਰਫ ਵੋਟਾਂ ਲੈ ਕੇ ਉਹਨੂੰ ਤਾਂ ਫਾਇਦਾ ਹੋ ਗਿਆ ਇਸ ਚੀਜ਼ ਦਾ ਵੀ ਉਹ ਕੰਮ ਤਾਂ ਬਾਹਰਲੇ ਕਰੀ ਜਾਂਦੇ। ਜਿਹੜੇ ਉਹਦੇ ਫੰਡ ਆਉਣੇ ਆ ਜਾਂ ਲੋਕਾਂ ਨੇ ਜਿਹੜਾ ਉਹਨੂੰ ਉੱਤੇ ਸਵਾਲ ਕਰਨੇ ਆ ਵੀ ਸਾਡੇ ਬੱਚਿਆਂ ਲਈ ਆਹ ਕਰ, ਉਹਨਾਂ ਦਾ ਧਿਆਨ ਹੀ ਸਾਰਾ ਇੱਧਰ ਚਲੇ ਗਿਆ ਕਿ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਹੋਣ ਲੱਗ ਪਈਆਂ। ਇਹ ਤਾਂ ਲੋਕਤੰਤਰ ਪਰ ਆਪਣੇ ਕੋਲ ਆਪਸ਼ਨ ਵੀ ਕੋਈ ਨਹੀਂ ਰਹਿ ਜਾਂਦੀ ਜੀ। ਨਹੀਂ, ਇਹ ਆਪਸ਼ਨ, ਇਹ ਤਾਂ ਲੋਕਾਂ ਨੂੰ ਜਾਗਰੂਕ ਕਰਨ ਦੀ ਫਿਰ ਨਾ। ਲੋਕਾਂ ਨੇ ਆਪ ਕਿੰਨਾ ਚਿਰ ਅਸੀਂ ਕਰੀ ਜਾਵਾਂਗੇ, ਤੁਸੀਂ ਕਿੰਨਾ ਚਿਰ ਕਰੀ ਜਾਓਗੇ ਇੱਦਾਂ? ਹੈ ਤਾਂ ਗੱਲ ਤੁਹਾਡੀ ਸੱਚੀ, ਪਰ ਮੈਂ ਤਾਂ ਹੀ ਕਹੂੰਗਾ ਜੀ, ਇਹ ਅਸੀਂ ਗਲਤ ਪਾਸੇ ਨੂੰ ਤੁਰੇ ਹੋਏ, ਜਜ਼ਬਾਤੀ ਹੋ ਕੇ ਅਸੀਂ ਕੰਮ ਕਰ ਰਹੇ ਹਾਂ। ਜਦੋਂ ਕਿ ਲੋਕਤੰਤਰ ਦੇ ਵਿੱਚ ਹਮੇਸ਼ਾ ਲੋਕਾਂ ਨੇ ਜਿਹੜੀ ਉੱਥੋਂ ਦੀ ਜਨਤਾ ਹੈ, ਜਿੰਨਾ ਚਿਰ ਉਹ ਜਾਗਰੂਕ ਨਹੀਂ ਹੁੰਦੀ ਆਪਣੇ ਹੱਕਾਂ ਪ੍ਰਤੀ ਜਾਂ ਆਪਣੇ ਫਰਜ਼ਾਂ ਪ੍ਰਤੀ, ਉਹਨਾਂ ਚਿਰ ਬਾਹਰਲਾ ਨਹੀਂ ਬੰਦਾ ਕੁਛ ਵੀ ਕਰ ਸਕਦਾ। ਮੈਨੂੰ ਨਹੀਂ ਲੱਗਦਾ ਇਹ ਕੋਈ ਸਹੀ ਰਸਤਾ ਜੀ। ਧੰਨਵਾਦ। ਥੈਂਕਸ। ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ। ਅੱਜ ਸ਼ਾਇਦ ਗੁਰਦੀਪ ਜੀ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਉਹ ਇਹੀ ਸੀ ਕਿ ਅਵੇਅਰਨੈਸ ਇਜ਼ ਮਸਟ। ਸਾਡੇ ਇੱਕ ਹੋਰ ਲਿਸਨਰ ਨੇ ਅਜੀਤ ਸਿੰਘ ਜੀ, ਉਹਨਾਂ ਦੀ ਵੀ ਗੱਲ ਸੁਣ ਲੈਂਦੇ ਹਾਂ, ਉਸ ਤੋਂ ਬਾਅਦ ਤੁਸੀਂ ਦੋਹਾਂ ਦਾ ਇਕੱਠਾ ਜਵਾਬ ਦੇ ਸਕਦੇ ਹੋ। ਅਜੀਤ ਸਿੰਘ ਜੀ, ਸਵਾਗਤ ਹੈ। ਨਵਜੋਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੁਹਾਡੇ ਗੈਸਟਾਂ ਨੂੰ ਵੀ ਸਤਿ ਸ਼੍ਰੀ ਅਕਾਲ। ਬੜਾ ਅੱਛਾ ਉਪਰਾਲਾ ਕਰ ਰਹੇ ਨੇ ਔਰ ਮੈਂ ਇਹਨਾਂ ਦੇ ਜਿਹੜੀ ਤੁਹਾਡੀ ਤੁਹਾਡਾ ਜਿਹੜਾ ਜੋਸ਼ ਹੈਗਾ ਆ,
ਜਿਹੜੀ ਤੁਹਾਡੀ ਫੀਲਿੰਗ, ਜਿਹੜੀ ਤੁਹਾਡੀ ਭਾਵਨਾ ਹੈਗੀ ਆ ਨਾ, ਉਹਨੂੰ ਮੈਂ ਸਲਾਮ ਵੀ ਕਰਦਾ ਆ, ਤੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਔਰ ਦੂਸਰੀ ਗੱਲ ਮੈਂ ਤੁਹਾਨੂੰ ਇਹ ਕਹੂੰਗਾ, ਤੁਸੀਂ ਜੋ ਵੀ ਕਰ ਰਹੇ ਹੋ ਕਰਦੇ ਰਹੋ। ਇਹ ਨਾ ਸੋਚਿਓ ਕਿ ਸਾਨੂੰ ਅਸੀਂ ਹੁਣ ਅਸੀਂ ਇੱਥੇ ਵੀ ਤਾਂ ਫੰਡ ਰੇਜ਼ ਕਰਦੇ ਹਾਂ ਨਾ, ਹੁਣ ਸਰੀ ਮੈਮੋਰੀਅਲ ਹਸਪੀਟਲ ਨੂੰ ਅਸੀਂ ਕਿੰਨਾ ਰੇਜ਼ ਕਰਕੇ ਦੇ ਰਹੇ ਗਵਰਨਮੈਂਟ, ਫਿਰ ਜੇ ਅਸੀਂ ਕਰਨਾ ਆ ਤਾਂ ਗਵਰਨਮੈਂਟ ਕੀ ਕਰ ਰਹੀ ਹੈ? ਸੋ ਅਸੀਂ ਇਸ ਸੋਚਦੇ ਨਾਲ ਨਹੀਂ ਚੱਲ ਸਕਦੇ। ਹਾਂ, ਇੱਕ ਮੈਂ ਚੀਜ਼ ਤੁਹਾਨੂੰ ਐਡ ਕਰਨੀ ਚਾਹਾਂਗਾ, ਜੇ ਤੁਸੀਂ ਫੰਡ ਜ਼ਿਆਦਾ ਇਕੱਠੇ ਕਰਨੇ ਆ ਨਾ, ਤਾਂ ਤੁਸੀਂ ਪਲੀਜ਼ ਆਪਣੇ ਜਿਹੜੀ ਤੁਹਾਡੀ ਸੇਵਾ ਸੰਸਥਾ ਹੈਗੀ ਨਾ, ਉਹਦੇ ਨਾਲ ਕੁਝ ਪ੍ਰੋਪੋਗੈਂਡਾ ਕਰੋਗੇ ਨਾ ਜ਼ਿਆਦਾ, ਫਿਰ ਤੁਹਾਨੂੰ ਗੁਰਦੁਆਰਿਆਂ ਤੋਂ ਬਹੁਤ ਜ਼ਿਆਦਾ ਪੈਸਾ ਮਿਲੇਗਾ। ਜਿੰਨੀ ਦੇਰ ਤੱਕ ਤੁਹਾਡਾ ਜਿਹੜਾ ਮੋਟਿਵ ਹੈ ਨਾ ਸੇਵਾ ਰਹੇਗਾ, ਤੁਹਾਨੂੰ ਕਿਸੇ ਨੇ ਫੰਡ ਨਹੀਂ ਦੇਣੇ। ਤੁਸੀਂ ਜਦ ਤੱਕ ਕਿਸੇ ਦੂਜੇ ਧਰਮ ਦੇ ਖਿਲਾਫ ਨਹੀਂ ਬੋਲੋਗੇ, ਤੁਸੀਂ ਕੋਈ ਪ੍ਰੋਪੋਗੈਂਡਾ ਨਹੀਂ ਕਰੋਗੇ, ਤੁਹਾਨੂੰ ਕਿਸੇ ਨੇ ਫੰਡ ਨਹੀਂ ਦੇਣੇ। ਅਜੀਤ ਜੀ, ਆਪਾਂ ਸੁਣਦੇ ਆ ਇਹਨਾਂ ਦੀ ਟਿੱਪਣੀ ਕੀ ਹੈ ਇਹਦੇ ਬਾਰੇ। ਹਾਂਜੀ ਗੁਰਦੀਪ ਜੀ, ਕੀ ਕਹੋਗੇ? ਜਿਹੜੇ ਪਹਿਲੇ ਗੁਰਦੀਪ ਸਿੰਘ ਜੀ ਦਾ ਸਵਾਲ ਸੀਗਾ ਨਾ, ਹਾਂ, ਉਹਦਾ ਆਨਸਰ ਤਾਂ ਇਹ ਅਜੀਤ ਸਿੰਘ ਹੁਣੇ ਦੇ ਗਏ ਉਹ, ਹਾਂ ਹੈ ਕਿ ਨਹੀਂ ਜੀ। ਹੁਣ ਰਹਿ ਗਿਆ ਅਜੀਤ ਸਿੰਘ ਹੁਣਾਂ ਦੇ ਜਿਹੜੀ ਪ੍ਰੋਪੇਗੈਂਡਾ ਦੀ ਗੱਲ ਕਰ ਰਿਹਾ ਆ, ਉਹ ਸਾਡੇ ਕੋਲੋਂ ਨਹੀਂ ਹੋਣਾ। ਹਾਂ, ਕਿਉਂਕਿ ਕਿਸੇ ਬੰਦੇ ਦੇ ਆਪਣੇ ਹੁੰਦੇ ਆ। ਅਸੀਂ ਸੇਵਾ ਵਾਲੇ ਭਾਵਨਾ ਤੋਂ ਪਾਸੇ ਤਾਂ ਜਾ ਸਕਦੇ ਹਾਂ, ਅਸੀਂ ਆਪਣਾ ਆਪ ਤਾਂ ਲੁਟਾ ਸਕਦੇ ਹਾਂ, ਪਰ ਅਸੀਂ ਜਿਹੜੀਆਂ ਗਲਤ ਪ੍ਰੋਪੇਗੈਂਡਾ ਨਾ, ਉਹਦੇ ਵਿੱਚ ਅਸੀਂ ਨਹੀਂ ਪੈ ਸਕਦੇ। ਪਤਾ ਨਹੀਂ ਕਿਉਂ, ਸਾਡੀ ਇਹ ਕਹਿ ਲਓ, ਸਾਡੀ ਕਮਜ਼ੋਰੀ ਕਹਿ ਲਓ, ਅਸੀਂ ਉਸ ਪਾਸੇ ਨਹੀਂ ਜਾ ਸਕਦੇ। ਅਸੀਂ ਇਹ ਵਾਹਿਗੁਰੂ ਅੱਗੇ ਅਰਦਾਸ ਕਰ ਸਕਦੇ ਹਾਂ ਬਈ ਸੱਚੇ ਪਾਤਸ਼ਾਹ ਤੂੰ ਆਪਣੀ ਸੇਵਾ ਉਹ ਚਲਾਈ ਰੱਖੀ। ਹੋਣੀ ਆ ਉਹ ਆਪਣੇ ਨਾ ਕਹਿੰਦੇ ਹੁੰਦੇ ਆ ਵੀ ਜਦੋਂ ਅੱਗ ਲੱਗੀ ਸੀਗੀ ਤਾਂ ਚਿੜੀ ਨੇ ਉਹ ਚੁੰਝ ਭਰ ਕੇ ਪਾਣੀ ਡੋਲਦੀ ਸੀਗੀ। ਸਾਡਾ ਕੰਮ ਤਾਂ ਇਹ ਆ, ਅਸੀਂ ਚੁੰਝਾਂ ਭਰ ਕੇ ਪਾਣੀ ਡੋਲੀ ਜਾਣਾ। ਜਿੱਦਣ ਜਿਹੜਾ ਕਹਿੰਦਾ ਇਤਿਹਾਸ ਲਿਖ ਆਊਗਾ, ਸਾਡਾ ਅੱਗ ਬੁਝਾਉਣ ਵਾਲਿਆਂ 'ਚ ਨਾ ਆ ਜਾਊਗਾ, ਜਲਾਉਣ ਵਾਲਿਆਂ 'ਚ ਨਹੀਂ ਆਊਗਾ। ਬਹੁਤ ਖੂਬ ਜੀ। ਖੈਰ, ਜਿਹੜਾ ਚੰਗਾ ਕੌਜ਼ ਹੈ ਉਹ ਮੇਰੇ ਖਿਆਲ ਜਿਹੜਾ ਇਹ ਕੰਮ ਕਰ ਰਹੇ ਆ, ਇਹਨਾਂ ਨੇ ਸਾਰੀਆਂ ਗੱਲਾਂ ਸਪਸ਼ਟ ਕਰ ਦਿੱਤੀਆਂ। ਬਾਕੀ ਜਿਹੜੀ ਲਾਸਟ 2 ਸਾਡੇ ਕਾਲਰ ਸੀ, ਇੰਟਰਸਟਿੰਗ ਗੱਲਬਾਤ ਸੀ ਜਿਹੜੀ ਉਹ ਕਹਿ ਗਏ, ਇੱਕ ਦੂਸਰੇ ਦੇ ਸਵਾਲਾਂ ਦਾ ਜਵਾਬ ਉਹਨਾਂ ਦੇ ਕੋਲ ਮੇਰੇ ਖਿਆਲ ਮਿਲ ਗਿਆ ਉਹਨਾਂ ਨੂੰ। ਜਿਹੜੇ ਸਾਡੇ ਸੁਣਨ ਵਾਲੇ ਨੇ ਜਾਂ ਜਿੱਥੇ ਵੀ ਕਿਤੇ ਇਸ ਪ੍ਰੋਗਰਾਮ ਨੂੰ ਸੁਣਿਆ ਜਾ ਰਿਹਾ, ਉਹ ਤੁਹਾਡੇ ਨਾਲ ਕਨੈਕਟ ਹੋਣਾ ਚਾਹੁੰਦੇ ਆ ਜਾਂ ਕੋਈ ਇਨਫੋਰਮੇਸ਼ਨ ਚਾਹੁੰਦੇ ਆ ਤਾਂ ਕਿਸ ਤਰ੍ਹਾਂ ਕਰਨਾ? ਹਾਂਜੀ, ਸਾਡੇ ਇੱਕ ਹੈਗੀ ਆ ਵੈਬਸਾਈਟ ਵੀ ਹੈਗੀ ਆ ਜੀ, www.scottscharity ਇੱਕੋ ਹੀ ਵਰਡ ਆ .org। SCOS SCOS.org। ਓਕੇ, ਹਾਂਜੀ। ਉਸ ਤੋਂ ਬਾਅਦ ਜਿਹੜੀ ਸਾਡੀ ਈਮੇਲ ਆ, ਈਮੇਲ 'ਤੇ ਵੀ ਤੁਸੀਂ ਕਨੈਕਟ ਕਰ ਸਕਦੇ ਹੋ। ਉਹ ਹੈਗਾ ਜੀ info@sikhcouncilscotland, ਉਹ 'ਚ ਆਫ ਕੱਟ ਦੇਣਾ ਹੈ, sikhcouncilscotland.org। ਓਕੇ। ਅਤੇ ਬਾਕੀ ਮੇਰਾ UK ਦਾ ਨੰਬਰ ਹੈ, ਉਹ WhatsApp 'ਤੇ ਵੀ ਨਾਲ ਹੀ ਤੁਸੀਂ ਇੱਥੋਂ ਕਰ ਸਕਦੇ ਹੋ। ਉਹ ਹੈਗਾ ਇੱਥੋਂ 0044 7723013160। ਮੈਂ ਇੱਕ ਵਾਰੀ ਪੰਜਾਬੀ ਦੇ ਵਿੱਚ ਦੱਸ ਦਿਆਂ ਕਿ ਇਹਨਾਂ ਨੰਬਰ ਜਿਹੜਾ ਦੱਸਿਆ 0044 7723 013 0047723013160 ਜਾਂ ਤੁਸੀਂ info@sikhcouncilscotland.org। Is that right? ਹਾਂਜੀ। ਅਤੇ ਸੌਰੀ, ਮੈਂ ਇੱਥੇ ਇੱਕ ਗੱਲ ਦੱਸਣਾ ਚਾਹੁੰਦਾ, ਜਿੰਨਾ ਚਿਰ ਮੈਂ ਇੱਥੇ ਸਕਾਟਲੈਂਡ ਦੇ ਵਿੱਚ ਹੈਗਾ, ਅਗਰ ਮੈਨੂੰ ਕਿਸੇ ਨੇ ਕੰਟੈਕਟ ਕਰਨਾ ਹੋਵੇ, ਸਰੀ ਦੇ ਵਿੱਚ ਤੁਸੀਂ? ਹਾਂਜੀ, ਸਰੀ ਦੇ ਵਿੱਚ ਮੈਂ ਹੈਗਾ। ਅਤੇ ਮੈਨੂੰ ਮੈਸੇਜ ਛੱਡ ਦੇਣ ਮੇਰੇ WhatsApp 'ਤੇ, ਅਤੇ ਮੈਂ ਉਹਨਾਂ ਦੇ ਨਾਲ ਗੈਟ ਇਨ ਟੱਚ ਕਰ ਲਾਂਗਾ, ਕਿਉਂਕਿ ਮੇਰਾ ਇੱਥੇ ਜਿਹੜਾ ਹੈਗਾ ਉਹ WhatsApp ਆਲ ਦਾ ਟਾਈਮ ਤੁਹਾਡੇ ਉੱਥੇ ਕਾਲ ਨਹੀਂ ਕੀਤੀ ਜਾ ਸਕਦੀ। ਹਾਂਜੀ। ਸੋ ਮੈਸੇਜ ਛੱਡਿਆ ਜਾ ਸਕਦਾ ਇਹਨਾਂ ਦੇ ਇਸ ਨੰਬਰ ਦੇ ਉੱਤੇ, ਜਾਂ ਈਮੇਲ ਕਰਨਾ ਸੌਖਾ ਰਹੇਗਾ info@sikhcouncilscotland.org 'ਤੇ। ਗੁਰਦੀਪ ਸਿੰਘ ਸਮਰਾ ਜੀ, ਅੱਜ ਗੱਲਾਂ ਬਾਤਾਂ ਕੀਤੀਆਂ ਤੁਸੀਂ, ਇੱਕ ਨਵੀਂ ਦੁਨੀਆ ਦੀ ਸਾਨੂੰ ਸੈਰ ਕਰਾਈ ਹੈ, ਇੱਕ ਨਵਾਂ ਪੱਖ ਦਿਖਾਇਆ। ਅਤੇ ਮੈਂ ਉਮੀਦ ਕਰਦੀ ਹਾਂ ਕਿ ਜਿਹੜੇ ਚੇਤਨ ਲੋਕ ਨੇ, ਚੁਕੰਨੇ ਲੋਕ ਨੇ, ਜਾਗਰੂਕਤਾ ਫੈਲਾਉਣਾ ਚਾਹੁੰਦੇ ਨੇ, ਉਹ ਤੁਹਾਡੇ ਵਾਂਗ ਆਪਣੇ ਮਿੱਥੇ ਹੋਏ ਨਿਸ਼ਾਨੇ ਵੱਲ ਨੂੰ ਵੱਧਦੇ ਜਾਂਦੇ ਆ। ਅਤੇ ਇਸੇ ਤਰੀਕੇ ਦੇ ਨਾਲ ਜਿਹੜੀ ਆਪਾਂ ਮਿੱਥੀ ਹੋਈ ਚੇਂਜ ਹੈ ਜਾਂ ਕਿਆਸੀ ਹੋਈ ਚੇਂਜ ਹੈ, ਉੱਧਰ ਨੂੰ ਵੱਧਦੇ ਜਾਂਦੇ ਆ। ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਔਰ ਸਭ ਤੋਂ ਪਹਿਲਾਂ ਸ਼ੇਰੇ ਪੰਜਾਬ ਰੇਡੀਓ ਵਾਲਿਆਂ ਦਾ ਧੰਨਵਾਦ, ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ ਜੀ।